बदरुद्दुजा शम्सुद्दुहा नूरुल हुदा। अल्हम्दुलिल्लाहि व कफ़ा वस्सलातु वस्सलामु अला मन ला नबिय्य बअद अम्मा बअद अऊज़ु बिल्लाहि मिनश शैतानिर रजीम बिस्मिल्लाहिर रहमानिर रहीम वत्तबअू मा तत्लु शयातीनु अला मुल्की सुलैमान व मा कफ़र सुलैमान वलाकिन्न शयातीन कफ़रू युअल्लिमून अन्नास सिहर। कल बाइबल ਦੇ ਵਿੱਚ द बुक ऑफ वाचर्स ਉਹਨਾਂ ਫਰਿਸ਼ਤਿਆਂ ਦੇ ਬਾਰੇ ਹਾਰੂਤ ਮਾਰੂਤ ਦੇ ਬਾਰੇ ਜੋ ਵਾਕਿਆ ਬਿਆਨ ਹੈ ਉਹਦੇ ਬਾਰੇ ਥੋੜੀ ਜਿਹੀ ਗੱਲ ਹੋਈ ਸੀ। ਫਿਰ ਮਜ਼ੀਦ ਜਾਦੂ ਦੇ ਬਾਰੇ ਔਰ ਹਜੇ ਮਜ਼ੀਦ ਇਸ ਚੀਜ਼ ਦੇ ਆਪਾਂ ਬਹਿਸ ਕਰਨੀ ਹੈ ਕਿ ਯਹੂਦੀਆਂ ਦੇ ਨਜ਼ਦੀਕ ਤੇ ਈਸਾਈਆਂ ਦੇ ਨਜ਼ਦੀਕ ਫਰਿਸ਼ਤਿਆਂ ਤੇ ਜਿਨ੍ਹਾਂ 'ਚ ਕਿਸ ਤਰੀਕੇ ਨਾਲ ਫਰਕ ਪਾਇਆ ਜਾਂਦਾ ਹੈ। ਉਹ ਜਿਨ੍ਹਾਂ ਨੂੰ ਕਿਆ ਉਹ ਵੱਖਰੀ ਮਖਲੂਕ ਸਮਝਦੇ ਨੇ ਜਾਂ ਫਰਿਸ਼ਤਿਆਂ ਨੂੰ ਜਿਹੜੇ ਤਾਬੇਦਾਰ ਫਰਿਸ਼ਤੇ ਨੇ ਉਹਨਾਂ ਨੂੰ ਅਲੱਗ ਸਮਝਦੇ ਨੇ ਤੇ ਫਰਿਸ਼ਤਿਆਂ ਵਿੱਚੋਂ ਹੀ ਜਿਹੜੇ ਨਾਫਰਮਾਨ ਹੋ ਗਏ ਨੇ ਉਹਨਾਂ ਨੂੰ ਜਿੰਨ ਸਮਝਦੇ ਨੇ। ਇਹ ਕੀ ਇੱਕ ਫਲਸਫਾ ਹੈਗਾ, ਇਹ ਅਲੱਗ ਬਹਿਸ ਹੈਗੀ। ਇਨਸ਼ਾਅੱਲਾ ਆਪਾਂ ਕੱਲ੍ਹ ਕਵਰ ਕਰਾਂਗੇ। ਅੱਜ ਜਿਹੜਾ ਮਜ਼ਮੂਨ ਹੈ ਉਹ ਵੇ ਜਾਦੂ। ਗੱਲ ਜਾਦੂ ਤੇ ਆਈਏ ਤੇ ਆਪਾਂ ਜਾਦੂ ਤੇ ਆ ਜਾਈਏ। ਜਾਦੂ ਕੀ ਚੀਜ਼ ਹੈ? ਕੱਲ੍ਹ ਇਹਦੇ ਬਾਰੇ ਕਾਫੀ ਗੁਫ਼ਤਗੂ ਹੋਈ ਸੀ ਲੇਕਿਨ ਦੁਹਰਾਈ ਦੇ ਵਾਸਤੇ ਅਸ਼ਫਾਕ ਸਾਹਿਬ ਆਇਓ ਮੈਦਾਨ ਦੇ ਵਿੱਚ। ਜਾਦੂ ਕੀ ਚੀਜ਼ ਹੈ? ਇਹਦੀ ਕਿੰਨੀਆਂ ਕਿਸਮਾਂ ਨੇ? ਥੋੜੀ ਵਜ਼ਾਹਤ ਨਾਲ ਸਮਝਾਇਆ ਕੱਲ ਚਾਰ ਕਿਸਮਾਂ ਪੜੀਆਂ ਨੇ ਜਾਦੂ ਦੀਆਂ ਜੀ। ਕਿਹੜੀ ਕਿਹੜੀਆਂ? ਚਾਰ ਕਿਸਮਾਂ ਜਾਦੂ ਦੀਆਂ ਕਿਹੜੀ ਕਿਹੜੀਆਂ? वालेकुम अस्सलाम व रहमतुल्लाह। माशाल्लाह जी अशफाक साहब। वालेकुम अस्सलाम व रहमतुल्लाह। अल्हम्दुलिल्लाह जी अशफाक साहब आओ ना, दसो यार तफसील ਨਾਲ दसो चार किस्मां। पहली किस्म टेक्नोलॉजी ਦਾ इस्तेमाल ਹੁੰਦਾ ਬਾਹਰ ਲੋਕ ਜਾਦੂ ਸਮਝਦੇ। अच्छा जी। दूसरी किस्म से शोभताबाजी ਜਿਹਨੂੰ ਆਪਾਂ ਹੱਥ ਸਫਾਈ ਕਹਿੰਦੇ। अच्छा शोभताबाजी या हद दी सफाई। अच्छा ਜਿਹੜਾ ਟੈਕਨੋਲੋਜੀ ਇਹਦੀ ਕੋਈ ਮਿਸਾਲ ਦਿਓ। ਹਾਂ ਇਹਦੀ ਮਸਲਨ ਤੁਸੀਂ ਇੱਕ ਮਿਸਾਲ ਦਿੱਤੀ ਸੀ। ਵੈਸੇ ਤਾਂ ਮਦਾਰੀ ਬੜੀਆਂ ਮਿਸਾਲਾਂ ਦਿੰਦੇ ਵੀ ਫਟੇ ਇੱਕ ਫਟੇ ਦੇ ਬੰਦਾ ਪਾਇਆ ਉਹ ਸਾਈਡ ਤੇ ਗਾ ਤੇ ਪੱਟਾ ਚੀਰਿਆ ਜਾਂਦਾ। ਹਾਲਾਂਕਿ ਹਕੀਕਤ ਚ ਦੋ ਬੰਦੇ ਹੁੰਦੇ ਜੋੜੇ ਇਸ ਤਰ੍ਹਾਂ ਹੁੰਦੇ ਵੀ ਫੱਟੇ ਚ ਉਹ ਤੇ ਹੱਦ ਦੀ ਸਫਾਈ ਹੋ ਗਈ ਨਾ। ਹੱਦ ਦੀ ਸਫਾਈ ਹੋ ਗਈ। ਟੈਕਨੋਲੋਜੀ ਦੀ ਕੀ ਮਿਸਾਲ ਸੀ? ਟੈਕਨੋਲੋਜੀ ਦੀ ਉਹ ਦੱਸਿਆ ਸੀ ਵੀ ਇੱਕ ਲੈਟ ਬਣੀ ਆ ਮੋਬਾਈਲ ਹੈ। ਆ ਮੋਬਾਈਲ ਹੀ ਲੈ ਲਓ ਯਾਰ। ਸਾਢੇ 40 ਸਾਲ ਪਹਿਲੇ ਫੌਜ ਸ਼ੁਦਗਾਨ ਵਾਸਤੇ ਮੋਬਾਈਲ ਜਾਦੂ ਹੀ ਆ। ਹਾਂ ਜਾਦੂ ਹੀ ਆ। ਅੱਛਾ ਇੱਕ ਪਹਿਲੇ ਨੰਬਰ ਤੇ ਹੋ ਗਈ ਕੀ? ਟੈਕਨੋਲੋਜੀ। ਠੀਕ ਹੈ। ਤੇ ਦੂਜੇ ਨੰਬਰ ਤੇ ਹੱਦ ਦੀ ਸਫਾਈ। ਤੀਜੇ ਨੰਬਰ ਤੇ ਨਫਸਿਆਤੀ ਕੰਟਰੋਲ। ਨਫਸਿਆਤੀ ਕੰਟਰੋਲ। ਨਫਸਿਆਤੀ ਕੰਟਰੋਲ ਕੀ ਚੀਜ਼ ਆ? ਬੰਦੇ ਨੂੰ ਗੱਲਾਂ ਹੀ ਐ ਕਰਨੀਆਂ ਵੀ ਜਿਵੇਂ ਕੱਪੜਾ ਵੇਚਣ ਵਾਲੇ ਕੱਪੜਾ ਵੇਚ ਜਾਂਦੇ ਗੱਲਾਂ ਗੱਲਾਂ ਦੇ ਵਿੱਚ। ਮਾਰਕੀਟਿੰਗ ਵਾਲੇ ਆਪਣੀ ਸਮਾਨ ਵੇਚ ਜਾਂਦੇ ਨੇ ਗੱਲਾਂ ਗੱਲਾਂ ਦੇ ਵਿੱਚ ਹੀ। ਤੁਹਾਨੂੰ ਬਾਅਦ ਚ ਪਤਾ ਲੱਗਦਾ ਤੁਸੀਂ ਕੀ ਚੀਜ਼ ਜਾਈਏ ਨਾ ਕੰਮ ਕਰਾਉਣ ਜਾਈਏ ਸਵਾਲ ਜਵਾਬ ਵੀ ਐਸੇ ਕਰਦੇ ਨਾਮ ਹੀ ਬੰਦਾ ਹੋਵੇ ਨਾ ਆਪੇ ਹੀ ਕਹਿੰਦਾ ਹਾਂ ਹਾਂ ਮੈਨੂੰ ਆਹ ਦੱਸ ਰਿਹਾ। ਹਾਂਜੀ ਅੱਛਾ ਪਹਿਲੇ ਨੰਬਰ ਤੇ ਕੀ ਸੀ ਪਹਿਲਾਂ? ਟੈਕਨੋਲੋਜੀ। ਟੈਕਨੋਲੋਜੀ ਕੀ ਆ ਕਿ ਇਨਸਾਨ ਨੇ ਉਲੂਮ ਦੁਨੀਆਵੀ ਉਲੂਮ ਦੇ ਵਿੱਚ ਇਤਨੀ ਤਰੱਕੀ ਹਾਸਲ ਕੀਤੀ। ਅੱਲਾਹ ਰੱਬੁਲ ਇੱਜ਼ਤ ਦੇ ਪੈਦਾ ਕਰਦਾ ਮਖਲੂਕਾਤ ਨੂੰ ਸਾਹਮਣੇ ਰੱਖ ਕੇ ਇਸ ਹੱਦ ਤੱਕ ਅੱਗੇ ਵਧਿਆ ਕਿ ਉਹਨੇ ਉੱਡਣਾ ਸ਼ੁਰੂ ਕਰਤਾ। ਉਹਨੇ ਇੱਕ ਜਗ੍ਹਾ ਤੋਂ ਹਜ਼ਾਰਾਂ ਮੀਲ ਦੂਰ ਬੰਦੇ ਨਾਲ ਗੱਲ ਕਰਨਾ ਐਵੇਂ ਮੁਮਕਿਨ ਕਰਤਾ ਜਿਵੇਂ ਸਾਹਮਣੇ ਬਹਿ ਕੇ ਆਪਣੀ ਗੱਲ ਹੋ ਰਹੀ ਹੈ। ਉਸ ਤੋਂ ਬਾਅਦ ਫਜ਼ਾ 'ਚ ਜਿਹੜੀਆਂ ਗਈਆਂ ਹੋਈਆਂ ਨੇ ਕੀ ਨਾ ਸਪੇਸ ਸ਼ਟਲਸ ਨੇ ਜਿਹੜੀਆਂ ਗਈਆਂ ਹੋਈਆਂ ਨੇ। ਉਸ ਤੋਂ ਬਾਅਦ ਆ ਕੈਮਰੇ ਆ ਗਏ। ਉਸ ਤੋਂ ਬਾਅਦ ਗੱਡੀਆਂ ਆ ਗਈਆਂ ਤੇ ਇਹ ਸਾਰਾ ਕੁਛ ਹੀ ਹੱਤਾਂ ਕਿ ਉਹਨਾਂ ਨੇ ਉੱਡਣ ਵਾਲੇ ਪਰਿੰਦੇ ਤੱਕ ਬਣਾ ਲਏ ਆ ਜਿਹੜੇ ਬਿਲਕੁਲ ਹੀ ਪਰਿੰਦਾ ਲੱਗਦਾ ਹੈ। ਕਿਸ ਤਰੀਕੇ ਨਾਲ ਵਕਤ ਨੂੰ ਮੁਖਤਸਰ ਕਰ ਦਿੱਤਾ ਗਿਆ ਹੈ, ਸਫ਼ਰ ਨੂੰ ਮੁਖਤਸਰ ਕਰ ਦਿੱਤਾ ਗਿਆ ਹੈ ਔਰ ਕਿਸ ਤਰੀਕੇ ਨਾਲ ਮਾਮਲਾਤ ਨੂੰ ਆਸਾਨ ਕਰ ਲਿਆ ਗਿਆ ਟੈਕਨੋਲੋਜੀ ਦੇ ਜ਼ਰੀਏ। ਲੇਕਿਨ ਇਹ ਅੱਜ ਤੋਂ 40 ਸਾਲ ਪਹਿਲੇ ਲੋਕਾਂ ਵਾਸਤੇ ਇਹ ਜਾਦੂ ਹੀ ਸੀਗਾ। ਅਗਰ ਅੱਜ ਦਿਖਾਇਆ ਜਾਏ ਉਹਨਾਂ ਨੂੰ, ਕੋਈ ਬਜ਼ੁਰਗ ਆ ਜਾਵੇ ਸਾਡੇ ਵਾਲਦੈਨ ਵਿੱਚੋਂ ਸਾਡੇ ਦਾਦਕਿਆਂ ਵਿੱਚੋਂ ਉੱਠ ਕੇ ਅਚਾਨਕ ਹੀ ਇਸ ਟਾਈਮ ਆ ਜਾਵੇ ਤੇ ਸਾਡੇ ਬੱਚੇ ਨੂੰ ਮੋਬਾਈਲ ਇਸਤੇਮਾਲ ਕਰਦਿਆਂ ਵੇਖੇ ਔਰ ਮੋਬਾਈਲ 'ਤੇ ਜੋ ਕੁਛ ਹੁੰਦਾ ਵੇਖ ਲਵੇ ਤੇ ਉਹਨੇ ਤੇ ਗਸ਼ ਖਾ ਕੇ ਡਿੱਗਣਾ। ਉਹਨੂੰ ਕਹਿਣਾ ਕਿ ਇਹ ਕੀ ਹੋ ਰਿਹਾ ਜੀ। ਤੇ ਉਹਦੇ ਸਾਹਮਣੇ ਅਗਰ ਸ਼ੀਸ਼ੇ ਦੇ ਵਿੱਚ ਯਾਨੀ ਆਈਪੈਡ 'ਤੇ ਜਾਂ ਵੱਡੀ ਸਕਰੀਨ ਵਾਲੇ ਕੰਪਿਊਟਰ 'ਤੇ ਬਹਿ ਕੇ ਕਿਸੇ ਨਾਲ ਵੀਡੀਓ ਕਾਲ ਕੀਤੀ ਤੇ ਉਹਨੇ ਕਹਿਣਾ ਲਓ ਜੀ ਇਹ ਸ਼ੀਸ਼ਾ ਜਾਦੂ ਵਾਲਾ ਸ਼ੀਸ਼ਾ ਹੈ। ਉਹਦੇ ਵਾਸਤੇ ਸ਼ੀਸ਼ਾ ਹੀ ਹੋਣਾ ਹੈ ਲੇਕਿਨ ਉਹ ਜਾਦੂ ਵਾਲਾ ਸ਼ੀਸ਼ਾ ਸਮਝੇਗਾ। ਕਿਉਂ? ਹਰ ਉਹ ਚੀਜ਼ ਜਿਹੜੀ ਇਨਸਾਨ ਦੀ ਫਿਤਰਤ ਤੋਂ ਬਾਲਾਤਰ ਹੋਏਗੀ ਉਹਦੇ ਵਾਸਤੇ ਉਹ ਜਾਦੂ ਬਣ ਜਾਏਗਾ। ਯਾਨੀ ਮੇਰੀ ਸਲਾਹੀਅਤ ਤੋਂ ਯਾਨੀ ਇਹ ਨਹੀਂ ਹਰ ਬੰਦੇ ਦੀ ਨਹੀਂ, ਮੇਰੀ ਸਲਾਹੀਅਤ ਤੋਂ ਬਾਲਾਤਰ ਜਿਹੜੀ ਚੀਜ਼ ਹੋਏਗੀ ਨਾ ਮੈਂ ਉਹਨੂੰ ਆਪਣੇ ਵਾਸਤੇ ਜਾਦੂ ਹੀ ਸਮਝਾਂਗਾ। ਪਹਿਲੀ ਚੀਜ਼। ਦੂਸਰੀ ਚੀਜ਼ ਜਿਹੜੀ ਇੱਥੇ ਸਮਝਣੀ ਨਾ ਉਹ ਨੁਕਤਾ ਬੜਾ ਅਹਿਮ ਹੈਗਾ। ਅਗਰ ਤੁਸੀਂ ਕਿਸੇ ਨੂੰ ਮੁਤਾਸਰ ਕਰਨਾ ਨਾ ਮਿਸਾਲ ਦੇ ਤੌਰ ਤੇ ਐਵੇਂ ਲੈ ਲਓ ਜੀ ਮੋਤੀ ਰਹਿਮਾਨ ਸਾਹਿਬ ਨੇ। ਮੋਤੀ ਰਹਿਮਾਨ ਸਾਹਿਬ ਨੂੰ ਜਿਵੇਂ ਮੁਤਾਸਰ ਕਰਨਾ ਹੋਵੇ ਤੇ ਮੈਂ ਵੀ ਉਹੀ ਗੱਲਾਂ ਕਰਾਂ ਉਹੀ ਕੰਮ ਕਰਾਂ ਜਿਹੜੇ ਮੋਤੀ ਰਹਿਮਾਨ ਸਾਹਿਬ ਕਰਦੇ ਨੇ ਤੇ ਮੈਂ ਫਿਰ ਮੁਤਾਸਰ ਕਿਸ ਗੱਲ ਤੋਂ ਕਰਨਾ? ਮੈਂ ਉਦੋਂ ਹੀ ਮੋਤੀ ਰਹਿਮਾਨ ਸਾਹਿਬ ਨੂੰ ਮੁਤਾਸਰ ਕਰਾਂਗਾ ਜਦੋਂ ਮੈਂ ਕੋਈ ਗੱਲ ਐਸੀ ਕਰਾਂ, ਕੋਈ ਕੰਮ ਐਸਾ ਕਰਾਂ, ਕੋਈ ਕਾਰਨਾਮਾ ਐਸਾ ਕਰਾਂ ਜਿਹੜਾ ਮੋਤੀ ਰਹਿਮਾਨ ਸਾਹਿਬ ਨੇ ਸੋਚਿਆ ਵੀ ਨਾ ਹੋਵੇ।
ਫਿਰ ਕੀ ਹੋਏਗਾ, ਹੋਏਗਾ ਕਿ ਮੋਤੀ ਰਹਿਮਾਨ ਸਾਹਿਬ ਮੁਤਾਸਰ ਹੋਣਗੇ ਜਾਂ ਮੈਂ ਮੁਤਾਸਰ ਹੋ ਜਾਵਾਂਗਾ। ਅੱਜ ਕੱਲ੍ਹ ਦੀ ਦੁਨੀਆ ਦੇ ਵਿੱਚ ਜਿਹੜੀ ਦੌੜ ਆ ਤੇ ਨਵੀਂ ਨਸਲ ਨੂੰ ਕੰਟਰੋਲ ਕਰਨ ਦੀ, ਨਵੀਂ ਨਸਲ ਨੂੰ ਜਿਹੜੀ ਕੰਟਰੋਲ ਕਰਨ ਦੀ ਕੋਸ਼ਿਸ਼ ਹੈ ਨਾ, ਉਹਦੇ ਪਿੱਛੇ ਵੀ ਇਹੀ ਟੈਕਨੀਕ ਆ। ਫਿਲਮਾਂ ਦੇ ਵਿੱਚ ਐਸਾ ਕੁਝ ਵਿਖਾਓ, ਫਿਲਮਾਂ ਦੇ ਵਿੱਚ ਐਸਾ ਕੁਝ ਵਿਖਾਓ ਕਿ ਜਿਹੜਾ ਅਗਲਾ ਬੰਦਾ ਮੁਤਾਸਰ ਹੋ ਜਾਵੇ, ਅਗਲਾ ਬੰਦਾ ਕਵੇ ਕਿ ਵਾਹ ਜੀ ਵਾਹ ਕਮਾਲ ਕਰਤਾ। ਉਹ ਜੋ ਕੁਝ ਫਿਲਮਾਂ 'ਚ ਹੋ ਰਿਹਾ, ਜਿਸ ਤਰੀਕੇ ਨਾਲ ਡਰਾਮੇਬਾਜ਼ੀਆਂ ਹੋ ਰਹੀਆਂ ਨੇ, ਨਵੀਂ ਨਸਲ ਸਮਝਦੀ ਪਈ ਹੈ ਕਿ ਭਾਈ ਸਾਹਿਬ ਇਹ ਸੱਚ ਹੈਗਾ। ਉਹਨਾਂ ਵਾਸਤੇ ਇੱਕ ਫਿਲਮੀ ਹੀਰੋ ਸਪਾਈਡਰਮੈਨ ਹੋ ਗਿਆ ਜੀ, ਉਸ ਤੋਂ ਬਾਅਦ ਕੀ ਹੋ ਗਿਆ, ਅੱਲਾ ਭਲਾ ਕਰੇ ਤੁਹਾਡਾ, ਆਇਰਨ ਮੈਨ ਹੋ ਗਿਆ, ਇਵੇਂ ਦੇ ਆਇਰਨ ਮੈਨ ਸਮਝਦੇ ਨੇ ਕਿ ਬਈ ਇਹ ਦੁਨੀਆ ਨੂੰ ਬਚਾਉਣ ਵਾਲੇ ਨੇ। ਉਹ ਨਵੀਂ ਨਸਲ ਪਹਿਲੇ ਹੀ ਪੈਦਾ ਹੁੰਦੇ ਸਾਲ ਇਹਨਾਂ ਨੂੰ ਵੇਖ ਕੇ ਆਪਣੇ ਆਪ ਨੂੰ ਕਮਜ਼ੋਰ ਤੇ ਆਪਣੇ ਆਪ ਨੂੰ ਬੇਬਸ ਤੇ ਉਹਨਾਂ ਲੋਕਾਂ ਨੂੰ ਆਪਣਾ ਖੁਦਾ ਸਮਝਣਾ ਸ਼ੁਰੂ ਕਰ ਦਿੰਦੀ ਹੈ। ਇਤਨਾ ਬੜਾ ਵੀ ਇਸ ਚੀਜ਼ ਦਾ ਨੁਕਸਾਨ ਹੈਗਾ। ਇਹ ਇੱਕ ਅਲੱਗ ਮਜ਼ਮੂਨ ਹੈਗਾ, ਲੇਕਿਨ ਆਪਣੇ ਜ਼ਿਹਨ 'ਚ ਰੱਖਿਆ ਜੇ, ਇਹਦੇ ਤੇ ਥੋੜਾ ਗੌਰ ਕਰਿਆ ਜੇ। ਇੱਥੋਂ ਇਸ ਗੱਲ ਦਾ ਕੀ ਸਮਝ ਆਈ? ਇਸ਼ਕ ਦੀ ਹੱਦ ਤੱਕ ਕਿ ਇਹਨਾਂ ਨੂੰ ਮੁਹੱਬਤ ਕਰਨਾ ਵੀ ਇਹਦਾ ਕਿ ਜਾਦੂ ਉਹ ਤੇ ਮਜ਼ਮੂਨ ਦਾ ਥੋੜੀ ਇੱਕ ਸਾਈਡ ਤੇ ਨਾ ਆਪਾਂ ਜੇ ਮੈਂ ਗੱਲ ਕਰਕੇ ਰਿਹਾ, ਇਹਦੀ ਸਮਝ ਆ ਗਈ ਨਾ। ਅੱਛਾ, ਪਹਿਲੀ ਚੀਜ਼ ਸਮਝ ਆ ਗਈ। ਹੁਣ ਅੱਗੇ ਆ ਜਾਓ ਦੂਜੇ ਨੰਬਰ ਤੇ। ਦੂਜੇ ਨੰਬਰ ਤੇ ਕੀ ਹੈ ਜੀ? ਉਹ ਵਾ ਹੱਥ ਦੀ ਸਫਾਈ। ਪਹਿਲੇ ਨੰਬਰ ਤੇ ਜਾਦੂ ਕਿਹਨੂੰ ਸਮਝਿਆ ਜਾਏਗਾ? ਟੈਕਨੋਲੋਜੀ ਨੂੰ। ਕਿਉਂ ਸਮਝਿਆ ਜਾਏਗਾ? ਕਿ ਅਗਲਾ ਬੰਦੇ ਦੀ ਇਲਮੀ ਸਲਾਹੀਅਤ ਤੋਂ ਬਾਲਾਤਰ ਅਮਲ ਹੋਏਗਾ ਔਰ ਉਸ ਨਵੇਂ ਅਮਲ ਨੂੰ ਦੇਖ ਕੇ ਉਹ ਬੰਦਾ ਮੁਤਾਸਰ ਹੋਏਗਾ, ਔਰ ਜਦੋਂ ਉਹਦੇ ਕੋਲੇ ਉਹਨੂੰ ਬਿਆਨ ਕਰਨ ਵਾਸਤੇ ਕੋਈ ਚੀਜ਼ ਨਹੀਂ ਹੋਏਗੀ ਤਾਂ ਉਹਨੂੰ ਜਾਦੂ ਸਮਝੇਗਾ। ਨੰਬਰ 1। ਨੰਬਰ 2 ਆ ਗਿਆ ਜੀ ਕਹਿ ਲਓ ਕਿ ਹੱਥ ਦੀ ਸਫਾਈ। ਹੱਥ ਦੀ ਸਫਾਈ ਕੀ ਆ ਕਿ ਤੁਸੀਂ ਆਪਣੇ ਹੱਥ ਦੇ ਵਿੱਚ ਇਸ ਤਰੀਕੇ ਨਾਲ ਸਿੱਕਾ ਛੁਪਾ ਕੇ ਅਗਲੇ ਬੰਦੇ ਨੂੰ ਦਿਖਾਓ, ਅਗਲਾ ਬੰਦਾ ਸਮਝੇ ਕਿ ਜਾਦੂ ਹੋ ਗਿਆ ਜੀ, ਪਤਾ ਨਹੀਂ ਕਿੱਥੋਂ ਸਿੱਕਾ ਲਿਆ ਤਾਂ। ਗੱਲ ਫਿਰ ਉੱਥੇ ਆ ਗਈ, ਉਸ ਬੰਦੇ ਦੀ ਇੱਕ ਜੁਮਲਾ ਹੈ, ਇੱਕ ਛੋਟਾ ਜਿਹਾ ਜੁਮਲਾ ਹੈ, ਕਹਿੰਦੇ ਜਿਹੜੀ ਸਮਝ ਆ ਜਾਏ ਉਹ ਸਾਇੰਸ ਹੈ, ਜਿਹੜੀ ਨਾ ਸਮਝ ਆਏ ਉਹ ਮੌਜ ਪੂਰਾ। ਤੇ ਦੁਨੀਆਵੀ ਲਿਹਾਜ਼ ਨਾਲ ਜਦੋਂ ਇੱਕ ਚੀਜ਼ ਨੂੰ ਮੈਂ ਨਹੀਂ ਸਮਝ ਸਕਦਾ, ਅਗਲੇ ਬੰਦੇ ਨੇ ਮੇਰੀ ਅੱਖਾਂ ਤੇ ਇਸ ਤਰੀਕੇ ਨਾਲ ਮਿੱਟੀ ਪਾਈ ਆ, ਉਹਨੇ ਇਸ ਤਰੀਕੇ ਨਾਲ ਸ਼ੁਭਤਾਬਾਜ਼ੀ ਕੀਤੀ ਆ ਕਿ ਉਹਨੇ ਟੋਪੀ 'ਚੋਂ ਕਬੂਤਰ ਕੱਢ ਲਿਆ, ਹਾਲਾਂਕਿ ਕਬੂਤਰ ਟੋਪੀ ਦੇ ਵਿੱਚ ਇਸ ਤਰੀਕੇ ਨਾਲ ਛੁਪਾਇਆ ਹੁੰਦਾ ਜਿਹੜਾ ਵਕਤੀ ਤੌਰ ਤੇ ਨਜ਼ਰ ਨਹੀਂ ਆ ਰਿਹਾ ਹੁੰਦਾ, ਉਹ ਇਸ ਕਿਸਮ ਦੀ ਤੈਅ ਬਣਾਈ ਹੁੰਦੀ ਆ, ਉਹ ਹੁੰਦੀ ਹੱਥਾਂ ਦੀ ਸਫਾਈ। ਇਹਨੂੰ ਕਿਹਾ ਜਾਂਦਾ ਹੱਥ ਦੀ ਸਫਾਈ। ਅੱਗੇ ਆ ਗਈ ਤੀਸਰੀ ਕਿਸਮ। ਜਿਹੜੀ ਤੀਸਰੀ ਕਿਸਮ ਆ ਉਹ ਵਾ ਨਫਸੀਆਤ, ਇਲਮੇ ਨਫਸੀਆਤ, ਮਾਹਿਰ ਨਫਸੀਆਤ ਹੋਣਾ। ਮਾਹਿਰ ਨਫਸੀਆਤ ਹੋਣ ਤੋਂ ਕੀ ਮੁਰਾਦ ਹੈ ਕਿ ਇੱਕ ਬੰਦਾ ਹੈ, ਉਹਨੇ ਇਲਮੇ ਨਫਸੀਆਤ ਦੇ ਵਿੱਚ PhD ਕਰ ਲਈ ਜੀ। ਉਹਦੇ ਵਿੱਚ ਉਹਨੇ ਕੀ ਸਿੱਖਿਆ ਜੀ ਕਿ ਕਿਸ ਤਰੀਕੇ ਨਾਲ ਇੱਕ ਮੁਜਰਮ ਜੁਰਮ ਨੂੰ ਛੁਪਾਉਣ ਦੀ ਕੋਸ਼ਿਸ਼ ਕਰਦਾ ਹੈ, ਔਰ ਉਹਨਾਂ ਨੇ ਹਜ਼ਾਰਾਂ ਮੁਜਰਮਾਂ ਦੇ ਜੇਲ੍ਹ ਦੇ ਵਿੱਚ ਬਹਿ ਕੇ ਕੇਸਾਂ ਨੂੰ ਸਮਝ ਕੇ, ਮੁਤਾਲਾ ਕਰਕੇ, ਸਟੱਡੀ ਕਰਕੇ ਨਤੀਜੇ ਕੱਢੇ ਕਿ ਐਵੇਂ ਦਾ ਮੁਜਰਮ ਐਵੇਂ ਦੀ ਹਰਕਤ ਕਰੇਗਾ। ਇਹ ਹਰਕਤਾਂ ਮੁਮਕਿਨਾ ਤੌਰ ਤੇ ਮੁਜਰਮ ਕਰ ਸਕਦੇ ਨੇ। 10 ਤੋਂ 20 ਤੋਂ 40 ਹਰਕਤਾਂ ਹਜ਼ਾਰ ਮੁਜਰਮਾਂ ਦੀ ਲਿਸਟ ਵਿੱਚੋਂ ਕੱਢਣਗੇ ਕਿ ਇਹ ਮੁਮਕਿਨਾ ਹਰਕਤਾਂ ਕਰ ਸਕਦਾ ਮੁਜਰਮ ਬੰਦਾ। ਫਿਰ ਜਦੋਂ ਮੁਜਰਮ ਬੰਦਾ ਸਾਹਮਣੇ ਆਉਂਦਾ, ਉਹ ਸਵਾਲ ਇਸ ਤਰੀਕੇ ਨਾਲ ਕਰਦੇ ਨੇ ਕਿ ਮੁਜਰਮ ਫੜਿਆ ਜਾਂਦਾ ਹੈ। ਜਦੋਂ ਮੁਜਰਮ ਫੜਿਆ ਜਾਂਦਾ ਹੈ, ਹੁਣ ਉਹ ਬੰਦਾ ਜਿਹਨੇ ਇਹ ਨਹੀਂ ਕੁਝ ਪੜ੍ਹਿਆ ਆ, ਇਲਮੇ ਨਫਸੀਆਤ ਨਹੀਂ ਪੜ੍ਹਿਆ ਆ, ਉਹਦੇ ਵਾਸਤੇ ਵਾਹ ਜੀ ਵਾਹ ਕਮਾਲ ਕਰਤਾ, ਪੁਲਿਸ ਵਾਲੇ ਨੇ ਮਿੰਟ 2 ਲਾਏ, ਉਹਨੇ ਚੋਰ ਐਵੇਂ ਬਾਹਰ ਕੱਢਿਆ ਜਿਵੇਂ ਕਹ ਲਓ ਕਿ ਆਟੇ 'ਚੋਂ ਵਾਲ ਕੱਢੀਦਾ ਜੀ। ਐਡੀ ਸਫਾਈ ਨਾਲ ਚੋਰ ਫੜ ਲਿਆ ਉਹਨੇ। ਕਿਉਂ ਜੀ? ਕਿਉਂਕਿ ਉਹਨੂੰ ਇਸ ਚੀਜ਼ ਦੀ ਟ੍ਰੇਨਿੰਗ ਮਿਲੀ ਹੁੰਦੀ ਹੈ। ਇਸੇ ਵਾਸਤੇ ਜੇ 에ਅਰਪੋਰਟ ਤੇ ਖੜੇ ਹੁੰਦੇ ਨੇ, 에ਅਰਪੋਰਟ ਤੇ ਇਨਵੈਸਟੀਗੇਸ਼ਨ ਕਰਨ ਵਾਲੇ, ਉਹਨਾਂ ਨੂੰ ਬੰਦੇ ਦੀ ਚਾਲ ਢਾਲ ਤੋਂ ਪਤਾ ਲੱਗ ਜਾਂਦਾ ਹੁੰਦਾ, ਤੇ ਬੰਦੇ ਦੀ ਗੁਫ਼ਤਗੂ ਤੋਂ ਪਤਾ ਲੱਗ ਜਾਂਦਾ ਹੁੰਦਾ ਕਿ ਪਸੀਨਾ ਆ ਰਿਹਾ, ਬੰਦਾ ਗਲਤ ਕੁਝ ਛੁਪਾ ਰਿਹਾ, ਬੰਦੇ ਦੀ ਦਿਲ ਦੀ ਧੜਕਨ ਤੇਜ਼ ਆ। ਕੈਮਰਿਆਂ ਦੇ ਵਿੱਚ ਉਹਨਾਂ ਦਾ ਬਕਾਇਆ ਤੌਰ ਤੇ ਐਸਾ ਸੈਂਸਰ ਹੁੰਦਾ ਜਿਹੜਾ ਬੰਦੇ ਦੀ ਜਿਸਮ ਦੀ ਹੀਟ ਕੈਚ ਕਰਦਾ ਹੈ। ਉਹ ਦੇਖਦੇ ਕਿ ਇਸ ਬੰਦੇ ਦਾ ਜਿਸਮ ਗਰਮ ਜ਼ਿਆਦਾ ਹੈ, ਇਹ ਜ਼ਿਆਦਾ ਗਰਮੀ ਦੀ ਵਜ੍ਹਾ ਤੋਂ ਮੁਮਕਿਨ ਆ ਕਿ ਇਹਨੂੰ ਅਗਰ ਬੁਖਾਰ ਨਹੀਂ ਹੈਗਾ, ਠੀਕ ਹੈ, ਕਿਉਂਕਿ ਬੰਦਾ ਸਹੀ ਤੁਰ ਫਿਰ ਰਿਹਾ, ਇਹ ਬੁਖਾਰ ਨਹੀਂ ਗਾ, ਤੇ ਇਹਦਾ ਮਤਲਬ ਹੈ ਕਿ ਬੰਦੇ ਨੇ ਕੋਈ ਹੋਰ ਕੰਮ ਕੀਤਾ ਹੈ ਜੋ ਕਿ ਗਲਤ ਹੈਗਾ, ਤੇ ਜਿਹਨੂੰ ਛੁਪਾਉਣ ਦੀ ਕੋਸ਼ਿਸ਼ ਕਰ ਰਿਹਾ, ਜਿਹਦੀ ਵਜ੍ਹਾ ਤੋਂ ਘਬਰਾਹਟ ਹੋ ਰਹੀ ਹੈ, ਤੇ ਘਬਰਾਹਟ ਦੀ ਵਜ੍ਹਾ ਤੋਂ ਜਿਸਮ ਦੀ ਹੀਟ ਵੱਧ ਜਾਂਦੀ ਆ, ਜਿਸਮ ਗਰਮ ਹੋ ਜਾਂਦਾ ਜ਼ਿਆਦਾ, ਜਿਹਦੀ ਵਜ੍ਹਾ ਤੋਂ ਉਹ ਚੋਰ ਨੂੰ ਫੜ ਲੈਂਦੇ ਨੇ। ਅੱਛਾ, ਹੋਰ ਵੀ ਕਈ ਟੈਕਨੀਕਸ ਨੇ, ਮੈਂ ਜ਼ਿਆਦਾ ਬੈਸਟ ਨਹੀਂ ਜਾਣਾ। ਅੱਛਾ, ਇਲਮੇ ਨਫਸੀਆਤ। ਇਲਮੇ ਨਫਸੀਆਤ ਦੀ ਇੱਕ ਤੇ ਇਹ ਕਿਸਮ ਹੋ ਗਈ। ਦੂਸਰੀ ਕਿਸਮ ਇਹ ਹੋ ਗਈ ਆ ਕਿ ਤੁਸੀਂ ਅਗਲੇ ਬੰਦੇ ਨੂੰ ਗੱਲਾਂ ਹੀ ਇਸ ਤਰੀਕੇ ਨਾਲ ਸੁਣਾਓ ਕਿ ਆਪਣਾ ਮਤਲਬ ਕੱਢ ਲਓ, ਤੇ ਅਗਲੇ ਬੰਦੇ ਨੂੰ ਉਦੋਂ ਪਤਾ ਲੱਗੇ ਕਿ ਬਈ ਮੈਨੂੰ ਤੇ ਜਿਹੜਾ ਹੈ ਨਾ ਐਵੇਂ ਨਹੀਂ ਕਰਨਾ ਚਾਹੀਦਾ ਸੀ, ਤੇ ਮੈਂ ਹੁਣ ਕੀ ਕਰਾਂ। ਇਹਨੂੰ ਕਿਹਾ ਜਾਂਦਾ ਹੈ ਇਲਮੇ ਨਫਸੀਆਤ। ਇੰਗਲਿਸ਼ ਦੀ ਜਿਹੜੀ ਟਰਮ ਹੈਗੀ ਆ ਉਹਨੂੰ ਕਹਿੰਦੇ ਨੇ ਸਾਈਕੋਲੋਜੀਕਲ ਮੈਨੀਪੂਲੇਸ਼ਨ, ਕਿ ਅਗਲੇ ਬੰਦੇ ਨੂੰ ਜ਼ਿਹਨੀ ਤੌਰ ਤੇ ਗੱਲਾਂ ਦੇ ਵਿੱਚ ਇਸ ਤਰੀਕੇ ਨਾਲ ਕੰਟਰੋਲ ਕਰ ਲੈਣਾ ਕਿ ਆਪਣਾ ਮਤਲਬ ਉਹਦੇ ਕੋਲ ਲੈ ਲੈਣਾ। ਉਸ ਤੋਂ ਬਾਅਦ ਆ ਗਿਆ ਜੀ ਚੌਥੇ ਨੰਬਰ ਤੇ ਕਿਸਮ। ਚੌਥੀ ਜਿਹੜੀ ਕਿਸਮ ਆ ਉਹ ਬੜੀ ਅਹਿਮ ਆ ਤੇ ਬੜੀ ਸਮਝਣ ਵਾਲੀ ਹੈ ਤੇ ਬੜੀ ਹੀ ਤਵੱਜੋ ਦੀ ਹੱਕਦਾਰ ਆ। ਕਾਪੀ ਪੈਨਸਲ ਨੇੜੇ ਰੱਖ ਲਓ, ਕਿਉਂਕਿ ਦਲਾਇਲ ਵੀ ਸਮਝਣੇ ਪੈਣੇ ਨੇ ਤੇ ਮਸਾਇਲ ਵੀ ਸਮਝਣੇ ਪੈਣੇ ਨੇ। ਚੌਥੇ ਨੰਬਰ ਤੇ ਜਿਹੜੀ ਕਿਸਮ ਆ ਉਹ ਕਿਹੜੀ ਹੈ ਜੀ? ਰਸੂਲੁल्लाह सल्लल्लाहु अलैहि वसल्लम ने ਸਾਨੂੰ ਇੱਕ ਦੁਆ ਸਿਖਾਈ ਹੈ, ਅਊਜ਼ੁ ਬਿਕਲਿਮਾਤਿल्लाहि ਤਾम्माति ਮਿਨ ਸ਼ਰरि ਮਾ ਖਲਕ। ਅਸੀਂ ਅੱਲਾਹ ਕੋਲੋਂ ਪਨਾਹ ਮੰਗਦੇ ਹਾਂ, ਅਊਜ਼ੁ ਬਿੱਲਾਹਿ ਮਿਨਸ਼ ਸ਼ੈਤਾਨਿਰ ਰਜੀਮ, ਅਊਜ਼ੁ ਬਿੱਲਾਹਿ ਸਮੀਲ ਅਲੀਮ। ਜਿਵੇਂ ਵੀ ਅੱਲਾਹ ਰੱਬੁਲ ਇਜ਼्ज़त ਕੋਲੋਂ ਪਨਾਹ ਮੰਗਣੀ ਹੋਏ, ਸਾਨੂੰ ਦੁਆਵਾਂ ਦਾ ਪਤਾ ਹੈਗਾ ਕਿ ਅਊਜ਼ੁ ਬਿੱਲਾਹਿ, ਬਾ ਤੋਂ ਬਾਅਦ ਲਫ਼ਜ਼ ਅੱਲਾਹ ਆਉਂਦਾ ਹੈ ਤੇ ਅੱਲਾਹ ਸਾਡੀ ਪਨਾਹ ਦੀ ਜਗ੍ਹਾ ਹੁੰਦੀ।
ਆਊਜ਼ ਬੇਸਿਕਲੀ ਲਫ਼ਜ਼ ਤਾਬੂਜ਼ ਜਿਹੜਾ ਨਾ ਇਹ ਆਇਆ ਹੈ ਜਿਵੇਂ ਇੱਕ ਦਰਖਤ ਜਿਹੜਾ ਆਊਜ਼ ਹੈ ਨਾ ਲਫ਼ਜ਼ ਆਊਜ਼ ਇਹ ਅਸਲ 'ਚ ਇਹਦਾ ਲਫ਼ਜ਼ੀ ਮਾਨਾ ਇਹ ਬਣਦਾ ਕਿ ਜਿਵੇਂ ਇੱਕ ਦਰਖਤ ਖੁਸ਼ਕ ਹੋ ਕੇ ਉਹਦੀ ਛਿੱਲ ਜਿਹੜੀ ਆਕੜ ਕੇ ਤੇ ਖੁਸ਼ਕ ਹੋ ਕੇ ਡਿੱਗਣ ਵਾਲੀ ਹੁੰਦੀ ਲੇਕਿਨ ਮਸਾਂ ਚਿਮੜੀ ਹੁੰਦੀ ਹੈ, ਉਸ ਸੁੱਕੀ ਛਿੱਲ ਨੂੰ ਵੀ ਆਊਜ਼ ਕਿਹਾ ਜਾਂਦਾ ਹੈ ਜਿਹੜੀ ਦਰਖਤ ਨਾਲ ਮਸਾਂ ਚਿਮੜੀ ਹੋਈ ਹੈ। ਤੇ ਮਤਲਬ ਇਹ ਆ ਕਿ ਆਪਣੇ ਆਪ ਨੂੰ ਬਚਾਉਣ ਵਾਸਤੇ ਕਿਸੇ ਐਸੀ ਬੁਲੰਦ ਹਸਤੀ ਦੇ ਨਾਲ ਚਿਮੜ ਜਾਣਾ ਜਾਂ ਉਹਦੇ ਕੋਲੋਂ ਪਨਾਹ ਲੈ ਲੈਣਾ। ਪਨਾਹ ਤਾਂ ਸਾਨੂੰ ਲਫ਼ਜ਼ ਪਤਾ ਹੀ ਹੈ, ਇਸ ਨੂੰ ਤਾਬੂਜ਼ ਕਿਹਾ ਜਾਂਦਾ ਹੈ। ਹੁਣ ਅਸੀਂ ਇੱਕ ਪਨਾਹ ਲੈਣੇ ਅੱਲਾਹ ਕੋਲੋਂ। ਦੁਆ ਨੇ ਸਾਨੂੰ ਸਿਖਾਇਆ ਆਊਜ਼ੂ ਬਿਕਾਲਿਮਾਤਿल्लाह ਬਿਕਾਲਿਮਾਤਿल्लाह ਆਊਜ਼ੂ ਬਿल्लाहि ਮਿਨ ਸ਼ਰਰੀ ਮਾ ਖਲਕ ਨੀਗਾ ਆਊਜ਼ੂ ਬਿਕਾਲਿਮਾਤਿल्लाहि ਤਾਮਾਤਿ ਮਿਨ ਸ਼ਰਰੀ ਮਾ ਖਲਕ। ਅੱਲਾਹ ਦੇ ਮੁਕੰਮਲ ਕਲਿਮਾਤ ਤੋਂ ਮੈਂ ਹਰ ਉਸ ਚੀਜ਼ ਦੇ ਸ਼ਰ ਤੋਂ ਪਨਾਹ ਮੰਗਦਾ ਜਿਹੜੀ ਅੱਲਾਹ ਨੇ ਪੈਦਾ ਕੀਤੀ। ਹੁਣ ਇਹਦਾ ਮਤਲਬ ਇਹ ਆ ਕਿ ਜੇ ਅੱਲਾਹ ਦੇ ਕਲਿਮਾਤ ਇਨਸਾਨ ਨੂੰ ਪਨਾਹ ਦੇ ਸਕਦੇ ਨੇ, ਬਚਾ ਸਕਦੇ ਨੇ, ਤੇ ਇਹਦਾ ਮਤਲਬ ਹੈ ਫਿਰ ਕੁਛ ਕਲਿਮਾਤ ਐਸੇ ਵੀ ਨੇ ਜਿਹੜਾ ਇਨਸਾਨ ਦਾ ਨੁਕਸਾਨ ਵੀ ਕਰ ਸਕਦੇ ਨੇ। ਮਿਸਾਲ ਦੇ ਤੌਰ ਤੇ ਜਿਹੜੇ ਕਲਿਮਾਤ ਨੁਕਸਾਨ ਦੇ ਸਕਦੇ ਨੇ ਇਹਦੀਆਂ ਨੇ ਦੋ ਕਿਸਮਾਂ। ਪਹਿਲੀ ਕਿਸਮ ਜਿਹਨੂੰ ਵਕਤੀ ਤੌਰ ਤੇ ਆਪਾਂ ਜਾਦੂ ਕਹਿ ਕੇ ਇੱਕ ਸਾਈਡ ਤੇ ਰੱਖ ਦਿੰਦੇ, ਇੱਥੇ ਆਪਾਂ ਬਹਿਸ ਕਰਨੀ ਕਿਉਂਕਿ ਇਹਨੂੰ ਵਕਤ ਚਾਹੀਦਾ। ਦੂਜੀ ਜਿਹੜੀ ਕਿਸਮ ਆ ਨਾ ਆਪਾਂ ਐਵੇਂ ਕਹਿੰਦੇ ਦੂਜੀ ਜਾਦੂ ਕਰ ਲੈਂਦੇ। ਪਹਿਲੀ ਕਿਸਮ ਆ ਅਲਫਾਜ਼, ਜ਼ਾਹਰੀ ਅਲਫਾਜ਼। ਜ਼ਾਹਰੀ ਅਲਫਾਜ਼ ਹੈਗੀ ਗਾਲ, ਦੁੱਖ ਦਿੰਦੀ ਹੈ। ਗਾਲ ਦਾ ਗੁਨਾਹ ਕਿਉਂ ਆ? ਕਿਆ ਲਫ਼ਜ਼ ਗਾਲ ਜੁਮਲਾ ਹੈ, ਗਾਲ ਵਾਲਾ ਲਫ਼ਜ਼ ਹੈ, ਕਿਆ ਉਹਦਾ ਗੁਨਾਹ ਵਾ ਜਾਂ ਲਫ਼ਜ਼ ਗਾਲ ਤੁਸੀਂ ਕੱਢ ਕੇ ਜਦੋਂ ਕਿਸੇ ਬੰਦੇ ਨੂੰ ਅਜ਼ੀਅਤ ਦਿੰਦੇ ਹੋ ਤੇ ਉਹਨੂੰ ਜਿਹੜੀ ਦਿਲੀ ਤੌਰ ਤੇ ਤਕਲੀਫ ਮਿਲਦੀ ਆ ਉਸ ਤਕਲੀਫ ਦੀ ਮਿਕਦਾਰ ਤੇ ਗੁਨਾਹ ਮਿਲਦਾ ਹੈ? ਦੱਸੋ ਜੀ, ਲਾ ਲਿਓ। ਜਿਹੜੀ किस पर तकलीफ देती जाएगी उस पे गुनाह होगा। जज़ाकुमुल्लाह खैर जी, जितनी तकलीफ पहुंचेगी उतना ही गुनाह मिलेगा। हुण एक तो हो गया जी इल्जाम तलाशी, झूठ, गाली, बहुतान तलाशी, अगले बंदे नू महफिल दे विच जलील करना बिला वजह। हुण ਜ਼ਾਹਰੀ ਤੌਰ ਤੇ ਜਿਸਮ ਦਾ ਨੁਕਸਾਨ ਨਹੀਂ ਹੋਇਆ, ਨਾ ਤਾਂ ਉਹਦੀ ਬਾਂਹ ਟੁੱਟ ਗਈ ਬੇਇੱਜ਼ਤੀ ਕਰਵਾ ਕੇ, ਠੀਕ ਹੈ, ਨਾ ਉਹਦੀ ਲੱਤ ਟੁੱਟ ਗਈ, ਨਾ ਉਹਦੇ ਸਿਰ 'ਚ ਖੂਨ ਨਿਕਲਣ ਲੱਗਿਆ ਤੇ ਨਾ ਉਹਦੇ ਨਕਸੀਰ ਫੁੱਟ ਗਈ। ਹੁੰਦਾ ਕੀ ਆ, ਉਹਦਾ ਜ਼ਹਿਨ ਅਜ਼ੀਅਤ 'ਚ ਜਾਂਦਾ ਹੈ। ਐਸੀ ਪਹਿਲੀ ਕਿਸਮ। ਅੱਛਾ, ਹੁਣ ਜਦੋਂ ਬੰਦੇ ਨੂੰ ਜ਼ਹਿਨੀ ਤੌਰ ਤੇ ਅਜ਼ੀਅਤ ਮਿਲੇ, ਜ਼ਹਿਨੀ ਤੌਰ ਤੇ ਅਜ਼ੀਅਤ ਮਿਲੇ, ਉਹਦਾ ਫਿਰ ਕੀ ਇਲਾਜ ਆ? ਮੈਨੂੰ ਕਿਸੇ ਬੰਦੇ ਨੂੰ ਜ਼ਹਿਨੀ ਤੌਰ ਤੇ ਅਜ਼ੀਅਤ ਦਿੱਤੀ, ਮੈਂ ਉਹਦਾ ਕੀ ਕਰਾਂਗਾ? ਹੁਣ ਜਿਸ ਬੰਦੇ ਦਾ ਇਲਾਜ ਹੋਣਾ ਨਾ, ਇਹਦੀਆਂ ਨੇ ਦੋ ਕਿਸਮਾਂ ਕੀ ਆਪਾਂ ਤਿੰਨ ਕਰ ਲੈਂਦੇ। ਪਹਿਲੇ ਨੰਬਰ ਤੇ ਆ ਗਏ ਜੀ ਮੁਨਾਫਿਕ ਜਾਂ ਕਾਫਰ, ਉਹਨੂੰ ਬਾਹਰ ਕੱਢ ਦਿਓ, ਉਹ ਗਰੁੱਪ 'ਚ ਨਹੀਂ। ਦੂਜੇ ਨੰਬਰ ਤੇ ਜਿਹੜੀ ਕਿਸਮ ਆ ਨਾ ਉਹ ਆ ਗਏ ਜੀ ਮੁਸਲਮਾਨ। ਤੇ ਤੀਜੀ ਜਿਹੜੀ ਕਿਸਮ ਆ ਉਹ ਨੇ ਮੋਮਨ, ਕਿਉਂਕਿ ਸਾਡੇ ਮੁਸਲਮਾਨ ਅਕਸਰ ਨੇ ਤੇ ਮੈਂ ਮੁਸਲਮਾਨ ਦਾ ਗਰੁੱਪ ਅਲੱਗ ਰੱਖਿਆ ਹੈ ਤੇ ਹਕੀਕੀ ਮੋਮਨ ਦਾ ਮੈਂ ਗਰੁੱਪ ਅਲੱਗ ਰੱਖਿਆ ਹੈ। ਕਿਉਂ ਜੀ? ਦੱਸੋ ਆਪਣੀ ਕੱਲ ਕੀ ਗੱਲ ਹੋਈ ਸੀਗੀ? ਯਾਦ ਰੱਖਿਆ ਜੀ ਮੁਨਾਫਿਕ ਤੇ ਕਾਫਰ ਮੁਸਲਮਾਨ ਨਹੀਂ ਗਏ। ਇਹ ਯਾਦ ਰੱਖ ਲਓ, ਮੁਨਾਫਿਕ ਤੇ ਕਾਫਰ ਮੁਸਲਮਾਨ ਨਹੀਂ ਗਏ ਤੇ ਉਹਨਾਂ ਨੂੰ ਮੁਸਲਮਾਨਾਂ ਦੀ ਕੈਟਾਗਰੀ 'ਚ ਸ਼ਾਮਲ ਵੀ ਨਹੀਂ ਕੀਤਾ ਜਾ ਸਕਦਾ। ਹਾਂ, ਮੁਸਲਮਾਨ ਇਸਲਾਮ ਦੇ ਵਿੱਚ ਦੋ ਕਿਸਮਾਂ ਨੇ, ਮੋਮਨ ਤੇ ਮੁਸਲਮਾਨ, ਇਹਨਾਂ ਦੀ ਦੋ ਅਲੱਗ-ਅਲੱਗ ਕਿਸਮਾਂ। ਠੀਕ ਹੈ, मुसलमान तो मोमन दे दूसरी डॉक्टर दी मिसाल देती सी, मरीज दे देती सी। ਦੋਹਾਂ ਮਿਸਾਲ चार पांच ਦੋਹਾਂ ਮਿਸਾਲਾਂ, ਇੱਕ ਦੋ ਮਿਸਾਲਾਂ ਦੇ ਦਿਓ ਤਾਂ ਕਿ ਬਾਕੀ ਦੋਸਤਾਂ ਨੂੰ ਫਾਇਦਾ ਹੋ ਜਾਵੇ। ਮਿਸਾਲ ਦੇ ਤੌਰ ਤੇ ਕੋਈ ਇੱਕ ਮਰੀਜ਼ ਆਂਦਾ ਮੁਸਲਮਾਨ ਡਾਕਟਰ ਕੋਲੇ ਤੇ ਉਹਨੂੰ ਚੈੱਕਅਪ ਕਰਦਾ ਹੈ ਤੇ ਉਹਦੀ ਚੈੱਕਅਪ ਕਰਨ ਤੋਂ ਬਾਅਦ ਫੀਸ ਵੀ ਮਾਰ ਲੈਂਦਾ ਹੈ। ਹਾਲਾਂਕਿ ਉਹਨੂੰ ਕੋਈ ਬਿਮਾਰੀ ਨਹੀਂ ਨਿਕਲਦੀ, ਲੇਕਿਨ ਉਹ ਆਪਣੀ ਫੀਸ ਲੈ ਕੇ ਤੇ ਉਹਨੂੰ ਕੋਈ ਚਾਰ ਕੁ ਦਵਾਈਆਂ ਜਿਹੜੀਆਂ ਲਿਖ ਦਿੰਦਾ ਹੈ। ਕੋਈ ਇੱਕ ਦੋ ਉਹਨੂੰ ਮੁਆਫਕ ਹੁੰਦੀਆਂ, ਕੋਈ ਦੋ ਤਿੰਨ ਵੱਧ ਲਿਖ ਦਿੰਦਾ ਹੈ ਤੇ ਇਹ ਮੁਸਲਮਾਨ ਹੈ। ਕਿਉਂ ਲਿਖ ਦਿੰਦਾ? ਕਿਉਂ ਲਿਖ ਦਿੰਦਾ? ਵਜ੍ਹਾ ਕੀ ਹੈ ਪਿੱਛੇ? ਤਾਂ ਕਿ ਜਿਹੜੇ ਨਾ ਲੋਕ ਇਹ ਦੇਖਣ ਵੀ ਡਾਕਟਰ ਤਾਂ ਬੜਾ ਕਾਬਿਲ ਤਰੀਨ ਹੈ, ਵੀ ਜਿਹਨੇ ਜਿਹੜਾ ਨਾ ਇੰਨੀ ਤਸ਼ਖੀਸ ਕੀਤੀ ਹੈ ਤੇ ਉਹਨੂੰ ਕੋਈ ਨਾ ਕੋਈ ਸਮਝ ਆਈ ਹੈ ਤਾਂ ਉਹਨੇ ਇੰਨੀਆਂ ਦਵਾਈਆਂ ਲਿਖ ਦਿੱਤੀਆਂ ਨੇ ਨਾ। ਅੱਛਾ, ਤੇ ਉਹਦੇ ਪਿੱਛੇ ਵਜ੍ਹਾ ਕੀ ਕਿਉਂ ਇਹ ਕੰਮ ਕਰਨਾ ਪਿਆ? ਯਾਨੀ ਡਾਕਟਰ 'ਚ ਬਿਮਾਰੀ ਕੀ ਪਾਈ ਜਾਂਦੀ ਹੈ? ਡਾਕਟਰ 'ਚ ਕਿਹੜੀ ਬਿਮਾਰੀ ਪਾਈ ਜਾਂਦੀ ਹੈ ਇਸਲਾਮ ਦੇ ਬਾਰੇ? ਉਹਦਾ ਅੱਲਾਹ ਤਾਲਾ ਤੇ ਯਕੀਨ ਨਹੀਂ ਨਾ ਹੈਗਾ। ਹਾਂ, ਮੋਮਨ ਪਾਉਣ ਦੇ ਵਿੱਚ ਇਮਾਨ ਵਾਲਾ ਨਹੀਂ ਇਹ ਜਜ਼ਾ ਹੈਗਾ ਜਿਹੜਾ ਉਹਨੂੰ ਕਰਨਾ ਚਾਹੀਦਾ ਸੀ। ਤੇ ਇੱਕ ਜਿਹੜਾ ਦੂਸਰਾ ਮੋਮਨ ਹੈ ਉਹ ਇਹ ਸਮਝਦਾ ਵੀ ਜਦੋਂ ਚੈੱਕਅਪ ਕਰਦਾ ਨਾ ਤੇ ਉਹ ਇਹ ਸਮਝਦਾ ਹੈ ਕਿ ਯਾਰ ਜਿਹੜਾ ਨਾ ਇਹਨੂੰ ਮਰੀਜ਼ ਮਰਦ ਨਹੀਂ ਹੈਗੀ, ਸਿਰਫ ਉਹਦੀ ਟੈਨਸ਼ਨ ਲਈ ਕੋਈ ਮਾੜਾ ਮੋਟਾ ਹੈ ਤੇ ਆ ਇੰਨੀ ਕੀ ਚੀਜ਼ ਨਾਲ ਲੈਂਦਾ ਨਾ ਸਰ ਦੇਗਾ ਤੇ ਲਾਜ਼ਮੀ ਜ਼ਿਆਦਾ ਪੈਸੇ ਲਗਾਉਣ ਦੇ ਇਹਨੂੰ ਕਿਉਂ ਜ਼ਿਆਦਾ ਲਗਾਈਏ ਤੇ ਜ਼ਿਆਦਾ ਕਰੀਏ। ਇਹ ਇੱਕ ਮਰੀਜ਼ ਹੈ ਹੀ ਨਹੀਂ ਲੇਕਿਨ ਉਹ ਆਇਆ ਹੈ, ਉਹਨੂੰ ਚੈੱਕਅਪ ਕੀਤਾ ਤੇ ਡਾਕਟਰ ਨੇ ਆਖਿਆ ਵੀ ਯਾਰ ਤੈਨੂੰ ਕੋਈ ਬਿਮਾਰੀ ਨਹੀਂ ਤੇ ਤੇਰੀ ਫੀਸ ਯਾਰ ਜਿਹੜੀ ਨੇ ਨਹੀਂ ਬਣਦੀ ਤੇ ਲਿਹਾਜ਼ਾ ਤੂੰ ਬਸ ਆ ਜਾ ਕੇ ਤੇ ਆ ਹੀ ਬਸ ਕਰ ਲੈ ਤੇ ਤੂੰ ਠੀਕ ਹੋ ਜਾਏਗਾ। ਇਹ ਯਾਨੀ ਕਿ ਉਹਨੇ ਸਿਰਫ ਅੱਲਾਹ ਤਾਲਾ ਤੇ ਈਮਾਨ ਰੱਖਦਾ ਹੈ ਵੀ ਯਾਰ ਜਿੰਨਾ ਕੁ ਕੋਈ ਇਹਨੂੰ ਹੋਣਾ ਚਾਹੀਦਾ ਉਹਨਾਂ ਕੁ ਮੁਆਵਜ਼ਾ ਲਵੇ ਤੇ ਜਦੋਂ ਨਹੀਂ ਉਹਨੂੰ ਬਿਮਾਰੀ ਤਾਂ ਫਿਰ ਫੀਸ ਕਿਸ ਚੀਜ਼ ਦੀ ਉਹਨੂੰ ਵੈਸੇ ਭੇਜ ਦਿੰਦਾ। ਇਹ ਤੁਸੀਂ ਮੋਮਨ ਦੀ ਮਿਸਾਲ ਦਿੱਤੀ। ਅੱਛਾ ਜੀ, ਮਾਸ਼ਾਅੱਲਾ। ਇਸ ਤੋਂ ਇਲਾਵਾ ਕੋਈ ਹੋਰ ਮਿਸਾਲ ਵੀ ਦੇ ਦਿਓ। ਇੱਕ ਉਹ ਮੋਟਰਸਾਈਕਲ ਦੀ ਮਿਸਾਲ ਦਿੱਤੀ ਸੀ ਕਿ ਇੱਕ ਆਦਮੀ ਗਿਆ ਮਕੈਨਿਕ ਦੀ ਵੀ ਜਿਹੜਾ ਨਾ ਮੋਟਰਸਾਈਕਲ ਲੈ ਕੇ ਗਿਆ ਤੇ ਉਹ ਜਿਹੜਾ ਨਾ
ਜਾਂ ਤਾਂ ਅੱਲਾ ਖੈਰ ਕਰੇ ਚੀਜ਼ ਹੀ ਬਦਲ ਦੇਣੀ ਹੈ, ਤੇ ਜਾਂ ਇੱਕ ਦੀ ਜਗ੍ਹਾ ਤੇ ਦੋ ਪੈਸੇ ਕਰਦੇ ਨੇ, ਇਹ ਵੀ ਮੁਸਲਮਾਨ ਹੈ। ਇੱਕ ਬੋਬਨ ਆਦਮੀ ਉਹਨੇ ਖੋਲਿਆ ਟਾਇਰ, ਇਹ ਉਹ ਕੀਤਾ ਨਹੀਂ, ਕੋਈ ਨਕਸ ਨਿਕਲਿਆ, तो उन्हें आगे भी तेरी कोई चीज़ है मैं चोरी नहीं मेरी बनती, लिहाजा तू लै जा बा ठीक है तेरा मर्जी। ਯਾਨੀ ਮੁਸਲਮਾਨ ਬੰਦੇ ਨੂੰ ਜ਼ਾਹਰੀ ਤੌਰ ਤੇ ਜੇ ਮੁਸਲਮਾਨ ਆ, ਉਹਦਾ ਚੁੱਕਿ ਅੱਲਾਹ ਤਾਂ ਈਮਾਨ ਨਹੀਂ ਹੁੰਦਾ, ਤੇ ਉਹ ਆਪਣੇ ਨੁਕਸਾਨ ਦੀ ਉਹਨੂੰ ਬੜੀ ਫਿਕਰ ਹੁੰਦੀ ਆ, ਆਪਣੇ ਨੁਕਸਾਨ ਦੀ ਬੜੀ ਫਿਕਰ ਹੁੰਦੀ ਆ। ਦੂਜੀ ਸਾਈਡ ਤੇ ਜਿਹੜਾ ਮੂਮਨ ਹੈ, ਮੂਮਨ ਬੰਦਾ ਕੀ ਕਰਦਾ ਹੈ? ਮੂਮਨ ਬੰਦੇ ਨੂੰ ਅੱਲਾਹ ਤਾਲਾ ਤੇ ਯਕੀਨ ਹੁੰਦਾ ਹੈ, ਉਹ ਕਿਸੇ ਬੰਦੇ ਦਾ ਹੱਕ ਨਹੀਂ ਖਾਂਦਾ, ਕਿਸੇ ਬੰਦੇ ਤੋਂ ਜ਼ੁਲਮ ਨਹੀਂ ਕਰਦਾ। ਅਗਰ ਉਹਦੇ ਤੋਂ ਬਿਹਤਰ ਕੋਈ ਹੱਕਦਾਰ ਮੌਜੂਦ ਹੋਵੇ ਤਾਂ ਉਹ ਆਪਣਾ ਹੱਕ ਛੱਡ ਦਿੰਦਾ ਹੈ। ਗੱਲ ਸਮਝ ਆਈ? ਕਿਉਂ? ਉਹ ਮੂਮਨ ਹੈ। ਮੂਮਨ ਸਬਰਮੰਦ ਹੁੰਦਾ ਹੈ, ਮੂਮਨ ਬੇਸਬਰਾ ਨਹੀਂ ਹੁੰਦਾ, ਮੂਮਨ ਰਸ਼ ਨਹੀਂ ਕਰਦਾ, ਯਾਨੀ ਜਲਦੀ ਨਹੀਂ ਮਚਾਉਂਦਾ, ਮੂਮਨ ਤਹਮਲ ਤੋਂ ਕੰਮ ਲੈਂਦਾ ਹੈ, ਮੂਮਨ ਭੁੱਖਾ ਨਹੀਂ ਹੁੰਦਾ, ਮੂਮਨ ਹਮੇਸ਼ਾ ਰੱਜਿਆ ਹੁੰਦਾ ਹੈ, ਮੂਮਨ ਇਤਦਾਲ ਪਸੰਦ ਹੁੰਦਾ ਹੈ, ਮੂਮਨ ਕਦੇ ਵੀ ਆਪਣੇ ਫਾਇਦੇ ਨੂੰ ਲੋਕਾਂ ਤੇ ਮੁਕੱਦਮ ਨਹੀਂ ਰੱਖਦਾ, ਆਪਣੇ ਲੋਕਾਂ ਨੂੰ ਆਪਣੀ ਜ਼ਾਤ ਤੇ ਮੁਕੱਦਮ ਰੱਖੇਗਾ, ਲੋਕਾਂ ਦੇ ਫਾਇਦੇ ਨੂੰ ਆਪਣੇ ਫਾਇਦੇ ਤੇ ਮੁਕੱਦਮ ਰੱਖੇਗਾ। ਕਿਉਂ? ਉਹ ਮੂਮਨ ਹੈ। ਹੁਣ ਉਹ ਜਿਸ ਬੰਦੇ ਨੂੰ ਮਹਿਫਲ ਦੇ ਵਿੱਚ ਅਜ਼ੀਅਤ ਪਹੁੰਚੀ ਆ, ਇਹਦੀਆਂ ਨੇ ਦੋ ਕਿਸਮਾਂ, ਇੱਕ ਆ ਮੂਮਨ ਜਿਹਨੂੰ ਅਜ਼ੀਅਤ ਪਹੁੰਚੀ ਆ, ਇੱਕ ਆ ਮੁਸਲਮਾਨ ਜਿਹਨੂੰ ਅਜ਼ੀਅਤ ਪਹੁੰਚੀ। ਜਿਹੜਾ ਮੁਸਲਮਾਨ ਸੀ ਉਹਨੇ ਕਿਹਾ ਇਹ ਤੇ ਹੋ ਹੀ ਨਹੀਂ ਸਕਦਾ, ਮੇਰੀ ਇਸ ਬੰਦੇ ਨੇ ਇੱਜ਼ਤ ਖਰਾਬ ਕੀਤੀ, ਮੇਰਾ ਨੱਕ ਟਾਤ। ਉਹ ਇੰਤਕਾਮ ਲੈਣ ਵਾਸਤੇ ਹਰ ਮੁਮਕਿਨ ਕੋਸ਼ਿਸ਼ ਕਰੇਗਾ ਔਰ ਉਹ ਆਪਣੀ ਤਦਬੀਰ ਖੁਦ ਲੜਾਏਗਾ। ਸੋਚਿਆ ਜੇ, ਗੌਰ ਕਰਿਆ ਜੇ। ਤੇ ਜਦੋਂ ਬੰਦਾ ਕਿਸੇ ਦੇ ਖਿਲਾਫ ਬਹਿ ਕੇ ਤਦਬੀਰਾਂ ਕਰਨੀਆਂ ਸ਼ੁਰੂ ਕਰ ਦੇਵੇ ਤੇ ਅੱਲਾਹ ਰੱਬੁਲ ਇੱਜ਼ਤ ਨੇ ਫਰਮਾਇਆ ਇन्ना बअद दन्नी इस्मुन, ਇਹ ਰਨ ਗੁਮਾਨ ਨੀਗਾ ਕਿ ਅਗਲੇ ਤੁਰੇ ਬੰਦੇ ਦੀ ਜਾਨ ਦੇ ਬਾਰੇ ਗੁਮਾਨ ਕਰ ਲਿਆ, ਉਹ ਤੇ ਹੈ ਹੀ ਆ। ਕਿਸੇ ਦੇ ਖਿਲਾਫ ਬੁਰੀ ਤਦਬੀਰ ਕਰਨ ਵਾਸਤੇ ਟਾਈਮ ਕੱਢਣਾ ਜਾਂ ਟਾਈਮ ਜ਼ਾਇ ਕਰਨਾ ਜਾਂ ਤਦਬੀਰਾਂ ਕਰਦੇ ਰਹਿਣਾ, ਇਹ ਵੀ ਜ਼ਾਨ ਹੈ ਔਰ ਇਹ ਗੁਨਾਹ ਹੈ। ਕਿਉਂਕਿ ਮੁਸਲਮਾਨ ਸੀ, ਮੂਮਨ ਨਹੀਂ ਸੀ, ਅੱਲਾਹ ਤੇ ਈਮਾਨ ਨਹੀਂ ਸੀਗਾ, ਅੱਲਾਹ ਤੇ ਯਕੀਨ ਨਹੀਂ ਸੀਗਾ। ਤੇ ਉਹਨੇ ਸੋਚਿਆ ਕਿ ਮੈਂ ਕੋਈ ਇੰਤਕਾਮ ਲੈਣ ਦਾ ਤਰੀਕਾ ਸੋਚਾਂ, ਔਰ ਉਹਨੇ ਇੰਤਕਾਮ ਦੀ ਪਲੈਨਿੰਗ ਦੇ ਦੌਰਾਨ ਆਪਣੀਆਂ ਨਮਾਜ਼ਾਂ ਵੀ ਖਰਾਬ ਕੀਤੀਆਂ। ਠੀਕ ਹੈ, ਆਪਣੇ ਆਪ ਨੂੰ ਡਿਪਰੈਸ਼ਨ ਦਾ ਮਰੀਜ਼ ਵੀ ਕੀਤਾ, ਆਪਣੇ ਘਰ ਦੇ ਵਿੱਚ ਬੇਸਕੂਨੀ ਵੀ ਖੜੀ ਕੀਤੀ, ਆਪਣੇ ਰਿਸ਼ਤੇਦਾਰਾਂ ਨੂੰ ਪਰੇਸ਼ਾਨ ਵੀ ਕੀਤਾ। ਕਿਉਂ ਜੀ? ਸ਼ਿਕਵੇ ਕਰਕੇ। ਇਹ ਸੀ ਮੁਸਲਮਾਨ। ਅੱਗੇ ਆ ਗਿਆ ਜੀ ਮੂਮਨ ਬੰਦਾ, ਬੰਦੇ ਮੂਮਨ ਦੀ ਵੀ ਬੇਇੱਜ਼ਤੀ ਹੋਈ, ਮਹਿਫਲ ਦੇ ਵਿੱਚ ਬੇਇੱਜ਼ਤੀ ਹੋਈ, ਠੀਕ ਹੈ ਨਾ, ਉਹਦੇ ਤੇ ਇਲਜ਼ਾਮ ਲੱਗੇ, ਹਰ ਗੱਲ ਹੋਈ। ਮੂਮਨ ਬੰਦਾ ਘਬਰਾਉਂਦਾ ਨਹੀਂ। ਕਿਉਂ? ਜੇ ਤੇ ਉਹਦਾ ਜੁਰਮ ਹੈ ਤੇ ਜੁਰਮ ਤਸਲੀਮ ਕਰ ਲੇਗਾ। ਕਿਉਂ? ਉਹਦਾ ਅੱਲਾਹ ਤਾਲਾ ਤੇ ਯਕੀਨ ਆ। ਜਿਵੇਂ ਕਿ ਇੱਕ ਸਹਾਬੀਆ ਆਈ ਰਸੂਲੁल्लाह ਸੱਲਮ ਕੋਲੇ, ਇੱਕ ਸਹਾਬੀਆ ਆਈ ਰਸੂਲੁल्लाह सल्लल्लाहु अलैहि वसल्लम ਕੋਲੇ, ਆ ਕੇ ਕਹਿਣ ਲੱਗੀ ਯਾ ਰਸੂਲੁल्लाह ਮੈਂ ਗੁਨਾਹ ਕਰ ਲਿਆ, ਸਜ਼ਾ ਦਿਓ। ਸਜ਼ਾ ਦੇ ਦਿੱਤੀ ਗਈ ਜੀ। ਰਸੂਲੁल्लाह सल्लल्लाहु अलैहि वसल्लम ਨੇ ਫਰਮਾਇਆ ਇਸ ਔਰਤ ਦੀ ਤੌਬਾ ਅਗਰ ਪੂਰੇ ਮਦੀਨੇ ਤੇ ਤਕਸੀਮ ਕਰ ਦਿੱਤੀ ਜਾਏ ਜਾਂ ਮਦੀਨੇ ਦੇ ਕਿਤਨੇ ਲੋਕਾਂ ਤੇ 70 ਲੋਕਾਂ ਤੇ ਕੀ ਹੋਏਗਾ? ਸਾਰੇ ਲੋਕਾਂ ਦੀ ਮਾਫੀ ਦਾ ਸਬਬ ਬਣ ਜਾਏਗੀ। ਉਹ ਕੀ ਕਰਦਾ? ਮੂਮਨ ਬੰਦਾ ਆਪਣਾ ਜੁਰਮ ਤਸਲੀਮ ਕਰ ਲੈਂਦਾ, ਉਹਦੇ ਤੇ ਅਨਾ ਤੇ ਆਕੜ ਦਾ ਮਸਲਾ ਹੀ ਨਹੀਂ ਹੁੰਦਾ। ਅੱਗੇ ਆ ਗਈ ਦੂਸਰੀ ਕਿਸਮ ਮੂਮਨ ਦੀ, ਉਹਦੇ ਤੇ ਉਹਨੇ ਜੁਰਮ ਕੀਤਾ ਹੀ ਨਹੀਂ, ਉਹਦੇ ਤੇ ਇਲਜ਼ਾਮ ਲੱਗ ਰਿਹਾ ਹੈ। ਉਹ ਕੀ ਕਰਦਾ ਹੈ? ਇੰਤਕਾਮ ਦਾ ਨਹੀਂ ਸੋਚਦਾ। ਕਿਉਂ ਨਹੀਂ ਸੋਚਦਾ? ਅਬੂ ਬਕਰ ਸਿੱਦੀਕ ਰਜ਼ੀਅੱਲਾਹੁ ਤਆਲਾ ਅਨ, ਉਹਨਾਂ ਨੇ ਇੱਕ ਕਾਫਰ ਨੇ ਅਬੂ ਬਕਰ ਸਿੱਦੀਕ ਰਜ਼ੀਅੱਲਾਹੁ ਤਆਲਾ ਗਾਲਾਂ ਦੇਣੀ ਸ਼ੁਰੂ ਕਰਤੀਆਂ। ਰਸੂਲੁल्लाह सल्लल्लाहु अलैहि वसल्लम ਗੁਜ਼ਰਦੇ ਕੋਲੇ ਰੋਕੇ, ਉਹ ਬਕਵਾਸ ਕੀਤੀ ਆ ਰਿਹਾ, ਅਬੂ ਬਕਰ ਸਿੱਦੀਕ ਰਜ਼ੀਅੱਲਾਹੁ ਤਆਲਾ ਸੁਣੀ ਆ ਰਹੇ ਨੇ। ਅਚਾਨਕ ਹੀ ਅਬੂ ਬਕਰ ਸਿੱਦੀਕ ਰਜ਼ੀਅੱਲਾਹੁ ਤਆਲਾ ਅਨਹੁ ਨੇ ਜਦੋਂ ਬਰਦਾਸ਼ਤ ਨਾ ਆਈ ਤੇ ਮੂੰਹ ਖੋਲਿਆ ਤੇ ਰਸੂਲੁल्लाह ਸੱਲਮ ਚੱਲ ਪਏ। ਹਦੀਸ ਦਾ ਪਤਾ ਹੈ ਤੇ ਰਸੂਲੁल्लाह सल्लल्लाहु अलैहि वसल्लम ਨੇ ਕੀ ਫਰਮਾਇਆ ਫਿਰ? ਅਬੂ ਬਕਰ ਸਦੀਕ ਰਜ਼ੀ ਅੱਲਾਹ ਤਾਲਾ ਨੂੰ ਕਹਿਣ ਲੱਗੇ ਅੱਲਾਹ ਦੇ ਨਬੀ ਵੀ ਜਦੋਂ ਉਹ ਕਹਿੰਦਾ ਰਿਹਾ ਕੁਝ ਬੁਰਾ ਭਲਾ ਕਹਿੰਦਾ ਰਿਹਾ, ਤੁਸੀਂ ਸੁਣਦੇ ਰਹੇ, ਖੜੇ ਰਹੇ, ਜਦੋਂ ਮੈਂ ਬੋਲਿਆ ਤੇ ਤੁਸੀਂ ਚਲੇ ਗਏ ਜੀ। ਤੇ ਆਪਨੇ ਫਰਮਾਇਆ ਕਿ ਜਦੋਂ ਤੁਸੀਂ ਖਾਮੋਸ਼ ਹੋ ਨਾ ਉਦੋਂ ਤੁਹਾਡੀ ਤਰਫੋਂ ਫਰਿਸ਼ਤੇ ਜਿਹੜਾ ਨਾ ਉਹਨਾਂ ਨੂੰ ਜਵਾਬ ਦੇ ਰਹੇ ਸਨ, ਲੇਕਿਨ ਤੁਸੀਂ ਜਿਹੜਾ ਬੋਲੇ ਜੇ ਤੇ ਤੁਸੀਂ ਜਿਹੜਾ ਇਸ ਵਜ੍ਹਾ ਤੋਂ ਮੈਂ ਫਿਰ ਚਲਾ ਗਿਆ। ਹੁਣ ਸਮਝ ਆ ਗਈ ਕਿ ਤੁਸੀਂ ਬੋਲਿਓ ਤੇ ਅੱਲਾਹ ਦੇ ਰਹਿਮਤ ਵਾਲੇ ਫਰਿਸ਼ਤੇ ਵੀ ਚਲੇ ਗਏ ਤੇ ਮੈਂ ਵੀ ਚਲਾ ਗਿਆ। ਹਾਂਜੀ, ਹੁਣ ਪਤਾ ਕੀ ਚੱਲਿਆ ਕਿ ਮੂਮਨ ਬੰਦਾ ਇੰਤਕਾਮ ਨਹੀਂ ਲੈਂਦਾ, ਮੂਮਨ ਬੰਦਾ ਦਿਲ ਤੇ ਗੱਲਾਂ ਨਹੀਂ ਲੈਂਦਾ। ਦੇ ਰਿਹਾ ਜੇ ਉਹ ਜੋ ਗੱਲ ਕਹਿ ਰਿਹਾ ਸੀ ਉਹ ਜਵਾਬ ਦੇ ਰਿਹਾ ਸੀ, ਕੀ ਕਹਿ ਰਿਹਾ ਸੀ ਫਰਿਸ਼ਤਾ? ਨਹੀਂ, ਉਹ ਫਰਿਸ਼ਤੇ ਸੀ ਨਾ, ਮਤਲਬ ਕਿ ਉਹਦੇ ਬਦਲੇ ਸਬਰ ਦੇ ਬਦਲੇ ਅਜਰ ਲਿਖਿਆ ਜਾ ਰਿਹਾ ਸੀਗਾ, ਸਬਰ ਦੇ ਬਦਲੇ ਅਜਰ ਲਿਖਿਆ ਜਾ ਰਿਹਾ ਸੀ। ਜੋ ਹੀ ਉਹਨਾਂ ਨੇ ਮੂੰਹ ਖੋਲਿਆ ਤੇ ਉਹਨਾਂ ਦੇ ਅਜਰ ਦਾ ਸਿਲਸਿਲਾ ਬੰਦ ਹੋ ਗਿਆ। ਕਿਉਂਕਿ ਜਦੋਂ ਤੁਸੀਂ ਇੰਤਕਾਮ ਦਾ ਸੋਚ ਲੈਂਦੇ ਹੋ ਨਾ ਤੇ ਤੁਹਾਡੇ ਨਾਲ ਅੱਲਾਹ ਤਾਲਾ ਦੀ ਰਹਿਮਤ ਤੇ ਅੱਲਾਹ ਤਾਲਾ ਦਾ ਤਾਵਨ ਉਹ ਪਿੱਛੇ ਹਟ ਜਾਂਦਾ ਹੈ। ਕਿਉਂਕਿ ਹੁਣ ਤੁਸੀਂ ਮਾਮਲਾ ਆਪਣੇ ਹੱਥ 'ਚ ਲੈ ਲਿਆ ਤੇ ਅੱਲਾਹ ਤਾਲਾ ਨਹੀਂ ਚਾਹੁੰਦੇ ਕਿ ਤੁਸੀਂ ਤੁਹਾਡੇ ਰਸਤੇ 'ਚ ਰੁਕਾਵਟ ਬਣੇ। ਹੁਣ ਤੁਸੀਂ ਚਾਹੁੰਦੇ ਹੋ ਤੇ ਕਰ ਲਓ, ਇੰਤਕਾਮ ਲੈ ਲਓ। ਅੱਛਾ, ਹੁਣ ਆ ਜਾਓ ਜੀ, ਕੀ ਹੈ ਜੀ ਭਲਾ? ਪਹਿਲੀ ਕਿਸਮ ਸਮਝ ਆ ਗਈ ज़हनी अज़ियत ਦੀ। ਇੱਕ ਹਦੀਸ ਹੋਰ ਸੁਣ ਲਓ, रसूलुल्लाह सल्लल्लाहु अलैहि वसल्लम ने फरमाया अल मुस्लिम मन सलिम अल मुस्लिमून मिन लिसानी। सवाल है कि मिन लिसानी पहले का तो आया, ये ला लो।
ਹੱਥਾਂ ਦੇ ਜ਼ਖਮਾਂ ਨਾਲੋਂ ਜ਼ੁਬਾਨ ਦਾ ਜ਼ਖਮ ਜ਼ਿਆਦਾ ਗਹਿਰਾ ਹੁੰਦਾ ਹੈ। ਤੇ ਉਹ ਜ਼ਖਮ ਹੁੰਦਾ ਕਿੱਥੇ ਆ? ਜ਼ੁਬਾਨ ਹਿੱਲਣੀ ਹੈ ਤੇ ਮੇਰੀ ਹੱਥਾਂ ਨੇ ਕੰਮ ਕਰਨਾ ਹੈ। ਨਹੀਂ, ਬਾਅਦ ਦਫਾ ਜ਼ੁਬਾਨ ਨਹੀਂ ਹਿੱਲਦੀ, ਹੱਥ ਚੱਲ ਜਾਂਦਾ ਹੈ। ਜੀ ਲਾ ਲਿਓ, ਹੁਣ ਦੱਸੋ ਭਲਾ ਕਿ ਜ਼ੁਬਾਨ ਪਹਿਲੇ ਕਾਹਤੋਂ ਲਫ਼ਜ਼ ਆਇਆ? ਜਿਵੇਂ ਕਿ ਸ਼ਾਕ ਸਾਹਿਬ ਨੇ ਕਿਹਾ ਕਿ ਇਹਦੇ ਵਿੱਚ ਜ਼ਿਹਨੀ ਅਜ਼ੀਅਤ ਜ਼ਿਆਦਾ ਹੈ। ਇਹ ਜ਼ੁਬਾਨ ਦਾ ਹਮਲਾ ਜ਼ਿਹਨੀ ਅਜ਼ੀਅਤ ਤੇ ਹੈ। ਅਲਹਮਦੁਲਿਲਾ ਹੁਣ ਮੈਂ ਜੁਮਲੇ ਕੁਝ ਬੋਲਣ ਲੱਗਾ, ਇਹ ਹੁਣ ਉਲਮਾਏ ਕਿਰਾਮ ਨੂੰ ਇਸ ਵਾਸਤੇ ਮੈਨੂੰ ਅਮਾਨਤਨ ਸੱਚ ਕਹਿਣਾ ਪੈਣਾ ਹੈ। ਸੱਸਾਂ ਨੂੰ ਬੜਾ ਪਤਾ ਹੈ ਕਿ ਨੌਵਾਂ ਨੂੰ ਤੇ ਜਵਾਈਆਂ ਨੂੰ ਕਿਸ ਤਰੀਕੇ ਨਾਲ ਨੁਕਰਾਂ ਲਾਣੀਆਂ ਨੇ। ਜਠਾਣੀਆਂ ਨੂੰ, ਦਰਾਣੀਆਂ ਨੂੰ, ਭਾਵੇਂ ਉਹ ਮੇਰੀਆਂ ਭੈਣਾਂ ਨੇ ਤੇ ਭਾਵੇਂ ਕਿਸੇ ਹੋਰ ਦੀਆਂ ਭੈਣਾਂ ਨੇ, ਭਾਵੇਂ ਮੇਰੀ ਬੀਵੀ ਹੈ ਤੇ ਭਾਵੇਂ ਕਿਸੇ ਹੋਰ ਦੀ ਬੀਵੀ, ਮੇਰੀ ਮਾਂ ਐਜ਼ ਏ ਕਿਸੇ ਦੀ ਸੱਸ ਆ ਜਾਂ ਮੈਂ ਕਿਸੇ ਦਾ ਜਵਾਈ ਆ ਜਾਂ ਕੋਈ ਮੇਰੀ ਸੱਸ ਆ, ਉਹਨਾਂ ਨੂੰ ਬੜਾ ਪਤਾ ਹੈ, ਬੜਾ ਵੱਲ ਆਂਦਾ ਹੈ। ਸਾਡੇ ਪਾਕਿਸਤਾਨ ਦੇ ਮੁਆਸ਼ਰੇ ਦੇ ਵਿੱਚ ਇਹ ਬੜੀ ਟ੍ਰੇਨਿੰਗ ਆ, ਬੜੀ ਆਲਾ ਕਿਸਮ ਦੀ ਟ੍ਰੇਨਿੰਗ ਆ ਕਿ ਕਿਸ ਤਰੀਕੇ ਨਾਲ ਨੁਕਰਾਂ ਲਾਣੀਆਂ ਨੇ। ਤੇ ਮਕਸਦ ਕੀ ਹੁੰਦਾ ਹੈ? ਜ਼ਿਹਨੀ ਅਜ਼ੀਅਤ। ਅਸੀਂ ਭੁੱਲ ਜਾਂਦੇ ਆ, ਮੈਂ ਤਾਂ ਕੁਝ ਕਿਹਾ ਹੀ ਨਹੀਂ। ਅੱਲਾਹੁ ਅਕਬਰ। ਇਹ ਤੂੰ ਨਹੀਂ, ਇਹ ਮੈਂ ਨਹੀਂ ਇਸ ਚੀਜ਼ ਦਾ ਫੈਸਲਾ ਕਰਨਾ ਕਿ ਮੈਂ ਜੁਮਲਾ ਬੋਲਿਆ ਤੇ ਅਕਰਮ ਸਾਹਿਬ ਨੂੰ ਅਜ਼ੀਅਤ ਕਿੰਨੀ ਹੋਈ ਆ। ਇਹ ਅੱਲਾਹ ਤਾਲਾ ਨੇ ਫੈਸਲਾ ਕਰਨਾ ਤੇ ਅਕਰਮ ਸਾਹਿਬ ਦੇ ਦਿਲ ਨੇ ਦੱਸਣਾ ਹੈ। ਇਹ ਮੇਰੀ ਗੱਲ ਦਾ, ਯਾਨੀ ਮੈਂ ਨਹੀਂ ਕਹਿ ਸਕਦਾ ਮੈਂ ਤਾਂ ਕੁਝ ਕਿਹਾ ਹੀ ਨਹੀਂ, ਮੈਂ ਇੰਨਾ ਹੀ ਕਿਹਾ ਸੀ। ਇਹ ਕੋਈ ਤੁਰਨ ਦਾ ਤਰੀਕਾ ਜਾਂ ਇਹ ਕੀ ਕੀਤਾ ਹੋਇਆ, ਇਹ ਕੋਈ ਕੰਮ ਕਰਨ ਵਾਲਾ? ਮੈਂ ਤਾਂ ਬਸ ਇੰਨਾ ਹੀ ਕਿਹਾ ਸੀਗਾ। ਯਾਨੀ ਇਹ ਕੋਈ ਹਾਂਡੀ ਪਕਾਈ ਹੈ? ਕਿੰਨੀ ਅਜ਼ੀਅਤ ਹੋਈ ਇਸ ਨਾਲ ਇੱਕ ਔਰਤ ਨੂੰ, ਇੱਕ ਬੇਟੀ ਨੂੰ ਜਾਂ ਇੱਕ ਬੀਵੀ ਨੂੰ ਜਾਂ ਇੱਕ ਮਾਂ ਨੂੰ ਇਸ ਜੁਮਲੇ ਦੇ ਨਾਲ। ਮੈਂ ਜਦੋਂ ਤੁਹਾਡੇ ਘਰ ਆਇਆ, ਤੁਹਾਡੇ ਘਰ ਦਾ ਆਈ ਜੋ ਵੀ ਹੈ ਅਜ਼ੀਅਤ ਹੈ ਨਾ, ਅਜ਼ੀਅਤ ਮਕਸਦ ਤੇ ਅਜ਼ੀਅਤ ਦੇਣਾ ਨਾ ਜ਼ਿਹਨੀ ਤੌਰ ਤੇ। ਹੁਣ ਮੈਂ ਜਿੰਨਾ ਮਰਜ਼ੀ ਆਪਣੇ ਆਪ ਨੂੰ ਹਾਜੀ ਸਮਝ ਲਵਾਂ, ਜਿੰਨਾ ਜ਼ਿਕਰ ਜ਼ੁਬਾਨ ਦੀ ਵਜ੍ਹਾ ਤੋਂ ਮੇਰੇ ਇਰਦ ਗਿਰਦ ਮੁਸਲਮਾਨ ਮਹਿਫੂਜ਼ ਨਹੀਂ ਆਏ। ਔਰ ਸ਼ਰਤ ਵੇਖੋ ਕੀ ਆ, ਇਹ ਜੁਮਲਾ ਪਤਾ ਕੀ ਆ? ਕੁਛ ਕਹਿੰਦੇ ਮੈਨੂੰ ਨਾ ਕੋਈ ਅਜ਼ੀਅਤ ਦੇਵੇ। क्या हदीस का मतलब है? मुसलमान वो है जो बाकी लोगों की जुबान और हाथ से खुद महफूज रहे। क्या हदीस है? जुमला दोबारा सुना जी। क्या हदीस का तर्जमा है या अल मुस्लिम मन सलिम अल मुस्लिमून मिन लिसानिही व यदिही कि मुसलमान वो है जेड़ा खुद बाकी लोगों की जुबान तो ते हाथ तो महफूज रहे। या हदीस है कि मुसलमान वो है कि जेदी जुबान ते हाथ तो बाकी लोग महफूज रहन। ते एदा मतलब की बनया भला? दसो जी। अल्लाह लियो मतलब यही है कि ਤੁਹਾਨੂੰ ਤਕਲੀਫ ਆਉਂਦੀ ਰਹਿਣੀ ਹੈ, ਤੁਸੀਂ ਨਹੀਂ ਦੇਣੀ ਹੈ। हाँ जी, जज़ाकुम अल्लाह खैर। एक मतलब ये हो गया। दूसरा मतलब ਉਹਨਾਂ ਦੀ ਕੋਸ਼ਿਸ਼ ਹੋਣੀ ਚਾਹੀਦੀ ਮੇਰੇ ਤੋਂ ਦੂਸਰੇ ਨੂੰ ਤਕਲੀਫ जज़ाकुम अल्लाह खैर। अल्लाह ताला भला करे। मैनू तकलीफ आवे पर मेरी वजह तो किसी को तकलीफ ना होवे। क्यों? बाकियां दी तरफों मिलने वाली मैनू तकलीफ दा ते अजर मिलेगा, पर मेरी वजह तो मिलने वाली बाकियां नू तकलीफ दी मैनू सजा मिलेगी। फर्क ये है। ਇੱਥੇ ਇੱਕ ਰਿਵਾਜ ਆ ਕਿ ਤੁਹਾਨੂੰ ਕੋਈ ਗੱਲ ਕੀਤੀ ਨਾ ਤੇ ਤੁਹਾਨੂੰ ਸਮਝ ਨਹੀਂ ਨਾ ਆਈ, ਜਾਂ ਤੁਸੀਂ ਆਪਣੇ ਮੂੰਹ ਦੇ ਉਨਵਾਨਾਤ ਐਵੇਂ ਨਹੀਂ ਵਿਖਾਏ ਕਿ ਤੁਹਾਨੂੰ ਸਮਝ ਆ ਗਈ ਆ ਜਾਂ ਤੁਹਾਨੂੰ ਗੱਲ ਅੱਛੀ ਨਹੀਂ ਲੱਗੀ। ਯਾਨੀ ਉਨਵਾਨਾਤ ਤੋਂ ਮੂੰਹ ਕੁਝ ਨਹੀਂ ਬੋਲਿਆ। ਅਗਲਾ ਬੰਦਾ ਇੱਥੇ ਪਹਿਲੇ ਮਾਜ਼ਰਤ ਕਰੇਗਾ, ਫਿਰ ਆਪਣੀ ਗੱਲ ਦੁਹਰਾਏਗਾ, ਫਿਰ ਪੁੱਛੇਗਾ ਕਿ ਤੁਹਾਨੂੰ ਮੇਰੀ ਗੱਲ ਸਹੀ ਸਮਝ ਆਈ ਆ, ਤੇ ਜੇ ਸਹੀ ਸਮਝ ਆ ਗਈ ਤੇ ਤੁਹਾਡੀ ਕੀ ਰਾਏ ਆ। ਤੇ ਮੈਂ ਵੇਖ ਕੇ ਤੇ ਸਿਰ ਫੜ ਲਿਆ। ਮੈਂ ਕਿਹਾ ਕਿ ਜਿਤਨਾ ਪੇਂਡੂ ਤੇ ਜਾਹਲ ਮੈਂ ਇਨਸਾਨ ਆ, ਇਸ ਹਦੀਸ ਨੂੰ ਸਾਹਮਣੇ ਰੱਖ ਕੇ ਇੱਕ ਗੈਰ ਮੁਸਲਮਾਨ ਜਿਸ ਤਰੀਕੇ ਨਾਲ ਇੱਕ ਦੂਸਰੇ ਇਨਸਾਨ ਨਾਲ ਗੁਫ਼ਤਗੂ ਕਰ ਰਿਹਾ, ਜੋ ਕਿ ਮੁਸਲਮਾਨ ਨੂੰ ਕਰਨੀ ਚਾਹੀਦੀ ਸੀ, ਔਰ ਕਿਤਨੀ ਸ਼ਰਮ ਵਾਲੀ ਗੱਲ ਹੈ। ਹੋਣਾ ਕੀ ਚਾਹੀਦਾ ਹੈ ਸਾਨੂੰ? ਹਾਂਜੀ ਅੱਛਾ, ਨਾਲੇ ਅੱਲਾ ਮਾਫ ਕਰ। ਖੈਰ, ਜ਼ਿਹਨੀ ਅਜ਼ੀਅਤ ਦੀ ਗੱਲ ਹੋ ਗਈ। ਜ਼ਿਹਨੀ ਅਜ਼ੀਅਤ ਦਾ ਹੁਣ ਇਲਾਜ ਕਿਵੇਂ ਕਰਨਾ ਹੈ? ਆਪਾਂ ਹੁਣ ਜਾਦੂ ਵਾਲ ਨਹੀਂ ਗਏ। ਜ਼ਿਹਨੀ ਅਜ਼ੀਅਤ ਦਾ ਇਲਾਜ ਕਿਵੇਂ ਕਰਨਾ ਹੈ? ਪਹਿਲੇ ਨੰਬਰ ਤੇ ਸੀ ਮੁਸਲਮਾਨ, ਉਹਨੇ ਇਲਾਜ ਕਿਵੇਂ ਸੋਚਿਆ ਜ਼ਿਹਨੀ ਅਜ਼ੀਅਤ ਦਾ? ਇੰਤਕਾਮ। ਜ਼ਾਹਿਰ ਉਹਨੂੰ ਫਿਰ ਤਸੱਲੀ ਮਿਲੇਗੀ ਨਾ, ਉਹਨੂੰ ਸਕੂਨ ਮਿਲੇਗਾ ਇੰਤਕਾਮ ਲੈ ਕੇ। ਤੇ ਮੁਸਲਮਾਨ ਬੰਦਾ ਕਾਫਰ ਮੁਨਾਫਿਕ ਦੇ ਗਰੁੱਪ 'ਚ ਹੈ ਹੀ ਨਹੀਂ। ਆਪਾਂ ਤੇ ਕਾਫਰਾਂ ਤੇ ਮੁਨਾਫਿਕਾਂ ਦੀ ਗੱਲ ਹੀ ਨਹੀਂ ਕਰਦੇ ਪਏ। ਆਪਾਂ ਕਿਹਨਾਂ ਦੀ ਗੱਲ ਕਰਦੇ ਪਏ? ਆਪਾਂ ਗੱਲ ਕਰਦੇ ਪਏ ਮੁਸਲਮਾਨਾਂ ਦੀ। ਤੇ ਮੁਸਲਮਾਨ ਇਸਲਾਮ ਦੇ ਵਿੱਚ ਦੋ ਹੀ ਗਰੁੱਪ ਨੇ, ਜਾਂ ਮੂਮਨ ਨੇ ਤੇ ਜਾਂ ਮੁਸਲਮਾਨ ਨੇ। ਤੇ ਜਿਹੜੇ ਮੁਸਲਮਾਨ ਨੇ ਉਹ ਆਪਣੇ ਜ਼ਿਹਨੀ ਅਜ਼ੀਅਤ ਦਾ ਇਲਾਜ ਕਿਵੇਂ ਕਰਦੇ ਨੇ? ਗੱਲ ਤੇ ਫਿਰ ਉਹ ਡਾਕਟਰ ਵਾਲੀ ਆ ਗਈ ਕਿ ਡਾਕਟਰ ਨੇ ਸੋਚਿਆ ਕਿ ਬਈ ਮੈਨੂੰ ਪੈਸੇ ਚਾਹੀਦੇ ਆ, ਤੇ ਉਹਨੇ ਆਪਣੇ ਦਿਲ ਨੂੰ ਤਸੱਲੀ ਦਿੱਤੀ। ਕਿਵੇਂ? ਨਕਲੀ ਝੂਠੀ ਦਵਾਈ ਲੈ ਕੇ। ਐਵੇਂ ਜਿਹੜਾ ਮੁਸਲਮਾਨ ਸੀ ਉਹਨੇ ਆਪਣੀ ਇਸ ਜ਼ਿਹਨੀ ਅਜ਼ੀਅਤ ਦਾ ਇਲਾਜ ਕਰਨ ਵਾਸਤੇ ਕੀ ਸੋਚਿਆ? ਇੰਤਕਾਮ। ਤੇ ਇੰਤਕਾਮ ਦੇ ਫਿਰ ਦੋ ਤਰੀਕੇ, ਜੋ ਹੋਇਆ ਉਵੇਂ ਕਰ ਦਿਓ। ਤੇ ਦੂਜੀ ਸਾਈਡ ਤੇ ਫਿਰ ਅਸੀਂ ਪਾਕਿਸਤਾਨ ਹੋਣ ਦੇ ਨਾਤੇ ਨਾਲ ਇੱਕ ਜੁਮਲਾ ਬੋਲਦੇ ਹਾਂ, ਪਾਕਿਸਤਾਨੀ ਹੋਣ ਦੇ ਨਾਤੇ ਨਾਲ ਅਸੀਂ ਜਿੰਨਾ ਚਿਰ ਇੱਟ ਦਾ ਜਵਾਬ ਪੱਥਰ ਨਾਲ ਨਾ ਦਈਏ ਤੇ ਸਾਨੂੰ ਵੀ ਕੋਈ ਬੰਦੇ ਦਾ ਪੁੱਤਰ ਨਾ ਕੋਈ ਸਮਝੇ। ਔਰ ਫਿਰ ਬਦਕਿਸਮਤੀ ਤੇ ਜਹਾਲਤ ਦੀ ਇੰਤਹਾ ਦੇਖੋ। ਇਸ ਗੱਲ ਤੇ ਫਖਰ ਵੀ ਹੈ। ਇੱਕ ਔਰਤ ਦਾ ਆਪਰੇਸ਼ਨ ਹੋਇਆ ਜੀ, ਉਹਨੂੰ ਦਵਾਈ ਨਕਲੀ ਦੇ ਛੱਡੀ ਉਹਨਾਂ ਨੇ, ਔਰ ਸ਼ਾਰੂ ਸ਼ਾਹ ਪੈ ਗਿਆ। ਇਹ ਡਾਕਟਰ ਚੈੱਕ ਕਰਨ ਕਿ ਦਵਾਈ ਸਾਰੀ ਨਕਲੀ ਹੈ। ਬਸ ਪੁੱਛੋ, ਇਸ ਮਜ਼ਮੂਨ ਤੇ ਨਾ ਜਾਓ। ਮੇਰੇ ਕੋਲ ਬਹੁਤ ਕਹਾਣੀਆਂ ਨੇ, ਬੜੀਆਂ ਕਹਾਣੀਆਂ ਨੇ। ਯਕੀਨ ਕਰੋ, ਦਿਲ ਖੋਲਣ ਲੱਗ ਪੈਂਦਾ ਹੈਗਾ। ਖੈਰ, ਅੱਲਾਹ ਤਾਲਾ ਮਹਿਫੂਜ਼ ਕਰੇ।
ਅੱਲਾਹ ਤਾਲਾ ਸਾਡੀ ਹਿਫਾਜ਼ਤ ਫਰਮਾਏ, ਸਾਡੀਆਂ ਧੀਆਂ ਭੈਣਾਂ ਮਾਵਾਂ ਦੀ ਇੱਜ਼ਤ ਨੂੰ ਜਾਨ ਨੂੰ ਇਹ ਵਹਿਸ਼ੀ ਡਾਕਟਰਾਂ ਕੋਲੋਂ ਅੱਲਾਹ ਤਾਲਾ महफूज ਫਰਮਾਏ। ਅੱਛਾ ਖੈਰ, ਇਹ ਸੀ ਮੁਸਲਮਾਨ। ਤੇ ਮੁਸਲਮਾਨ ਨੇ ਕੀ ਪਤਾ ਕੀਤਾ ਆਪਣੇ ਦਿਲ ਦੀ ਤਸੱਲੀ ਵਾਸਤੇ? ਇਹ ਲਾ ਲਿਓ, ਇੱਥੇ ਇੱਕ ਸਵਾਲ ਹੈ ਜੀ, ਇਹ ਲਾ ਲਿਓ। ਜਿਵੇਂ ਵੀ ਅਗਰ ਇੱਕ ਨੂੰ ਅਜ਼ੀਅਤ ਤਕਲੀਫ ਪਹੁੰਚੀ ਹੈ ਤੇ ਹੈ ਮੁਸਲਮਾਨ ਹੈ, ਹੁਣ ਉਹ ਅਜ਼ੀਅਤ ਤਕਲੀਫ ਦਾ ਬਦਲਾ ਵੀ ਤਾਂ ਲੈ ਸਕਦੇ, ਇਸਲਾਮ ਇਜਾਜ਼ਤ ਦਿੰਦਾ ਵੀ ਬਦਲਾ ਲੈ ਸਕਦੇ ਜੀ। ਬਦਲੇ ਦੀ ਤਾਕਤ ਨਹੀਂ ਹੈਗੀ ਉਹਦੇ ਕੋਲ, ਠੀਕ ਹੈ। ਅੱਲਾਹ ਮਿਸਾਲ ਦੇ ਤੌਰ ਤੇ ਮੈਂ ਆ 2-4 ਦਿਨ ਹੋ ਗਏ ਵੀਡੀਓ ਦੇਖ ਰਿਹਾ ਥਾ, ਤੇ ਇੱਕ ਬੰਦੇ ਨੂੰ ਜਿਹੜਾ ਨਾ ਅਮੀਰ ਤਰੀਨ ਆਦਮੀ, ਉਹ ਵਿਚਾਰਾ ਰਕਸ਼ਾ ਚਲਾਉਂਦਾ ਸੀ, ਉਹਨੂੰ ਜਿਹੜਾ ਨਾ ਛੋਟੀਆਂ ਜਿਹਦੇ ਤੇ ਜਿਹੜੇ ਨਾ ਉਹਨਾਂ ਨਾਲ ਉਹਦੇ ਬਾਹਾਂ ਵੀ ਬੰਨੀਆਂ ਨੇ, ਲੱਤਾਂ ਵੀ ਬੰਨੀਆਂ ਨੇ, ਕਦੇ ਉਹਦੀ ਕਾੜ ਤੇ ਚੜ ਕੇ ਤੇ ਉਹ ਖੜਾ ਹੋ ਜਾਂਦਾ ਹੈ। ਉਹਦਾ ਕਸੂਰ ਕੀ ਸੀ? ਉਹਦਾ ਕਸੂਰ ਇਹ ਸੀ ਕਿ ਉਹਦੀ ਬੇਟੀ ਨੂੰ ਕਿਤੇ ਉਹਨੇ ਛੇੜਿਆ ਤੇ ਉਹਨੇ ਉਹ ਰਿਪੋਰਟ ਦੇ ਦਿੱਤੀ ਜਾ ਕੇ ਥਾਣੇ। ਉਹਨੇ ਇਸ ਵਜ੍ਹਾ ਤੋਂ ਉਹਨੂੰ ਇੰਨੀ ਸਜ਼ਾ ਦਿੱਤੀ, ਉਹਨੂੰ ਜਿਹੜੀ ਸਜ਼ਾ ਮਿਲੀ ਹੈ ਆਇਆ ਉਹ ਹੁਣ ਕਿਵੇਂ ਬਦਲਾ ਲਵੇ, ਉਹ ਕਿਸ ਤਰੀਕੇ ਨਾਲ ਉਹਨਾਂ ਉਹ ਕਰੇ, ਅਜ਼ੀਅਤ ਪਹੁੰਚੀ ਹੈ ਉਹ ਨਹੀਂ ਲੈ ਸਕਦਾ ਤਾਂ ਫਿਰ ਕੀ ਕਰੇ? ਇੰਤਕਾਮ ਇੱਕ ਮਜ਼ਮੂਨ ਹੈ ਬਕਾਇਦਾ ਤੌਰ ਤੇ। ਇਹਨੂੰ ਜੇ ਅੱਜ ਛੇੜ ਲਿਆ ਤੇ ਆਪਾਂ ਫਿਰ ਖਤਮ ਕਰ ਰਹੇ ਅਗਲਾ ਮਜ਼ਮੂਨ। ਹੁਣ ਇਹ ਇੰਤਕਾਮ ਨੂੰ ਆਪਾਂ ਲਿਖ ਕੇ ਰੱਖ ਲਈਏ, ਇਹ ਬਕਾਇਦਾ ਤੌਰ ਤੇ ਇੱਕ ਮਜ਼ਮੂਨ ਹੈ ਸ਼ੇਖ ਸਾਹਿਬ, ਔਰ ਇਹਦੇ ਤੇ ਆਪਾਂ ਨੂੰ ਬਕਾਇਦਾ ਤੌਰ ਤੇ ਅਲੱਗ ਘੰਟਾ ਲਾਣਾ ਪੈਣਾ ਹੈ। ਇਹ ਤੁਹਾਡਾ ਸਵਾਲ ਬਹੁਤ ਪਿਆਰਾ ਹੈ। ਮੈਂ ਇਸ ਗੱਲ ਨੂੰ ਨਹੀਂ ਸਮਝਦਾ। ਫਿਰ ਇੰਤਕਾਮ ਵਾਲੀ ਜਿਹੜੀ ਤੁਸੀਂ ਅਜ਼ੀਅਤ ਵਾਲੀ ਗੱਲ ਕਰ ਰਹੇ ਜੇ ਵੀ ਇਹਨੂੰ ਜਿਹੜਾ ਨਾ ਉਹ ਅਜ਼ੀਅਤ ਯਾਨੀ ਕਿ ਆਪਣੇ ਦਿਲ ਦੀ ਭੜਾਸ ਵਾਸਤੇ ਉਹ ਕਰੇਗੇ ਕਰੇ, ਫਿਰ ਆਪਾਂ ਨੂੰ ਨਹੀਂ ਸਮਝ ਨਹੀਂ ਆਣੀ ਜੇ ਅੱਗੇ ਜਾਂਦੇ ਹਾਂ। ਅੱਛਾ, ਇੰਤਕਾਮ ਦੇ ਵਿੱਚ ਮੈਂ ਥੋੜਾ ਇਸ਼ਾਰਾ ਦੇ ਦੇਵਾਂ। ਇੰਤਕਾਮ ਦੀਆਂ ਨੇ ਦੋ ਕਿਸਮਾਂ। ਪਹਿਲੇ ਨੰਬਰ ਤੇ ਇੰਤਕਾਮ ਹੈ ਮੁਸਲਮਾਨ ਦਾ ਕਾਫਰ ਦੇ ਖਿਲਾਫ, ਦੂਜਾ ਮੈਂ ਇੰਤਕਾਮ ਮੁਸਲਮਾਨ ਦਾ ਮੁਸਲਮਾਨ ਦੇ ਖਿਲਾਫ, ਔਰ ਤੀਜਾ ਮੁਸਲਮਾਨ ਦਾ ਰਿਸ਼ਤੇ ਦੇ ਖਿਲਾਫ ਹੈ, ਸੌਰੀ ਰਿਸ਼ਤੇਦਾਰ ਦੇ ਖਿਲਾਫ, ਯਾਨੀ ਬੇਟੇ ਤੇ ਜ਼ੁਲਮ ਬਾਪ ਦਾ ਜਾਂ ਬਾਪ ਤੇ ਜ਼ੁਲਮ ਬੇਟੇ ਦਾ। ਇਹ ਤਿੰਨ ਕੈਟਾਗਰੀਆਂ ਬਣ ਜਾਂਦੀਆਂ ਨੇ। ਇਹਨਾਂ ਨੂੰ ਫਿਰ ਕਿਵੇਂ ਹੈਂਡਲ ਕਰਨਾ ਨੇ, ਇਹਦੇ ਵਿੱਚ ਕਾਨੂੰਨ ਕਿੱਥੋਂ ਤੱਕ ਆਏਗਾ ਤੇ ਜ਼ਾਤੀ ਇੰਤਕਾਮ ਕਿੱਥੋਂ ਤੱਕ ਆਏਗਾ, ਇਹ ਮਜ਼ਮੂਨ ਹੈ ਅਲੱਗ। ਤਾਂ ਵੈਸੇ ਮੈਨੂੰ ਛੇੜਨਾ ਨਹੀਂ ਚਾਹੁੰਦਾ ਮਜ਼ਮੂਨ, ਤੁਹਾਡਾ ਸਵਾਲ ਬੜਾ ਪਿਆਰਾ ਹੈ। ਫਿਰ ਵਕਤ ਆਪਾਂ ਇਹਨੂੰ ਮੋਟੇ ਤੌਰ ਤੇ ਇਵੇਂ ਸਮਝ ਲਓ, ਐਸਾ ਜ਼ੁਲਮ ਨਹੀਂਗਾ ਹੁਣ ਕਿਹੜੇ ਜ਼ੁਲਮ ਤੇ ਇੰਤਕਾਮ ਲੈਣਾ ਤੇ ਕਿਹੜੇ ਜ਼ੁਲਮ ਤੇ ਇੰਤਕਾਮ ਨਹੀਂ ਲੈਣਾ, ਇਹ ਵੀ ਇੱਕ ਸਵਾਲ ਹੈ। ਕੱਲਾ ਇੰਤਕਾਮ ਹੀ ਨਾ, ਕਿੱਥੇ ਇੰਤਕਾਮ ਲੈਣਾ ਤੇ ਕਿੱਥੇ ਨਹੀਂ ਇੰਤਕਾਮ ਲੈਣਾ। ਕਿਆ ਮੈਂ ਗਾਲੀ ਦਾ ਜਵਾਬ ਗਾਲੀ 'ਚ ਦੇ ਸਕਦਾ ਇਸਲਾਮ ਦੇ ਵਿੱਚ? ਨਹੀਂ। ਜਿਹਦਾ ਮਤਲਬ ਹੈ ਕਿ ਜਿੰਨੀ ਬਕਵਾਸੀਆਤ ਨੇ ਇਹਨਾਂ ਦਾ ਇੰਤਕਾਮ ਨਹੀਂ ਹੈਗਾ, ਇਹਦਾ ਇੰਤਕਾਮ ਮੈਂ ਨਹੀਂ ਲੈ ਸਕਦਾ, ਮੈਂ ਮਾਫੀ ਕਰਾਂਗਾ। ਅੱਗੇ ਆ ਗਿਆ ਜਿਸਮਾਨੀ ਜ਼ੁਲਮ। ਜਿਸਮਾਨੀ ਜ਼ੁਲਮ ਦੇ ਵਿੱਚ ਅੱਗੇ ਆ ਗਈਆਂ ਦੋ ਕਿਸਮਾਂ, ਇੱਕ ਹੱਥ ਬਾਂਹ ਕੱਟ ਦੇਣਾ ਤੇ ਇੱਕ ਅਦਾਲਤ ਦੇ ਤੱਕ ਲੈ ਕੇ ਜਾਣਾ, ਇੱਕ ਜ਼ਾਤੀ ਤੌਰ ਤੇ। ਇਹਨੂੰ ਅਲੱਗ ਤਰੀਕੇ ਨਾਲ ਸਮਝਣਾ ਪੈਣਾ। ਆਪਾਂ ਇਸ ਨੂੰ ਮਜ਼ਮੂਨ ਨੂੰ ਰੱਖਦੇ ਇੱਥੇ। ਆਪਾਂ ਇਸ ਟਾਈਮ ਗੱਲ ਕਰ ਰਹੇ ਹਾਂ ਐਸੀ ਗੁਫ਼ਤਗੂ ਜਿਹਦੇ ਤੇ, ਕਿਉਂਕਿ ਗੁਫ਼ਤਗੂ ਦੀ ਗੱਲ ਹੋ ਰਹੀ ਹੈ, ਜ਼ਹਿਨੀ ਅਜ਼ੀਅਤ ਦੀ ਗੱਲ ਹੋ ਰਹੀ ਹੈ, ਜ਼ੁਲਮ ਦੀ ਤਾਂ ਗੱਲ ਹੀ ਨਹੀਂ ਹੋ ਰਹੀ। ਜ਼ੁਲਮ ਅਲੱਗ ਮਜ਼ਮੂਨ ਹੋ ਜਾਏਗਾ। ਅੱਛਾ, ਹੁਣ ਜ਼ਹਿਨੀ ਅਜ਼ੀਅਤ ਤੇ ਆ ਕੇ ਅਸੀਂ ਕੀ ਕਰਾਂਗੇ? ਸਬਰ ਕਰਾਂਗੇ, ਕਿਉਂਕਿ ਗੱਲ ਆਪਣੀ ਜ਼ਹਿਨੀ ਅਜ਼ੀਅਤ ਦੀ ਹੋ ਰਹੀ ਹੈ। ਤੇ ਜ਼ਹਿਨੀ ਅਜ਼ੀਅਤ ਤੇ ਮੋਮਨ ਬੰਦਾ ਕੀ ਕਰੇਗਾ? ਤੁਹਾਨੂੰ ਦੱਸਿਆ ਕਿ ਮੁਸਲਮਾਨ ਇੰਤਕਾਮ ਦਾ ਸੋਚੇਗਾ ਤੇ ਮੋਮਨ ਬੰਦਾ ਮੁਆਫ ਕਰ ਦੇਗਾ। ਇਹ ਸੀ ਫਰਕ। ਮੋਮਨ ਬੰਦਾ ਗੁੱਸਾ ਨਹੀਂ ਕਰੇਗਾ, ਵਲ ਆਫੀਨ ਅਨ ਨਾਸ, ਜਜ਼ਾਕੁਮੁल्लाह ਖੈਰ। ਤੇ ਜਿਹੜਾ ਮੁਸਲਮਾਨ ਬੰਦਾ ਹੈ ਉਹ ਗੱਲਾਂ ਦੀ ਵਜ੍ਹਾ ਤੋਂ ਗੁੱਸੇ 'ਚ ਆ ਕੇ ਜਿਸਮਾਨੀ ਲੜਾਈ 'ਚ ਪੈ ਜਾਏਗਾ, ਡਾਂਗਾ ਚਲਾਏਗਾ, ਸੋਟੇ ਚਲਾਏਗਾ, ਉਲਟਾ ਫਸ ਜਾਏਗਾ। ਗੱਲਾਂ ਕੀਤੀਆਂ, ਗੱਲਾਂ ਦੀ ਲੜਾਈ। ਅਮਰੀਕਾ ਦੇ ਵਿੱਚ ਕਾਨੂੰਨ ਇਹ ਆ ਕਿ ਅਗਰ ਕਿਸੇ ਨੇ ਗਾਲਾਂ ਕੱਢੀਆਂ ਨੇ ਉਹਦੀ ਸਜ਼ਾ ਤੇ ਹੈ ਵੇ, ਹੱਤ ਕੇ ਇੱਜ਼ਤ ਦੀ ਸਜ਼ਾ ਹੈਗੀ ਹੈ। ਤੇ ਉਹਦੀ ਅਗਰ ਤੇ ਹੱਤ ਕੇ ਇੱਜ਼ਤ ਦਾ ਇੰਤਕਾਮ ਨਹੀਂ ਨਾ ਲਿਆ, ਮੈਨੂੰ ਯਾਨੀ ਮੈਂ ਬਿਲਾ ਵਜ੍ਹਾ ਮੈਨੂੰ ਕਿਸੇ ਬੇਇੱਜ਼ਤੀ ਕਰਦੀ, ਮੈਨੂੰ ਗਾਲਾਂ ਕੱਢਦੀਆਂ, ਤੇ ਮੈਂ ਕੋਰਟ ਜਾ ਕੇ ਫਾਈਲ ਕਰਾਂਗਾ ਤੇ ਮੈਨੂੰ ਬਸ ਬਕਾਇਆ ਤੌਰ ਤੋਂ ਜੁਰਮਾਨਾ ਮਿਲੇਗਾ। ਉਸ ਬੰਦੇ ਕੋਲ ਜੁਰਮਾਨਾ ਲੈ ਕੇ ਮੈਨੂੰ ਦੇਣਗੇ, ਹੱਤ ਕੇ ਇੱਜ਼ਤ ਹੋਈ ਹੈ। ਪਰ ਜਦੋਂ ਮੈਂ ਜ਼ਬਾਨ ਖੋਲਦੀ ਆ ਤੇ ਮੇਰਾ ਕੇਸ ਬਰਾਬਰ ਹੋ ਜਾਏਗਾ, ਗੱਲ ਖਤਮ। ਉਹ ਭਾਈ ਸਾਹਿਬ ਤੁਸੀਂ ਇੰਤਕਾਮ ਲੈ ਲਿਆ, ਭਾਵੇਂ ਇੱਕ ਲਫ਼ਜ਼ ਬੋਲਿਆ। ਅੱਛਾ ਖੈਰ, ਵਾਪਸ ਆਓ। ਪਹਿਲੀ ਕਿਸਮ ਸਮਝ ਆ ਗਈ, ਜ਼ਹਿਨੀ ਅਜ਼ੀਅਤ। ਮੁਸਲਮਾਨ ਬੰਦਾ ਇੰਤਕਾਮ ਦਾ ਸੋਚੇਗਾ। ਇੰਤਕਾਮ ਦੀ ਸੋਚ ਵਿੱਚ ਆ ਕੇ ਉਹ ਆਪਣੇ ਆਪ ਨੂੰ ਬਿਮਾਰ ਕਰੇਗਾ, ਡਿਪਰੈਸ਼ਨ ਦਾ ਮਰੀਜ਼ ਬਣੇਗਾ, ਆਸੇ ਪਾਸੇ ਲੋਕਾਂ ਨੂੰ ਪਰੇਸ਼ਾਨ ਕਰੇਗਾ, ਲੋਕਾਂ ਨੂੰ ਚੁਗਲੀਆਂ ਤੇ ਸ਼ਿਕਵੇ ਕਰੇਗਾ। ਫਲਾਣੇ ਮੇਰੇ ਬਾਰੇ ਐਵੇਂ ਗੱਲ ਕਰਤੀ ਜੀ, ਇਹਦੀ ਔਕਾਤ ਹੀ ਕੀ ਹੈ ਜੀ, ਮੈਨੂੰ ਇਹ ਗੱਲ ਕਰ ਗਿਆ ਜੀ। ਇਹ ਕੋਈ ਬੰਦਾ ਸੀ ਜਿਹਨੇ ਗੱਲ ਕਰਤੀ? ਇਹ ਕੋਈ ਬੰਦਾ? ਲਾ ਹੌਲ ਵਲਾ ਕੁਵੱਤ ਇল্ਲਾ ਬਿਲlah। ਇਹ ਫਿਰ ਕੌਣ ਗੱਲਾਂ ਕਰੇਗਾ? ਮੁਸਲਮਾਨ। ਮੋਮਨ ਬੰਦਾ, ਉਹਦੀ ਕੋਈ ਬੇਇੱਜ਼ਤੀ ਕਰ ਜਾਵੇ, ਉਹਦੇ ਤੇ ਕੋਈ ਇਲਜ਼ਾਮ ਲਾ ਜਾਵੇ, ਉਹਨੂੰ ਕੋਈ ਝੂਠਾ ਕਹਿ ਜਾਵੇ, ਉਹਨੂੰ ਕੋਈ ਜਾਦੂਗਰ ਕਹਿ ਜਾਵੇ, ਉਹਨੂੰ ਕੋਈ ਮਜਨੂਨ ਕਹਿ ਜਾਵੇ, ਉਹਨੂੰ ਕੋਈ ਪਾਗਲ ਕਹਿ ਜਾਵੇ, ਉਹਨੂੰ ਜੋ ਕੋਈ ਮਰਜ਼ੀ ਕਹਿ ਜਾਵੇ, ਉਹਦੀ ਜ਼ਾਤ ਤੇ ਅਸਰ ਨਹੀਂ ਹੁੰਦਾ। ਮੋਮਨ ਬੰਦੇ ਦਾ ਅੱਲਾਹ ਤਾਲਾ ਤੇ ਯਕੀਨ ਦੀ ਬਿਨਾ ਤੇ ਮੋਮਨ ਬੰਦਾ ਦੁਨੀਆ ਦੇ ਮਾਮਲਾਤ ਦੇ ਵਿੱਚ ਬਿਲਕੁਲ ਢੀਠ ਹੁੰਦਾ। ਹਾਂ, ਨਾਜ਼ੁਕ ਹੁੰਦਾ ਹੈ ਤੇ ਆਖਰਤ ਦੇ ਮਾਮਲੇ ਬਸ, ਕਿ ਉਹਦੀ ਆਖਰਤ ਤਾਂ ਬਰਬਾਦ ਹੋਵੇ, ਦੁਨੀਆ ਭਾਵੇਂ ਸਾਰੀ ਖੂਹ ਚਲੀ ਜਾਵੇ। ਇਹ ਹੁੰਦਾ ਮੋਮਨ। ਤੇ ਦਲੀਲ ਰਸੂਲੁल्लाह सल्लल्लाहु अलैहि वसल्लम, दलील अबू बकर सिद्दीक रज़ियल्लाहु अन्हु, दलील बाकी सहाबा किराम। हुण आ जाओ जी वापस। हुण समझ आ गई मुसलमान दी ते मोमन दी ज़ात ज़ाहरी तौर ते ज़हनी अज़ियत। हुण आ गई जी दूजी साइड ते। दूजी साइड ते की है जी, ओह वा गैबी, ऐसी चीज़ जिहड़ा इंसान नूं पता ही नहीं हैगा, यानी पता ही नहीं कि मैनूं परेशानी काहतों आ रही आ, मेरे ते घबराहट गुस्सा हर वक्त काहतों तारी रहिंदा है,
ਇਹਦਾ ਇਲਾਜ ਕਰਵਾਉਣਾ ਚਾਹੀਦਾ। ਇਹਦੀਆਂ ਨੇ ਕਿ ਦੋ ਕਿਸਮਾਂ। ਅੱਛਾ, ਇੱਕ ਤਾਂ ਹੈ ਨਾ ਕਿਸੇ ਨੇ ਗੱਲਾਂ ਕੀਤੀਆਂ ਤੇ ਤੁਹਾਨੂੰ ਅਜ਼ੀਅਤ ਆਈ ਆ, ਹੁਣ ਜਾਦੂ ਦੀ ਅਗਲੀ ਕਿਸਮ ਜਾਦੂ ਦੀ ਕਿਸਮ ਸਮਝ ਲਓ, ਜਿਹਦੇ ਅਹਿਮ ਮਜ਼ਮੂਨ ਹੈ। ਇਹਦੀਆਂ ਨੇ ਕਿ ਦੋ ਕਿਸਮਾਂ ਜਾਦੂ ਦੀਆਂ। ਇੱਕ ਆ ਬਿਮਾਰੀ, ਮਿਸਾਲ ਦੇ ਤੌਰ ਤੇ ਦੌਰੇ, ਇਹ ਜ਼ਿਹਨੀ ਬਿਮਾਰੀ ਆ, ਇਹ ਕੋਈ ਜਾਦੂ ਨਹੀਂ ਹੁੰਦਾ, ਇਹ ਜਿੰਨ ਨਹੀਂ ਹੁੰਦੇ, ਯਾਦ ਰੱਖ ਲਿਆ ਜੀ। ਜਿਹੜੇ ਦੌਰੇ ਹੁੰਦੇ ਨੇ ਨਾ, ਬਕਾਇਦਾ ਤੌਰ ਤੇ ਇਹਨਾਂ ਦਾ ਨਫਸੀਆਤੀ ਇਲਾਜ ਕਰਵਾਉਣਾ ਪੈਂਦਾ ਹੈ। ਤੇ ਸਾਡੇ ਜਾਹਲ ਬਾਬੇ ਹੁਣ ਤੱਕ ਸਾਡੇ ਉਸ ਮਰੀਜ਼ ਬੱਚੇ ਨੂੰ ਡਾਂਗਾ ਮਾਰ ਕੇ ਪਾਗਲ ਕਰਦੇ ਆਏ ਨੇ। ਲਓ ਜੀ ਦੌਰਾ ਪੈ ਗਿਆ, ਮਾਰੋ ਜੀ, ਫੜ ਕੇ ਜਿੰਨ ਆ ਗਿਆ ਜੀ। ਚਬਲ ਇਨਸਾਨ ਇਸ ਬੱਚੇ ਨੂੰ ਲੈ ਕੇ ਜਾਓ, ਜਾ ਕੇ ਨਫਸੀਆਤ ਦੇ ਡਾਕਟਰ ਨੂੰ ਵਿਖਾਓ, ਦੇਖੋ ਦਿਮਾਗ 'ਚ ਕਿੱਥੇ ਮਸਲਾ ਹੈਗਾ। ਨੰਬਰ 1, ਸ਼ਦੀਦ ਗੁੱਸਾ ਆਣਾ, ਸ਼ਦੀਦ ਗੁੱਸਾ ਆਈ ਜਾਣਾ। ਮਿਸਾਲ ਦੇ ਤੌਰ ਤੇ ਹੁਣ ਸਮਝਾ ਜੇ, ਇਸ ਚੀਜ਼ ਨੂੰ ਸਮਝਾ ਜੇ, ਨਫਸੀਆਤ ਨੂੰ ਸਮਝਣਾ ਪਤਾ ਥੋੜਾ ਜਿਹਾ। ਇੱਕ ਬੰਦਾ, ਉਹਨੂੰ ਭੁੱਖ ਹੀ ਨਹੀਂ ਲੱਗਦੀ, ਕਈ ਦਿਨ ਨਹੀਂ ਲੱਗਦੀ, ਉਹ ਬਿਮਾਰ ਹੈ ਜਾਂ ਤੰਦਰੁਸਤ ਆ? ਮੈਂ ਬਿਮਾਰ ਹਾਂ, ਮੈਂ ਜੀ ਕਰਦੀ ਹੈ। ਅੱਛਾ, ਨੰਬਰ 1, ਇੱਕ ਬੰਦਾ ਉਹਨੂੰ ਭੁੱਖ ਲੱਗੀ ਜਾ ਰਹੀ, ਖਾਧੀ ਜਾ ਰਹੀ, ਭੁੱਖ ਲੱਗੀ ਜਾ ਰਹੀ, ਖਾਧੀ ਜਾ ਰਹੀ, ਭੁੱਖ ਲੱਗੀ ਜਾ ਰਹੀ, ਕਿਆ ਬਿਮਾਰ ਹੈ ਜਾਂ ਤੰਦਰੁਸਤ ਹੈ? ਹਾਂਜੀ, ਐਵੇਂ ਹੀ ਇੱਕ ਬੰਦਾ ਜਿਹਨੂੰ ਗੁੱਸਾ ਆਈ ਜਾ ਰਿਹਾ, ਉਹ ਬੰਦਾ ਜ਼ਿਹਨੀ ਤੌਰ ਤੇ ਬਿਮਾਰ ਆ, ਉਹਦਾ ਕਸੂਰ ਨਹੀਂਗਾ। ਉਸ ਬੱਚੇ ਨੂੰ, ਉਸ ਬੰਦੇ ਨੂੰ ਬਕਾਇਦਾ ਤੌਰ ਤੇ ਨਫਸੀਆਤ ਦੇ ਡਾਕਟਰ ਕੋਲ ਜਾ ਕੇ ਚੈੱਕਅਪ ਕਰਵਾਉਣਾ ਪਏਗਾ। ਨੰਬਰ 1, ਇੱਕ ਬੰਦਾ ਉਹਨੂੰ ਗੁੱਸਾ ਆਈ ਜਾ ਰਿਹਾ, ਇੱਕ ਬੰਦਾ ਉਹਨੂੰ ਖੌਫ ਆਈ ਜਾ ਰਿਹਾ 24 ਘੰਟੇ, ਉਹਦੇ ਤੇ ਜਾਦੂ ਨਹੀਂਗਾ, ਉਸ ਬੰਦੇ ਨੂੰ ਜ਼ਿਹਨੀ ਮਸਲਾ ਹੈ। ਉਸ ਬੰਦੇ ਨੂੰ ਜਾ ਕੇ ਇੱਕ ਵਾਰੀ ਨਫਸੀਆਤ ਦੇ ਡਾਕਟਰ ਨੂੰ ਦਿਖਾਓ, ਐਕਸਰੇ ਕਰਵਾਓ, ਤੁਹਾਨੂੰ ਦਿਮਾਗ ਦੇ ਵਿੱਚ ਕੋਈ ਨਾ ਕੋਈ ਐਸੀ ਬਿਮਾਰੀ ਮਿਲੇਗੀ, ਗਿਲਟੀ ਮਿਲੇਗੀ, ਸੌਰੀ ਮਿਲੇਗੀ, ਜਿਹਦੀ ਵਜ੍ਹਾ ਤੋਂ ਉਹ ਬੱਚਾ ਜਾਂ ਬੰਦਾ ਉਸ ਬਿਮਾਰੀ ਵਿੱਚ ਮੁਬਤਲਾ ਹੈ। ਜਿਵੇਂ ਅਸੀਂ ਭੁੱਖ ਨੂੰ ਜਾਦੂ ਨਹੀਂ ਕਹਿੰਦੇ, ਕਿਉਂ ਨਹੀਂ ਕਹਿੰਦੇ? ਕੌਣ ਕਿ ਭੁੱਖ ਲੱਗੀ ਆ ਰਹੀ ਬੰਦੇ ਜਾਦੂ ਹੋ ਗਿਆ ਜੀ, ਜਾਂ ਬੰਦੇ ਭੁੱਖ ਲੱਗਦੀ ਨਹੀਂ ਪਈ ਨੂੰ ਜਾਦੂ ਹੋ ਗਿਆ, ਉਹ ਤੇ ਫੌਲ ਤੌਰ ਤੇ ਕਹਿ ਦਿੰਦੇ ਕਿ ਬੰਦਾ, ਜਿਵੇਂ ਮੁਤੀਰ ਮਾਨ ਸਾਹਿਬ ਨੇ ਕਹੀ, ਬਿਲਕੁਲ ਸਹੀ ਗੱਲ ਕਹੀ, ਗਰਮੀ ਹੋ ਗਈ ਜੀ। ਹਾਂ, ਗਰਮੀ ਵੀ ਹੋ ਸਕਦੀ ਹੈ, ਜਿਗਰ ਦੀ ਗਰਮੀ ਤੋਂ ਵਜ੍ਹਾ ਤੋਂ ਭੁੱਖ ਲੱਗਣੀ ਬੰਦ ਹੋ ਜਾਂਦੀ ਹੈ। ਹੁਣ ਐਵੇਂ ਹੀ ਜਿਹੜੇ ਜਜ਼ਬਾਤ ਨੇ, ਗੁੱਸਾ, ਪਿਆਰ, ਮੁਹੱਬਤ, ਖੌਫ, ਘਬਰਾਹਟ, ਇਹ ਚੀਜ਼ਾਂ ਅਗਰ ਉਹ ਜ਼ਿਆਦਾ ਖਾਧੀ ਜਾਂਦਾ ਫਿਰ ਕੀ ਮਸਲਾ ਉਹਨੂੰ? ਇਹਨੂੰ ਓਬੇਸਿਟੀ ਕਹਿੰਦੇ ਆ, ਬਿਮਾਰੀ ਨੂੰ ਓਬੇਸਿਟੀ। ਉਹ ਜਾ ਕੇ ਚੈੱਕਅਪ ਕਰਵਾਉਣਾ ਪੈਂਦਾ। ਉਹਦੇ ਨਾ ਗਲੇ ਤੇ 2 ਗਲੈਂਡ ਹੁੰਦੇ ਆ, ਗਲੇ ਤੇ ਨਾ ਸਾਡੇ 2 ਗਦੂਦਾਂ ਲੱਗੀਆਂ ਨੇ, ਜਿਨ੍ਹਾਂ ਦਾ ਪੂਰਾ ਲੰਮਾ ਫੰਕਸ਼ਨ ਹੈਗਾ, ਬੜਾ ਮਜ਼ਮੂਨ ਹੈਗਾ, ਲੰਮਾ ਸਾਰਾ। ਉਹਦੀ ਵਜ੍ਹਾ ਤੋਂ ਸਾਨੂੰ ਭੁੱਖ ਲੱਗਦੀ ਹੈ। ਤੇ ਉਹ ਕੀ ਹੁੰਦਾ ਕਿ ਉਹ ਖਾਸ ਕਿਸਮ ਦਾ ਕੈਮੀਕਲ ਹੁੰਦਾ, ਜਿਹਦੀ ਵਜ੍ਹਾ ਤੋਂ ਉਹਦੀ ਉਹ ਮਿਕਦਾਰ ਜ਼ਿਆਦਾ ਰਿਲੀਜ਼ ਹੁੰਦੀ ਆ, ਤੇ ਭੁੱਖ ਜ਼ਿਆਦਾ ਲੱਗਦੀ ਆ। ਠੀਕ ਹੈ, ਉਹਦੀ ਵਜ੍ਹਾ ਤੋਂ ਵਜ਼ਨ ਵੀ ਜ਼ਿਆਦਾ ਵਧਣਾ ਸ਼ੁਰੂ ਹੋ ਜਾਂਦਾ। ਕਈ ਲੋਕ ਉਹਦੇ ਖਾਂਦੇ ਪੀਂਦੇ ਨਹੀਂ, ਫਿਰ ਵੀ ਮੋਟੇ ਹੋ ਜਾਂਦੇ ਆ। ਹਾਂਜੀ, ਮੈਂ ਨਾ ਇੱਥੇ ਇੱਕ ਮਰੀਜ਼ ਸੀ ਤੇ ਉਹਦੀ ਭੁੱਖ ਨਹੀਂ ਲੱਗਦੀ, ਉਹ ਖਾਂਦੇ ਬੜੀ ਲੱਗਦੀ, ਖਾ ਕੇ ਰੋਟੀ ਫਿਰ ਮੰਗਣ ਲੱਗ ਪੈਂਦਾ, ਤੇ ਉਹ ਮੈਂ ਉਹਨੂੰ ਦਮਸ਼ਮ ਕੀਤਾ ਤੇ ਉਹਦੀ ਭੁੱਖ ਠੀਕ ਹੋ ਗਈ। ਮੈਂ ਕਿਹਾ ਹਾਂਜੀ, ਆਵਾਜ਼ ਆਈ ਸਾਰੀ। ਮਤੀਰ ਮਾਨ ਸਾਹਿਬ ਨੇ ਦਵਾਈ ਨਹੀਂ ਕੀਤੀ ਤੇ ਦਮ ਨਾਲ ਉਹਦੀ ਭੁੱਖ ਖਤਮ ਕਰਤੀ ਹੈ। ਵੇਖੋ ਕੀ ਹਿਸਾਬ। ਅੱਲਾਹ ਦੇ ਹੋ ਜੀ, ਤੇ ਮੈਂ ਆ ਰਿਹਾ ਨਾ ਇਸ ਮਜ਼ਮੂਨ ਤੇ ਸਾਰੇ ਪਾਸੇ ਆ ਰਿਹਾ। ਹੁਣ ਮਿਸਾਲ ਦੇ ਤੌਰ ਤੇ ਮੈਂ ਹੁਣ ਗੱਲ ਕਰਨ ਲੱਗਾ, ਮੇਰਾ ਸਵਾਲ ਇਹ ਸੀ ਵੀ ਉਹ ਕਿਉਂ ਜਾਣੋ ਕੋਲ ਕੀ ਆਂਦਾ ਵੀ ਉਹਨੂੰ ਜ਼ਿਆਦਾ ਉਹ ਖਾਂਦਾ ਸੀ, ਉਹਦੀ ਯਾਰ ਜਿਹੜਾ ਜ਼ਿਆਦਾ ਖਾਧੀ ਜਾਂਦਾ ਉਹਨੂੰ ਕਿਹੜੀ ਬਿਮਾਰੀ ਹੋਈ? ਉਹਨੂੰ ਓਬੇਸਿਟੀ ਕਹਿੰਦੇ ਆ, ਓਬੇਸਿਟੀ। ਵਾਸਤਾ ਸਬਜ਼ੀਆਂ ਵੇਚਦਾ ਗਿਆ ਸੀਗਾ, ਅਰੀ ਖਜੂਰ ਮੈਂ ਨਹੀਂ ਜਾਣ ਫਸਦਾ। ਨਹੀਂ, ਤੇ ਜਿਹੜਾ ਮਸਜਿਦ ਦੀ ਸਤੂਨ ਨਾਲ ਬੰਨਿਆ ਸੀ ਨਬੀ ਸੱਲੱਲਾਹੁ ਅਲੈਹਿ ਵਸੱਲਮ ਨੇ ਉਸਾਮਾ ਨੂੰ, ਉਹਨੂੰ ਦੂਸਰੇ ਕੀ ਉਹਨਾਂ ਨਾਲ ਯਾਰ ਇਮਾਮਾ ਬਿਨ ਉਸਾਦ ਤਾਂ ਖਾਂਦਾ ਤੇ ਮਕਾਨੇ ਤੇ ਆਚੋ ਆਦਾ। ਬਿਸਮਿਲ੍ਲਾ ਪੜਨ ਦੇ ਲੱਛਣ ਹੈ ਨਾ ਵੀ ਉਹਦਾ ਬਿਸਮਿਲ੍ਲਾ ਪੜੀ ਸੀ। ਤੇ ਨਬੀ ਦਾ ਸਾਹਮਣੇ ਕਰਾ ਕਾਫਤ ਜਿਹੜਾ 7 ਦਿਨ ਖਾਂਦਾ ਤੇ ਮੁਸਲਮਾਨ ਇੱਕ ਜੋ ਖਾਂਦਾ। ਹਾਂਜੀ, ਅੱਛਾ ਹੁਣ ਵਾਪਸ ਆਓ ਨਾ ਯਾਰ, ਮਜ਼ਮੂਨ ਨੂੰ ਖਤਮ ਕਰੀਏ ਯਾਰ। ਅੱਜ ਦਾ ਮਜ਼ਮੂਨ ਆਪਾਂ ਖਤਮ ਕਰਨਾ ਇਨਸ਼ਾਅੱਲਾ। ਹੁਣ ਨਫਸੀਆਤੀ ਜਾਦੂ, ਜਿਹਨੂੰ ਅਸੀਂ ਜਾਦੂ ਬਾਜ਼ ਦਫਾ ਸਮਝਦੇ ਪਏ ਹੁੰਦੇ ਆ, ਹੁਣ ਨਾ ਇਹਨੂੰ ਸਮਝਣ ਵਾਸਤੇ ਨਾ ਇੱਕ ਹੋਰ ਚੀਜ਼ ਸਮਝਿਆ ਜੇ। ਇਹ ਕਾਨੂੰਨ ਸਮਝ ਲਿਆ, ਕਾਨੂੰਨ ਲਿਖ ਲਿਆ ਜੀ, ਇਹ ਉਸੂਲ ਲਿਖ ਲਿਆ ਜੀ। ਅੱਲਾਹ ਰੱਬੁਲ ਇਜ਼ਤ ਨੇ ਅਗਰ ਸਾਰਾ ਕੁਛ ਰੂਹਾਨੀਅਤ ਰੱਖਣਾ ਹੁੰਦਾ ਨਾ, ਤੇ ਫਿਰ ਦਵਾ ਦਾ ਇੰਤਜ਼ਾਮ ਨਾ ਕਰਦੇ, ਔਰ ਅਗਰ ਸਾਰਾ ਕੁਛ ਦਵਾ ਤੇ ਰੱਖਿਆ ਹੁੰਦਾ ਨਾ, ਤੇ ਫਿਰ ਰੂਹਾਨੀਅਤ ਦਾ ਇੰਤਜ਼ਾਮ ਨਾ ਕਰਦੇ। ਬਿਮਾਰੀ ਦੀਆਂ ਨੇ 2 ਕਿਸਮਾਂ, ਇੱਕ ਹੈ ਜਿਸਮਾਨੀ, ਇੱਕ ਰੂਹਾਨੀ। ਠੀਕ ਹੈ, ਅੱਛਾ ਜਿਹੜੀ ਜਿਸਮਾਨੀ, ਹੁਣ ਸਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਕਿੱਥੇ ਦਵਾ ਕਰਨੀ ਹੈ ਤੇ ਕਿੱਥੇ ਦੁਆ ਕਰਨੀ ਹੈ। ਸਾਡੀ ਜਹਾਲਤ ਦਾ ਆਲਮ ਇਹ ਆ, ਜਾਂ ਸਾਡੀ ਬਦਕਿਸਮਤੀ ਇਹ ਆ ਕਿ ਜਿੱਥੇ ਦੁਆ ਕਰਨੀ ਹੁੰਦੀ ਆ ਅਸੀਂ ਉੱਥੇ ਦਵਾ ਕਰਦੇ ਫਿਰਦੇ ਹੁੰਦੇ ਆ, ਤੇ ਜਿੱਥੇ ਦਵਾ ਕਰਨੀ ਹੁੰਦੀ ਆ ਇੱਥੇ ਉੱਥੇ ਦੁਆਵਾਂ ਕਰਦੇ ਫਿਰਦੇ ਹੁੰਦੇ ਆ। ਮਿਸਾਲ ਦੇ ਤੌਰ ਤੇ ਅੱਛਾ, ਹੁਣ ਮੈਂ ਸਵਾਲ ਆ, ਇੱਕ ਬੰਦੇ ਦਾ ਐਕਸੀਡੈਂਟ ਹੋਇਆ, ਲੱਤ ਟੁੱਟ ਗਈ, ਉੱਥੇ ਕੋਈ ਦਮ ਕਿਉਂ ਨਹੀਂ ਕਰਦਾ? ਸਵਾਲ ਆ, ਕਿਉਂ ਨਹੀਂ ਉੱਥੇ ਕਿਉਂ ਨਹੀਂ ਦਮ ਹੁੰਦੇ ਸਾਡੇ? ਬਹੁਤ ਜ਼ਿਆਦਾ ਜੀ, ਜਿੱਥੇ ਇਨਕਮ ਦੇ ਜ਼ਿਆਦਾ ਹੁਣ ਆਓ ਜੀ ਪੁਆਇੰਟ ਤੇ। ਸਾਨੂੰ ਇਸ ਚੀਜ਼ ਦਾ ਉਸੂਲ ਸਮਝਣਾ ਪੈਣਾ ਹੈ। ਦੁਬਾਰਾ ਮੈਂ ਜੁਮਲਾ ਬੋਲਦਾ ਪਿਆ, ਦੁਆ ਜਿੱਥੇ ਕਰਨੀ ਨਾ, ਜਿੱਥੇ ਦੁਆ ਕਰਨੀ ਆ ਉੱਥੇ ਦੁਆ ਹੀ ਕੰਮ ਕਰੇਗੀ, ਤੇ ਜਿੱਥੇ ਦਵਾ ਨੇ ਕੰਮ ਕਰਨਾ ਨਾ, ਉੱਥੇ ਦਵਾ ਨੇ ਹੀ ਕੰਮ ਕਰਨਾ। ਮਿਸਾਲ ਦੇ ਤੌਰ ਤੇ ਖਾਣਾ ਮੇਰੇ ਅੱਗੇ ਪਿਆ, ਭੁੱਖ ਮੈਨੂੰ ਲੱਗੀ ਆ, ਤੇ ਮੈਂ ਹੱਥ ਚੁੱਕ ਕੇ ਦੁਆ ਕਰਨੀ ਸ਼ੁਰੂ ਕਰ ਦੇਣਾ, ਯਾ ਅੱਲਾਹ, ਯਾ ਅੱਲਾਹ, ਯਾ ਜ਼ਲ ਜਲਾਲੀ ਵਲ ਇਕਰਾਮ,
या मेरे रब मेरे इस खाने ਨੂੰ ਇੱਕ ਬਿਹਤਰੀਨ ਲੁਕਮਾ ਬਣਾ ਕੇ ਸਾਲਾਂ 'ਚ ਡਬੋ ਕੇ ਮੇਰੇ ਮੂੰਹ ਤੱਕ ਪਹੁੰਚਾ ਦੇ। ਤੇਰੀ ਸ਼ਾਹ 'ਚ ਕੋਈ ਫਰਕ ਨਹੀਂ ਪੈਣਾ, ਤੇਰੇ ਕਰਮ 'ਚ ਕੋਈ ਕਰਮ ਨਹੀਂ ਫਰਕ ਨਹੀਂ ਪੈਣਾ। ਹਾਂਜੀ ਅੱਛਾ ਹੁਣ ਹੁੰਦਾ ਕੀ ਆ, ਹੁੰਦਾ ਕੀ ਆ ਕਿ ਹੁਣ ਮੇਰੀ ਇਹ ਦੁਆ ਮੈਨੂੰ ਸ਼ਾਇਦ ਕਿਆਮਤ ਵਾਲੇ ਦਿਨ ਫਾਇਦਾ ਤੇ ਦੇ ਦੇਗੀ, ਲੇਕਿਨ ਕਿਆ ਇਹ ਅਕਲਮੰਦੀ ਦੀ ਅਲਾਮਤ ਆ? ਇੱਥੇ ਹੁਣ ਮੈਨੂੰ ਬੁਰਕੀ ਤੋੜ ਕੇ ਆਪਣੇ ਮੂੰਹ 'ਚ ਆਪ ਪਾਣੀ ਪੈਣੀ ਕਿਉਂ? ਅੱਲਾਹ ਤਾਲਾ ਮੈਨੂੰ ਹੱਥ ਨਹੀਂ ਦਿੱਤੇ, ਅੱਲਾਹ ਤਾਲਾ ਮੈਨੂੰ ਦੰਦ ਕਾਹਤੋਂ ਦਿੱਤੇ? ਜ਼ਬਾਨ ਵਾਸਤੇ। ਜ਼ੁਬਾਨ ਕਾਹਤੋਂ ਦਿੱਤੀ ਹੈ? ਜ਼ਾਇਕਾ ਵਾਸਤੇ। ਹੁਣ ਜਿੱਥੇ ਦੁਆ ਕਰਨੀ ਆ, ਮਿਸਾਲ ਦੇ ਤੌਰ ਤੇ ਮੈਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਗਿਆ ਮਜ਼ਦੂਰ ਦੇ ਚੌਕ 'ਚ ਬਹਿ ਕੇ ਮੈਨੂੰ ਮਜ਼ਦੂਰੀ ਨਹੀਂ ਮਿਲਦੀ ਪਈ, ਕੋਈ ਨਹੀਂ ਆ ਰਿਹਾ ਮੈਨੂੰ ਕੰਮ ਦੇਣ ਵਾਸਤੇ, ਉੱਥੇ ਬਹਿ ਕੇ ਮੇਰੀ ਦੁਆ ਬਣਦੀ ਹੈ, ਕਿਉਂਕਿ ਹੁਣ ਮੇਰੇ ਕੰਟਰੋਲ 'ਚ ਨਹੀਂ ਹੈਗਾ। ਯਾ ਅੱਲਾ ਮੈਂ ਤੇਰਾ ਬੰਦਾ, ਤੈਨੂੰ ਪਤਾ ਮੇਰੇ ਘਰ 'ਚ ਬੱਚੇ ਨੇ ਯਾਰ, ਤੈਨੂੰ ਪਤਾ ਮੈਂ ਸ਼ਾਮ ਨੂੰ ਖਾਣਾ ਘਰੇ ਸਬਜ਼ੀ ਲੈ ਕੇ ਜਾਣੀ, ਆਟਾ ਲੈ ਕੇ ਜਾਣਾ, ਸਭ ਕੁਝ ਮੁੱਕਿਆ ਪਿਆ। ਯਾਰ ਹੁਣ ਤੂੰ ਹੀ ਇੰਤਜ਼ਾਮ ਕਰਨਾ। ਇਹ ਹੁਣ ਦੁਆ ਦੀ ਜਗ੍ਹਾ ਹੈ ਜਿੱਥੇ ਵਸ ਨਹੀਂ ਚੱਲਦਾ ਪਿਆ। ਜਿੱਥੋਂ ਤੱਕ ਸਾਡਾ ਵਸ ਚੱਲੇਗਾ ਅਸੀਂ ਦੁਆ ਕਰਾਂਗੇ, ਤੇ ਜਿੱਥੇ ਵਸ ਖਤਮ ਹੋ ਜਾਵੇ ਉੱਥੇ ਦੁਆ ਸ਼ੁਰੂ ਹੋ ਜਾਏ। ਉਸੂਲ ਸਮਝ ਆ ਗਿਆ? ਜੀ ਲਾ ਲਿਓ ਯਾਰ, ਆਪਾਂ ਗੱਲਾਂ ਬਹੁਤ ਕਰ ਲੀਆਂ। ਉੱਥੇ ਡਾਕਟਰ ਕਹਿੰਦਾ ਕਾਬੇ ਵੀ ਇਹਨੂੰ ਨਾ ਦਵਾਈ ਦਾ ਮਸਲਾ ਤੇ ਸਾਫ ਫਰੂ ਦਾ ਆ ਕਰਿਆ ਜੇ ਹਰ ਮਰੀਜ਼ ਨੂੰ ਕਹਿੰਦੇ ਆ ਇਹਦਾ ਇਲਾਜ ਕਰਾਇਆ ਜੇ। ਹਾਂ ਅੱਛਾ ਜੀ ਬਿਲਕੁਲ ਬਜਾ ਫਰਮਾਇਆ। ਅੱਛਾ ਹੁਣ ਸਮਝਿਆ ਜੇ, ਐਸੀ ਪਹਿਲੀ ਕਿਸਮ ਸਮਝ ਆ ਗਈ ਨਫਸੀਆਤੀ ਸਦਮੇ ਦੀ ਪਹਿਲੀ ਕਿਸਮ। ਹੁਣ ਅੱਗੇ ਆਪਾਂ ਗੱਲ ਕਰਦੇ ਪਏ ਸੀ ਜਾਦੂ ਦੇ ਵਿੱਚ ਆ ਕੇ ਕਿ ਐਸੀ ਬਿਮਾਰੀ ਜਿਹੜੀ ਸਾਨੂੰ ਸਮਝ ਨਹੀਂ ਆ ਰਹੀ, ਇਹ ਮੁਮਕਿਨ ਆ ਕਿ ਉਹ ਦਿਮਾਗੀ ਮਸਲਾ ਹੋਏ ਤੇ ਅਸੀਂ ਡਾਕਟਰ ਦੀ ਬਜਾਏ ਦਮ ਕਰਾਉਂਦੇ ਰਹੀਏ ਤੇ ਬੰਦਾ ਦਿਮਾਗ ਤੋਂ ਜ਼ਿਹਨੀ ਤੌਰ ਤੇ ਪੱਕਾ ਮਰੀਜ਼ ਹੋ ਜਾਵੇ। ਲਿਹਾਜ਼ਾ ਸਭ ਤੋਂ ਪਹਿਲੇ ਦਮ ਕਰਾਉਣ ਤੋਂ ਪਹਿਲੇ ਵੀ ਅਗਰ ਕਿਸੇ ਬੰਦੇ ਨੂੰ ਬੱਚੇ ਨੂੰ ਖੌਫ ਆ ਰਿਹਾ ਹੈ, ਬੱਚੇ ਨੂੰ ਸ਼ਦੀਦ ਕਹਿ ਲੋ ਕਿ ਘਬਰਾਹਟ ਆ ਰਹੀ ਆ, ਬੱਚੇ ਨੂੰ ਭੁੱਖ ਲੱਗੀ ਜਾ ਰਹੀ, ਜਿਵੇਂ ਮਿਸਾਲ ਦੇ ਕੇ ਹਟਿਆ, ਐਵੇਂ ਹੀ ਬੱਚੇ ਨੂੰ ਗੁੱਸਾ ਵੀ ਆ ਰਿਹਾ ਸ਼ਦੀਦ, ਔਰ ਇਹ ਸਾਡਾ ਕਾਮਨ ਮਸਲਾ ਬਣ ਚੁੱਕਿਆ ਹੈ ਸ਼ਦੀਦ ਗੁੱਸਾ। ਐਸੇ ਬੱਚੇ ਨੂੰ, ਐਸੇ ਵੱਡੇ ਇਨਸਾਨ ਨੂੰ ਬਕਾਇਦਾ ਤੌਰ ਤੇ ਨਫਸੀਆਤ ਦੇ ਮਾਹਿਰ ਕੋਲ ਲੈ ਕੇ ਜਾਓ, ਉਸ ਨਾਲ ਗੱਲਬਾਤ ਕਰੋ। ਉਹ ਬੰਦਾ ਉਹਦੀ ਜ਼ਿਹਨੀ ਤੌਰ ਤੇ ਉਹਦੀ ਕਾਉਂਸਲਿੰਗ ਕਰੇਗਾ, ਉਹਦੀ ਇਸਲਾਹ ਕਰੇਗਾ, ਉਹਨੂੰ ਸਮਝਾਏਗਾ ਤੇ ਨਾਲੇ ਉਹਨੂੰ ਥੋੜੀ ਬਹੁਤ ਕੋਈ ਦਵਾਈ ਦੇਗਾ ਔਰ ਉਹ ਬੰਦੇ ਦਾ ਗੁੱਸਾ ਕੰਟਰੋਲ ਹੋ ਜਾਏਗਾ। ਫਿਰ ਕੀ ਹੋਏਗਾ? ਉਹ ਬੰਦਾ ਐਸਾ ਠੀਕ ਹੋ ਜਾਏਗਾ। ਮਿਸਾਲ ਦੇ ਤੌਰ ਤੇ ਅੱਜ ਇੱਕ ਬੰਦਾ ਆਇਆ ਦੁਕਾਨ ਤੇ, ਮੇਰੇ ਸ਼ਾਗਿਰਦਾਂ ਦਾ ਉਹ ਵਾਲਦ ਸੀਗਾ ਤੇ ਕਾਫੀ ਅਰਸੇ ਤੋਂ ਅਸੀਂ ਜਾਣਦੇ ਵੀ, ਆਇਆ ਤੇ ਬਹੁਤ ਹੀ ਬਿਮਾਰ, ਤੇ ਮੈਨੂੰ ਕਹਿੰਦਾ ਪਤਾ ਮੈਨੂੰ ਉਹਦੀ ਸਾਰੀ ਕਹਾਣੀ ਦਾ ਸੀਗਾ। ਕਹਿੰਦਾ ਯਾਰ ਉਮਰ ਮੈਨੂੰ ਦੇਖ ਕੇ ਦੱਸ ਮੈਂ ਕਿਵੇਂ ਤੁਹਾਨੂੰ ਲੱਗਦਾ? ਮੈਂ ਕਿਹਾ ਤੁਸੀਂ ਮੈਨੂੰ ਬਿਲਕੁਲ ਸਹੀ ਫਿੱਟ ਲੱਗ ਰਿਹਾ ਹੈਗਾ। ਕਹਿੰਦਾ ਸੱਚੀ ਗੱਲ? ਮੈਂ ਕਿਹਾ ਹਾਂ, ਪਹਿਲੇ ਨਾਲੋਂ ਤੁਸੀਂ ਮੈਨੂੰ ਬਿਹਤਰ ਲੱਗਦੇ ਪਏ। ਕਹਿੰਦੇ ਯਾਰ ਮੇਰੀ ਤੇ ਹਾਲਤ ਹੀ ਬੜੀ ਖਰਾਬ ਹੋਈ ਪਈ ਆ, ਮੇਰੇ ਕੋਲ ਤੇ ਤੁਰਿਆ ਨਹੀਂ ਜਾਂਦਾ, ਮੈਂ ਤੇ ਡਾਇਲਿਸਿਸ ਮੇਰੇ ਹੁੰਦੇ ਆ ਰੋਜ਼ਾਨਾ, ਤੇ ਮੇਰੇ ਕੋਲ ਤੇ ਹੁਣ ਤੁਰਨ ਦੀ ਵੀ ਹਿੰਮਤ ਨਹੀਂ ਹੁੰਦੀ, ਤੇ ਮੈਂ ਬੜਾ ਸੋਚ ਸਮਝ ਕੇ ਅੰਦਰ ਤੱਕ ਆਇਆ ਹੈਗਾ, ਇੰਨੀ ਮੇਰੀ ਹਾਲਤ ਹੋ ਜਾਂਦੀ। ਹੁਣ ਮੈਨੂੰ ਸਮਝ ਆ ਗਈ, ਮੈਨੂੰ ਇਹ ਵੀ ਪਤਾ ਸੀ ਕਿ ਬੰਦੇ ਦੀ ਪਿੱਛੇ ਹਿਸਟਰੀ ਕੀ ਆ, ਬੰਦਾ ਕਿਸ ਮਜ਼ਾਜ ਦਾ ਮਾਲਕ ਹੈਗਾ। ਮੈਂ ਕਿਹਾ ਯਾਰ ਕਿਉਂਕਿ ਨੇ ਸਾਰੇ ਮੈਨੂੰ ਗੱਲਾਂ ਸੁਣਾਈਆਂ ਹੋਈਆਂ ਸੀ, ਤਾਂ ਵਾਸਤੇ ਮੈਨੂੰ ਪਤਾ ਸੀਗਾ, ਇਹ ਨਹੀਂ ਕਿ ਮੈਨੂੰ ਇਲਮੇ ਗਾਇਬ ਹੈਗਾ ਸਟਫ। ਮੈਂ ਕਿਹਾ ਯਾਰ ਹੁਣ ਐਵੇਂ ਕਰੋ ਕਿ ਤੁਸੀਂ ਨਾ ਟੀਵੀ ਤੋਂ ਤੇ ਘਰ ਚੋਂ ਬਾਹਰ ਨਿਕਲੋ ਤੇ ਕਿਸੇ ਨਹਿਰ ਕੋਲੇ ਜਾਂ ਕਿਸੇ ਪੁਲ ਕੋਲੇ, ਤੇ ਜਿੱਥੇ ਬਹੁਤ ਜ਼ਿਆਦਾ ਸਬਜ਼ਾ ਹੋਵੇ, ਜਾਂ ਕਿਸੇ ਲੇਕ ਨੂੰ ਕੀ ਕਹਿੰਦੇ ਨੇ, ਝੀਲ, ਮੈਂ ਕਿਹਾ ਕਿਸੇ ਝੀਲ ਕੋਲੇ ਜਾ ਕੇ ਬੈਠੋ ਜਿੱਥੇ ਪਾਣੀ ਦਾ ਆਵਾਜ਼ ਤੁਹਾਨੂੰ ਸ਼ੋਰ ਸੁਣੇ ਪਾਣੀ ਦਾ। ਮੈਂ ਕਿਹਾ ਉੱਥੇ ਘੰਟਾ 2 ਘੰਟੇ ਬੈਠੋ। ਮੈਂ ਕੰਮ ਕੁੰਮ ਤੇ ਤੁਸੀਂ ਕਰਦੇ ਨਹੀਂ, ਤੇ ਤੁਸੀਂ ਘੰਟਾ 1.5 ਘੰਟਾ ਆਪਣੇ ਆਪ ਨੂੰ ਸਰਸਬਜ਼ਾ ਸ਼ਦਾਬ ਇਲਾਕੇ ਵਿੱਚ ਤੇ ਪਾਣੀ ਦੇ ਸ਼ੋਰ ਵਿੱਚ ਬਿਠਾ ਲਓ ਆਪਣੇ ਆਪ ਨੂੰ। ਫਿਰ ਮੈਨੂੰ ਸਾਰਾ ਦੱਸਿਆ ਇਹਦਾ ਫਾਇਦਾ ਕੀ ਹੋਏਗਾ। ਕਹਿੰਦਾ ਤੇਰੀ ਗੱਲ ਤੇ ਠੀਕ ਆ, ਕਹਿੰਦਾ ਮੈਂ ਤੇ ਟੀਵੀ ਵੇਖ ਕੇ ਖਬਰਾਂ ਵੇਖ ਕੇ ਆਪਣੇ ਆਪ ਨੂੰ ਪਰੇਸ਼ਾਨ ਰੱਖਦਾ, ਹੁਣ ਇਹਦਾ ਕੀ ਨੁਕਸਾਨ ਹੁੰਦਾ ਜਿਸਮ ਤੇ? ਉਹ ਅਲੱਗ ਮਜ਼ਮੂਨ ਹੈਗਾ, ਲੰਮਾ ਮਜ਼ਮੂਨ ਹੈਗਾ। ਕਹਿਣ ਦਾ ਮਕਸਦ ਇਹ ਆ ਕਿ ਜਿਹੜੀ ਮਤੀਰ ਮਾਨ ਸਾਹਿਬ ਨੇ ਗੱਲ ਕੀਤੀ ਕਿ ਦਮ ਕੀਤਾ, ਸਾਡੇ ਲੋਕਾਂ ਦਾ ਦਮ ਤੇ ਇਲਾਜ ਆ। ਤੁਹਾਨੂੰ ਮੈਂ ਦੱਸਿਆ ਸੀ ਕਿ ਡਾਕਟਰਾਂ ਕੋਲੇ ਬਕਾਇਦਾ ਤੌਰ ਤੇ ਫੋਕੀਆਂ ਗੋਲੀਆਂ ਹੁੰਦੀਆਂ ਨੇ, ਉਹ ਫੋਕੀਆਂ ਗੋਲੀਆਂ ਮਰੀਜ਼ ਨੂੰ ਦਿੱਤੀਆਂ ਜਾਂਦੀਆਂ ਨੇ, ਤੇ ਮਰੀਜ਼ ਨੂੰ ਪਤਾ ਹੁੰਦਾ ਕਿ ਡਾਕਟਰ ਕਾਬਲ ਹੈਗਾ ਤੇ ਮੈਂ ਠੀਕ ਹੋ ਜਾਵਾਂਗਾ, ਤੇ ਇਹ ਸੋਚ ਕੇ ਹੀ ਉਹ ਠੀਕ ਹੋ ਜਾਂਦਾ ਹੈ। ਐਵੇਂ ਹੀ ਬਾਜ਼ ਦਫਾ ਬਹੁਤ ਸਾਰੇ ਮਰੀਜ਼ਾਂ ਤੇ ਦਮ ਅਸਰ ਕਰ ਜਾਂਦਾ ਹੈ, ਔਰ ਅੱਲਾਹ ਤਾਲਾ ਨੇ ਉਹਨਾਂ ਵਾਸਤੇ ਸ਼ਿਫਾ ਦਾ ਬਹਾਨਾ ਵੀ ਇਹੀ ਰੱਖਿਆ ਹੁੰਦਾ ਹੈ। ਬਸ ਇੱਕ ਵਕਤ ਸ਼ਿਫਾ ਮਿਲਣੀ ਹੈ ਜੀ, ਉਹ ਮਿਲ ਗਈ ਜੀ। ਬਾਜ਼ ਦਫਾ ਕਿਸੇ ਬੰਦੇ ਨੂੰ ਤੁਰੇ ਜਾਂਦੇ ਕੋਲੋਂ ਫੂਕ ਮਰਵਾ ਕੇ ਠੀਕ ਹੋ ਜਾਂਦਾ ਹੈ, ਬਾਜ਼ ਦਫਾ 6 ਮਹੀਨੇ ਇਲਾਜ ਕਰਵਾ ਕੇ ਦਮ ਕਰਵਾ ਕੇ ਬੂਏ ਧੱਕੇ ਖਾ ਕੇ ਨਹੀਂ ਠੀਕ ਹੁੰਦਾ। ਫਿਰ ਕਿਉਂ ਨਹੀਂ ਦਮ ਅਸਰ ਕਰਦੇ? ਜਿਵੇਂ ਮੈਂ ਅੱਗੇ ਮਿਸਾਲਾਂ ਦੇ ਕੇ ਹਟਿਆ। ਖੈਰ, ਐਸੀ ਪਹਿਲੀ ਕਿਸਮ ਨਫਸੀਆਤੀ ਮਰਜ਼ ਹਕੀਕੀ ਤੌਰ ਤੇ ਜਿਹਨੂੰ ਲੋਕ ਸਮਝਦੇ ਪਏ ਨੇ ਤੇ ਜਾਦੂ ਹੋਇਆ, ਹਾਲਾਂਕਿ ਉਹ ਬੰਦਾ ਨਫਸੀਆਤੀ ਮਰੀਜ਼ ਆ। ਉਹਦਾ ਇੱਕ ਸਵਾਲ ਹੈ ਜੀ ਲਾਨ ਇੱਕ ਬੰਦਾ ਜਿਹਨੂੰ ਬਰਾਤ ਨਾਲ ਗੁੱਸਾ ਹੁੰਦਾ, ਖਾਣਾ ਥੋੜਾ ਨਾਲ ਠੀਕ ਹੋ ਜਾਂਦਾ। ਉਹ ਬੰਦਾ ਆਦੀ ਬਹੁਤ ਹੋ ਚੁੱਕਿਆ ਗਾਣਾ ਸੁਣ ਨਹੀਂ, ਉਹਦੇ ਅੰਦਰ ਗੰਦ ਭਰਿਆ ਬਹੁਤ ਜਾ ਚੁੱਕਿਆ, ਬੜੀ ਦੇਰ ਤੋਂ ਸੁਣਦਾ ਪਿਆ ਨਾ ਗਾਣੇ, ਤਾਂ ਵਾਸਤੇ ਉਹ ਆਦੀ ਹੋ ਗਿਆ। ਇਹ ਕੋਈ ਆਮ ਗੱਲ ਨਹੀਂ, ਇਹ ਕਾਮਨ ਗੱਲ ਹੈਗੀ, ਇੱਥੇ ਵੀ ਮਸਲਾ ਪਾਇਆ ਜਾਂਦਾ। ਜਿਹੜਾ ਬੰਦਾ ਜ਼ਿਆਦਾ ਗਾਣੇ ਸੁਣੇਗਾ ਨਾ ਉਹਨੂੰ ਲੱਤ ਪੈ ਜਾਏਗੀ, ਜਿਵੇਂ ਨਸ਼ੇ ਦੀ ਲੱਤ ਪੈਂਦੀ ਐਵੇਂ ਗਾਣੇ ਦੀ ਲੱਤ ਪੈ ਜਾਂਦੀ ਹੈ। ਉਹ ਫਿਰ ਜਿਵੇਂ ਨਸ਼ੇ ਵਾਲੇ ਬੰਦੇ ਨੂੰ ਗੋਲੀਆਂ ਮੁਸ਼ਕਿਲ ਲੱਗਦੀਆਂ ਨੇ, ਨਸੀਹਤਾਂ ਔਖੀਆਂ ਲੱਗਦੀਆਂ ਨੇ, ਉਹ ਬਰਦਾਸ਼ਤ ਨਹੀਂ ਹੁੰਦੀਆਂ। ਅੱਛਾ, ਹੁਣ ਪਹਿਲੀ ਕਿਸਮ ਆ ਗਈ ਕਿ ਮੋਮਨ ਬੰਦਾ ਆਪਣੇ ਈਮਾਨ ਨੂੰ, ਇਹ ਈਮਾਨ ਦੀ ਖਰਾਬੀ ਨਹੀਂ ਗੀ ਕਿ ਮੈਂ ਜਾ ਕੇ ਡਾਕਟਰ ਕੋਲ ਆਪਣਾ ਚੈੱਕਅਪ ਕਰਾਵਾਂ,
ਇਹ ਵੀ ਵਹਿਮ ਖਤਮ ਕਰ ਦਿਓ। ਡਾਕਟਰ ਨੂੰ ਚੈੱਕ ਕਰਾਉਣਾ, ਡਾਕਟਰ ਕੋਲ ਇਲਾਜ ਕਰਵਾਉਣਾ, ਇਹ ਪਹਿਲਾਂ ਕੀ ਆ, ਇਹ ਈਮਾਨ ਦੀ ਕਮਜ਼ੋਰੀ ਜਾਂ ਈਮਾਨ ਦੇ ਘਾਟੇ ਦੀ ਅਲਾਮਤ ਨਹੀਂ ਗੀ। ਇਹ ਵੀ ਅੱਲਾਹ ਰੱਬੁਲ ਇੱਜ਼ਤ ਦਾ ਪੈਦਾ ਕੀਤਾ ਹੋਇਆ ਇਲਾਜ ਮੁਆਲਜੇ ਦਾ ਤਰੀਕਾ ਹੈ ਜਿਹੜਾ ਇਨਸਾਨਾਂ ਨੇ ਸਿੱਖ ਰਿਹਾ ਹੈ, ਔਰ ਅੱਲਾਹ ਰੱਬੁਲ ਇੱਜ਼ਤ ਨੇ ਹੀ ਸਾਡੇ ਵਾਸਤੇ ਉਹ ਬਿਹਤਰ ਰੱਖਿਆ। ਮਿਸਾਲ ਦੇ ਤੌਰ ਤੇ ਭੁੱਖ ਬਿਮਾਰੀ ਆ, ਭੁੱਖ ਇੱਕ ਬਿਮਾਰੀ ਆ। ਤੁਸੀਂ ਖਾਣਾ ਖਾਂਦੇ ਹੋ ਤਾਂ ਭੁੱਖ ਖਤਮ ਹੋ ਜਾਂਦੀ, ਗੱਲ ਖਤਮ। ਪਿਆਸ ਇੱਕ ਬਿਮਾਰੀ ਆ, ਮੌਤ ਦਾ ਸਬਬ ਬਣਦੀ ਹੈ, ਲੇਕਿਨ ਜਦੋਂ ਤੁਸੀਂ ਪਾਣੀ ਪੀ ਲੈਂਦੇ ਹੋ ਤੁਹਾਡੀ ਪਿਆਸ ਖਤਮ ਹੋ ਜਾਂਦੀ। ਤੇ ਤੁਸੀਂ ਤਾਂ ਇਲਾਜ ਸਵੇਰ ਤੋਂ ਲੈ ਕੇ ਸ਼ਾਮ ਤੱਕ ਆਪਣਾ ਇਲਾਜ ਕਰਦੇ ਹੋ, ਤੇ ਜੇ ਦਵਾਈ ਦੀ ਵਾਰੀ ਆਉਂਦੀ ਤਾਂ ਸਾਨੂੰ ਉੱਥੇ ਲੱਗਦਾ ਕਿ ਲਓ ਜੀ ਹੁਣ ਸਾਡਾ ਈਮਾਨ ਖਰਾਬ ਹੋਏਗਾ। ਅੱਲਾਹ ਤੇ ਯਕੀਨ ਹੈ ਨਾ, ਤੇ ਫਿਰ ਤੁਸੀਂ ਖਾਣਾ ਪੀਣਾ ਬੰਦ ਕਰ ਦਿਓ ਤਾਂ ਕਿ ਅੱਲਾਹ ਤਾਲਾ ਤੇ 100% ਆਪਣੇ ਆਪ ਨੂੰ ਪਾਓ ਨਾ। ਫਿਰ ਇਹ ਤਾਂ ਹੈ ਨਾ ਫਿਰ ਈਮਾਨ ਕਿ ਵੀ ਮੈਨੂੰ ਨਾ ਤੇ ਪਾਣੀ ਚਾਹੀਦਾ ਨਾ ਮੈਨੂੰ ਭੁੱਖ ਚਾਹੀਦੀ, ਕਿਉਂ ਖਾਣਾ ਚਾਹੀਦਾ, ਕਿਉਂ ਖਾਣਾ ਵੀ ਭੁੱਖ ਖਤਮ ਕਰਦਾ ਹੈ, ਠੀਕ ਹੈ, ਪਾਣੀ ਪਿਆਸ ਖਤਮ ਕਰ ਦਿੰਦਾ। ਮੈਂ ਅੱਲਾਹ ਤਾਲਾ ਦੇ ਈਮਾਨ ਤੇ, ਹਾਲਾਂਕਿ ਗੱਲ ਗਲਤ ਨਹੀਂ, ਈਮਾਨ ਹੋਣਾ ਚਾਹੀਦਾ ਬੰਦੇ ਦਾ, ਤਵੱਕਲ ਇੰਨਾ ਹੋਣਾ ਚਾਹੀਦਾ, ਪਰ ਇਹ ਅਕਲਮੰਦੀ ਨਹੀਂ। ਇਹ ਅੱਲਾਹ ਤਾਲਾ ਦੇ ਆਪਣੇ ਕਾਨੂੰਨ ਫਿਤਰਤ ਦੇ ਖਿਲਾਫ ਚੀਜ਼ ਚਲੀ ਜਾਂਦੀ, ਖੁਦਕੁਸ਼ੀ ਦੇ ਵਿੱਚ ਆ ਜਾਏਗਾ। ਹੁਣ ਆ ਗਈ ਜੀ ਅਗਲੀ ਕਿਸਮ ਜਾਦੂ ਦੀ, ਨਫਸੀਆਤੀ ਸਮਝ ਆ ਗਈ। ਅਗਲੀ ਕਿਸਮ ਆ ਗਈ ਆ ਕਿ ਮੂਮਨ ਬੰਦੇ ਨੂੰ ਵਹਿਮ ਪੈਣੇ ਸ਼ੁਰੂ ਹੋ ਗਿਆ, ਵਹਿਮ ਆਣੇ ਸ਼ੁਰੂ ਹੋ ਗਿਆ, ਜੋ ਕਿ ਇਹ ਵੀ ਨਫਸੀਆਤੀ ਬਿਮਾਰੀ ਦੀ ਹੀ ਅਲਾਮਤ ਹੈ। ਲੇਕਿਨ ਯਾਨੀ ਵਸਵਸੇ ਆਣਾ, ਕਿਸੇ ਤੇ ਇਤਬਾਰ ਨਾ ਕਰਨਾ, ਯਾਦ ਰੱਖਿਆ ਜੀ ਇਹ ਨਫਸੀਆਤੀ ਬਿਮਾਰੀ ਆ, ਇਹਦਾ ਵੀ ਇਲਾਜ ਆ ਕਿ ਬਿਲਾ ਵਜ੍ਹਾ ਬੰਦਾ ਵਹਿਮ ਕੀਤੀ ਆ ਰਿਹਾ, ਪਰੇਸ਼ਾਨ। ਡਿਪਰੈਸ਼ਨ ਕੀ ਆ, ਡਿਪਰੈਸ਼ਨ ਕਿਹਨੂੰ ਕਹਿੰਦੇ ਆ? ਹਾਂਜੀ, ਠੀਕ ਹੋ ਗਿਆ। ਐਸੀ ਇੱਕ ਚੀਜ਼। ਹੁਣ ਜਿਹੜੀ ਅਗਲੀ ਚੀਜ਼ ਹੈ ਨਾ, ਜਿਹੜੀ ਆਖਰੀ, ਉਹ ਇਹ ਆ ਕਿ ਇੱਕ ਮੁਸਲਮਾਨ ਨੂੰ ਕਿਸੇ ਨੇ ਕਿਹਾ ਵੀ ਤੇਰੇ ਤੇ ਜਾਦੂ ਕੀਤਾ ਕਿਸੇ ਨੇ, ਮੁਸਲਮਾਨ ਨੂੰ, ਉਹਨੇ ਫੌਰੀ ਤੌਰ ਤੇ ਉਹ ਪਰੇਸ਼ਾਨ ਹੋ ਗਿਆ, ਖੌਫਜ਼ਦਾ ਹੋ ਗਿਆ, ਘਬਰਾਉਣਾ ਸ਼ੁਰੂ ਕਰਤਾ। ਉਹਨੇ ਕੀ ਕੀਤਾ, ਉਹਨੇ ਆਪਣੀ ਜ਼ਿੰਦਗੀ 'ਚ ਆਉਣ ਵਾਲੇ ਸਾਰੇ ਨੁਕਸਾਨਾਤ ਉਸ ਬੰਦੇ ਤੇ ਠੋਕਤੇ ਜਿਸ ਬੰਦੇ ਨੇ ਕਿਹਾ ਤਾ ਕਿ ਤੇਰੇ ਤੇ ਜਾਦੂ ਹੋਇਆ। ਮਿਸਾਲ ਦੇ ਤੌਰ ਤੇ ਦੁਬਾਰਾ ਸਮਝਿਆ ਜੀ, ਮੈਨੂੰ ਕਿਸੇ ਨੇ ਆ ਕੇ ਕਿਹਾ ਕਿ ਉਮਰ ਸਾਹਿਬ ਤੁਹਾਡੇ ਤੇ ਨਾ, ਜਾਂ ਮੋਤੀ ਰਹਿਮਾਨ ਸਾਹਿਬ ਤੁਹਾਡੇ ਤੇ ਨਾ ਉਮਰ ਨੇ ਜਾਦੂ ਕੀਤਾ ਜੀ। ਹੁਣ ਮੋਤੀ ਰਹਿਮਾਨ ਸਾਹਿਬ ਨੇ ਬਗੈਰ ਸੋਚੇ ਸਮਝੇ, ਜਾਂ ਮੈਂ ਬਗੈਰ ਸੋਚੇ ਸਮਝੇ ਮੋਤੀ ਰਹਿਮਾਨ ਸਾਹਿਬ ਦੇ ਖਿਲਾਫ ਹਰ ਪਲੈਨਿੰਗ ਸ਼ੁਰੂ ਕਰਤੀ ਜੀ ਕਿ ਇਹਨੇ ਮੇਰੇ ਤੇ ਜਾਦੂ ਕੀਤਾ ਜੀ, ਤਾਂ ਵੈਸੇ ਮੇਰਾ ਫਲਾਣਾ ਨੁਕਸਾਨ ਹੋਇਆ, ਫਲਾਣਾ ਨੁਕਸਾਨ ਹੋਇਆ, ਫਲਾਣਾ ਨੁਕਸਾਨ ਹੋਇਆ। ਜ਼ਿੰਦਗੀ ਦਾ ਹਰ ਮੈਂ ਨੁਕਸਾਨ ਚੱਕਿਆ ਤੇ ਮੋਤੀ ਰਹਿਮਾਨ ਸਾਹਿਬ ਦੇ ਗਲੇ ਪਾਤਾ, ਤੇ ਮੋਤੀ ਰਹਿਮਾਨ ਸਾਹਿਬ ਦੇ ਨਾਲ ਮੈਂ ਵੈਰ ਵਿੱਢ ਲਿਆ। ਇਹ ਸੀ ਮੁਸਲਮਾਨ, ਇਹ ਸੀ ਬੰਦਾ ਮੁਸਲਮਾਨ। ਕਿਉਂ ਜੀ? ਈਮਾਨ ਕਮਜ਼ੋਰ ਆ। ਕਿਉਂ? ਦੂਜੀ ਸਾਈਡ ਤੇ ਸੀ ਮੋਮਨ ਬੰਦਾ, ਉਹ ਮੋਮਨ ਬੰਦੇ ਦੀ ਕਹਾਣੀ ਸੁਣਿਆ ਜੀ। ਲੈ ਲਓ ਜੀ, ਮੋਤੀ ਰਹਿਮਾਨ ਸਾਹਿਬ ਕੋਲੇ ਬੰਦਾ ਆਇਆ, ਆ ਕੇ ਕਹਿਣ ਲੱਗੇ ਜੀ, ਹੁਣ ਮੋਤੀ ਰਹਿਮਾਨ ਸਾਹਿਬ ਨੇ ਮੋਤੀ ਰਹਿਮਾਨ ਸਾਹਿਬ ਕੋਲੇ ਆ ਕੇ ਮੋਮਨ ਬੰਦੇ ਨੇ ਕਿਹਾ ਕਿ ਕਰ ਸਾਹਿਬ ਤੁਹਾਡੇ ਤੇ ਨਾ ਉਮਰ ਨੇ ਤੁਹਾਡੇ ਤੇ ਜਾਦੂ ਕੀਤਾ ਹੈ। ਤੇ ਮੋਤੀ ਰਹਿਮਾਨ ਸਾਹਿਬ ਨੇ ਕਿਹਾ ਫਿਰ ਕੀ ਹੋਇਆ, ਕਰ ਲਵੇ ਯਾਰ। ਕਿਉਂ? ਮੋਤੀ ਰਹਿਮਾਨ ਸਾਹਿਬ ਨੂੰ ਪਤਾ ਹੈ, ਕੀ ਪਤਾ ਹੈ? ਸੁਣਿਆ ਜੀ ਆਇਤ ਕਰੀਮਾ ਸੁਣਿਆ ਜੀ। ਅੱਲਾਹ ਰੱਬੁਲ ਇੱਜ਼ਤ ਨੇ ਫਰਮਾਇਆ, ਅੱਲਾਹੁ ਅਕਬਰ, ਮਾ ਅਸਾਬਾ ਮਿਨ ਮੁਸੀਬतिन फिल अर्द वला फी अनफुसिकुम इल्ला फी किताबिम मिन क़ब्ल अन नबरहा इन्न ज़ालिका अला अल्लाह यसीर। सूरह हदीद दी 22 नंबर आयत। जो भी ਤੁਹਾਨੂੰ ਕੋਈ ਮੁਸੀਬਤ ਪਹੁੰਚਦੀ ਹੈ, ਲਫ਼ਜ਼ ਮੁਸੀਬਤ ਕਿਹਨੂੰ ਕਿਹਾ ਜਾਂਦਾ ਹੈ? ਸਵਾਲ ਹੈ ਮੁਸੀਬਤ ਕਿਹਨੂੰ ਕਿਹਾ ਜਾਂਦਾ ਹੈ? ਮੁਸੀਬਤ ਦਾ ਮਤਲਬ ਬਿਮਾਰੀ ਨਹੀਂ ਗਾ, ਮੁਸੀਬਤ ਦਾ ਮਤਲਬ ਸਦਮਾ ਨਹੀਂ ਗਾ, ਮੁਸੀਬਤ ਦਾ ਮਤਲਬ ਦੁੱਖ ਨਹੀਂ ਗਾ, ਮੁਸੀਬਤ ਦਾ ਮਤਲਬ ਰੰਜ, ਅਲਮ, ਜ਼ਖਮ, ਕਤਲ, ਗਾਰਤ, ਸਦਮਾ ਕੁਛ ਵੀ ਨਹੀਂ ਗਾ। ਮੁਸੀਬਤ ਦਾ ਮਤਲਬ ਹੈ ਪਹੁੰਚਣੇ ਵਾਲੀ। ਅੱਲਾਹ ਤਾਲਾ ਨੇ ਤੁਹਾਡੇ ਨਸੀਬ 'ਚ ਪਹਿਲੇ ਲਿਖੀ ਹੋਈ ਸੀ, ਜੋ ਤੁਹਾਨੂੰ ਕੋਈ ਚੀਜ਼ ਪਹੁੰਚੀ ਆ, ਉਹ ਭਾਵੇਂ ਖੁਸ਼ੀ ਵੀ ਹੋ ਸਕਦੀ ਹੈ ਤੇ ਉਹ ਦੁੱਖ ਵੀ ਹੋ ਸਕਦਾ ਹੈ, ਉਹ ਤੇ ਤੁਹਾਡੇ ਵਾਸਤੇ ਪਹਿਲੇ ਲਿਖਿਆ ਹੋਇਆ ਸੀ। ਇੱਲਾ ਫੀ ਕਿਤਾਬ ਮਿਨ ਕਬਲ। ਮੂਮਨ ਬੰਦਾ ਕੀ ਕਹਿੰਦਾ ਹੈ? ਯਾਰ ਉਹ ਨਹੀਂ ਸੋਚਦਾ, ਉਹ ਮੇਰੇ ਜਦੋਂ ਗੱਡੀ ਦਾ ਐਕਸੀਡੈਂਟ ਹੋਇਆ ਨਾ, ਇਹਦਾ ਜ਼ਿੰਮੇਦਾਰ ਉਮਰ ਹੈ, ਇਹਦਾ ਮੇਰਾ ਫਲਾਨੀ ਚੀਜ਼ ਟੁੱਟ ਗਈ, ਇਹਦਾ ਜ਼ਿੰਮੇਦਾਰ ਉਮਰ ਹੈ, ਫਲਾਣਾ ਮੇਰਾ ਨੁਕਸਾਨ ਹੋ ਗਿਆ, ਬੱਚਾ ਬਿਮਾਰ ਹੋ ਗਿਆ, ਇਹਦਾ ਜ਼ਿੰਮੇਦਾਰ ਉਮਰ ਹੈ। ਕਿਉਂ? ਉਹ ਮੂਮਨ ਨੂੰ ਪਤਾ ਹੈ ਮੈਨੂੰ ਕੋਈ ਵੀ ਸਦਮਾ ਆ ਹੀ ਨਹੀਂ ਸਕਦਾ ਕਿਸੇ ਦੇ ਵੱਲੋਂ। ਕਿਉਂ? ਉਹ ਤੇ ਅੱਲਾਹ ਤਾਲਾ ਨੇ ਜੋ ਮੇਰੇ ਨਸੀਬ 'ਚ ਲਿਖਿਆ ਉਹੀ ਆਣਾ ਹੈ। ਫਿਰ ਦੂਜੀ ਆਇਤ ਸੂਰਤ ਤਗਾਬੁਨ आयत नंबर 11, अल्लाह रब्बुल इज़्ज़त ने फरमाया, मा असाबा मिन मुसीबतिन इल्ला बिइज़्निल्लाह व मन युमिन बिल्लाहि यहदी क़ल्बा। अल्लाहु अकबर। कोई भी मुसीबत नहीं आ सकती दुनिया च, जो मर्जी को टेल ला लवे, जितना कोई मर्जी जोर ला लवे, नहीं अजियत आ सकती सवाए अल्लाह ताला दे हुक्म तो। ਮਰਜ਼ੀ ਕੋਈ ਥਿਆਤੂ ਕਰ ਲਵੇ, ਉਹ ਨਹੀਂ ਹੁੰਦੇ ਜਦੋਂ ਤੱਕ ਅੱਲਾ ਨਹੀਂ ਜਾਣਦਾ। ਹਾਂਜੀ, ਉਹ ਹੁੰਦਾ ਹੀ ਨਹੀਂ, ਸਵਾਲ ਹੁੰਦਾ ਹੀ ਨਹੀਂ। ਕਿਉਂ ਜੀ? وَمَن يُؤْمِن بِاللَّهِ يَهْدِ قَلْبَهُ। अल्लाह ताला यहदी ही का तो नहीं कहता, यहदी कल्बा का तो फरमाया कि जिन्हों ਜਿਹੜਾ ਬੰਦਾ ਅੱਲਾਹ ਤੇ ਈਮਾਨ ਲੈ ਆਂਦਾ ਹੈ, ਅੱਲਾਹ ਉਹਦੇ ਦਿਲ ਨੂੰ ਹਿਦਾਇਤ ਦੇ ਦਿੰਦਾ ਹੈ, ਉਹਦੇ ਦਿਲ 'ਚੋਂ ਵਸਵਸੇ, ਵਹਿਮ, ਖੌਫ, ਘਬਰਾਹਟ, ਸ਼ਿਕਵੇ, ਸ਼ਿਕਾਇਤਾਂ ਸਭ ਦੂਰ ਹੋ ਜਾਂਦੀਆਂ ਨੇ। ਯਹਦੀ ਕਲਬਾ ਵੱਲਾਹੁ ਬਿਕੁੱਲੀ ਸ਼ੈਇਨ ਅਲੀਮ। ਕਿਉਂ? ਅੱਲਾਹ ਨੂੰ ਤੇ ਹਰ ਚੀਜ਼ ਦਾ ਇਲਮ ਹੈ, ਅੱਲਾਹ ਨੂੰ ਤੇ ਹਰ ਚੀਜ਼ ਦਾ ਇਲਮ ਹੈ। ਔਰ ਜਿਹੜੀਆਂ ਤੁਹਾਨੂੰ ਮੁਸੀਬਤਾਂ ਆਈਆਂ ਨੇ ਨਾ ਪਹਿਲੇ ਆਇਤ ਨੰਬਰ ਸੂਰਹ ਹਦੀਦ ਦੀ 22 ਨੰਬਰ ਆਇਤ ਦੇ ਵਿੱਚ, ਇਨ ਜ਼ਾਲਿਕਾ ਅਲਾ ਅੱਲਾਹ ਯਸੀਰ, ਇਹ ਬਿਮਾਰੀਆਂ ਜਾਂ ਮੁਸੀਬਤਾਂ ਜਿਨ੍ਹਾਂ ਨੂੰ ਅਸੀਂ ਬਿਮਾਰੀਆਂ ਤੇ ਮੁਸੀਬਤਾਂ ਸਮਝਦੇ ਆ, ਉਹ ਅੱਲਾਹ ਦੀ ਤਰਫੋਂ ਅਹਿਸਾਨਾਤ ਨੇ। ਬਿਮਾਰੀਆਂ, ਸਦਮੇ, ਮੌਤਾਂ,
ਯਕੀਨ ਕਰੋ ਅਹਿਸਾਨਾਤ ਨੇ। ਮੁਸਲਮਾਨ ਉਹਨੂੰ ਦੁੱਖ ਸਮਝਦਾ ਹੈ, ਮੂਮਨ ਬੰਦਾ ਅਹਿਸਾਨ ਸਮਝਦਾ ਹੈ। ਨਹਮਦੁਹੂ ਅਲਲ ਮਸਾਇਬੀ ਕਮਾ ਨਹਮਦੁਹੂ ਅਲਨ ਨਿਆਮ। ਮੂਮਨ ਬੰਦਾ ਅੱਲਾਹ ਦੀ ਤਰਫੋਂ ਆਉਣ ਵਾਲੀਆਂ ਮੁਸੀਬਤਾਂ ਤੇ ਵੀ ਉਵੇਂ ਹੀ ਸ਼ੁਕਰ ਕਰਦਾ ਹੈ ਜਿਵੇਂ ਕਿ ਅੱਲਾਹ ਤਾਲਾ ਦੀ ਤਰਫੋਂ ਆਉਣ ਵਾਲੀਆਂ ਨੇਮਤਾਂ ਤੇ ਸ਼ੁਕਰ ਕਰਦਾ ਹੈ। मोहन बंदे ना ते मामले बड़ा जी। ਅੱਲਾਹੁ ਅਕਬਰ। ਹੁਣ ਆਖਰੀ ਕਿਸਮ ਸਮਝ ਆਈ? ਆਖਰੀ ਕਿਸਮ ਕੀ ਆ? ਵਹਿਮ। ਕਿਸੇ ਨੇ ਆ ਕੇ ਕਹਿਤਾ, ਸਵਾਲ ਹੈ ਸ਼ੇਖ, ਇਹ ਲਾ ਲਿਓ। ਜਿਹੜਾ ਆਪਾਂ ਤਾਂ ਹੁਣ ਤਾਂ ਮੈਂ ਤੁਸੀਂ ਪੜ੍ਹਦੇ ਆਂ ਦੇ ਵਿੱਚ ਆਂਦਾ ਬਮਾ ਮਿਜ਼ਾਰੀਨ ਫੀ ਬਿਨ ਆਦਿਨ ਇਲਾ ਬਿਦਨਿਲlah। ਅੱਛਾ, ਕੋਈ ਵੀ ਨੁਕਸਾਨ ਜਾਦੂ ਦੇ ਜ਼ਰੀਏ ਨਹੀਂ ਹੁੰਦਾ ਮਗਰ ਅੱਲਾਹ ਤਾਲਾ ਵਿੱਚ ਹੋਵੇ, ਅੱਲਾਹ ਤਾਲਾ ਦਾ ਇਜ਼ਨ ਹੋਵੇ, ਅੱਲਾਹ ਤਾਲਾ ਦੀ ਇਜਾਜ਼ਤ ਹੋਵੇ। ਤੁਸੀਂ ਕਹਿ ਰਹੇ ਜੀ ਕਿ ਜਾਦੂ ਹੁੰਦਾ ਹੀ ਨਹੀਂ, ਜਾਦੂ ਹੈ ਹੀ ਨਹੀਂ, ਕਿਸੇ ਚੀਜ਼ ਦਾ ਨਾਮ ਹੀ ਨਹੀਂ। ਸੁਣਿਆ ਜੀ ਇਲਾ ਬਿਇਜ਼ਨਿਲlah ਤੋਂ ਕੀ ਮੁਰਾਦ? ਇਲਾ ਬਿਇਜ਼ਨਿਲlah ਬੜਾ ਪਿਆਰਾ ਸਵਾਲ ਹੈ, ਇਸੇ ਨੂੰ ਅੱਜ ਕਵਰ ਕਰਨਾ ਸੀਗਾ। ਵਮਾ ਹੁਮ ਬਿਦਾਰੀਨਾ ਬਿਹੀ ਮਿਨ ਅਹਦ, ਇਹ ਜੁਮਲਾ ਪੂਰਾ ਹੋ ਗਿਆ ਹੈ। ਤੇ ਹੁਣ ਬੰਦਾ ਸੋਚੇ ਕਿ ਮੈਨੂੰ ਸੁਣਿਆ ਜੇ, ਇਹਦਾ ਮਤਲਬ ਮੈਨੂੰ ਕੋਈ ਗੱਲ ਕਰੇਗੀ ਵੀ ਤਕਲੀਫ ਨਹੀਂ ਹੋਣੀ ਚਾਹੀਦੀ, ਮੈਨੂੰ ਕੋਈ ਗਾਲ ਕੱਢੇ ਵੀ ਤਕਲੀਫ ਨਹੀਂ ਹੋਣੀ ਚਾਹੀਦੀ, ਮੈਨੂੰ ਕੋਈ ਬੇਇੱਜ਼ਤੀ ਕਰੇ ਤਕਲੀਫ ਨਹੀਂ ਹੋਣੀ ਚਾਹੀਦੀ। ਗੱਲਾਂ ਗੁੱਲਾਂ ਨਹੀਂ ਜਾਂ ਮੁਸੀਬਤ ਨਹੀਂ, ਅੱਲਾਹ ਲਿਓ ਸੁਣੋ ਤਾਂ ਸਹੀ ਨਾ। ਸ਼ੇਖ ਇੰਨੀ ਦੇਰ ਮੈਨੂੰ ਵੀ ਟੁੱਟਿਆ ਸੀ ਸੁਣਦੇ ਨੇ, ਕੋਈ ਸਾਡੀ ਤੋਂ ਲਫ਼ਜ਼ ਵੀ ਤਾਂ ਸੁਣੋਗੇ ਨਾ। ਸੁਣਾਓ ਜੀ ਸੁਣਾਓ। ਮੇਰੇ ਟਾਈਮ ਮਤਲਬ ਹੈ ਕਿ ਉਹ ਜਿਹੜੀਆਂ ਆਏ ਦਿਨ ਨਾ ਸਈਦੀ ਕੁਮ ਇਹ ਉਹ ਇਹ ਸਾਰੀਆਂ ਇਹ ਮੁਸੀਬਤਾਂ ਮਸਾਇਬ ਇਹ ਸਾਰੀਆਂ ਚੀਜ਼ਾਂ ਨਜ਼ਰ ਆਉਂਦੀਆਂ ਨੇ, ਪਤਾ ਹੈ ਇਸ ਚੀਜ਼ ਦਾ। ਲੇਕਿਨ ਮੈਂ ਕਹਿੰਦਾ ਵੀ ਜਿੱਥੇ ਆ ਹੁਣ ਗੱਲ ਹੋ ਰਹੀ ਹੈ ਨਾ, ਇਹ ਉਹ ਮੁਸੀਬਤਾਂ ਦੀ ਜਾਂ ਉਹ ਅੱਲਾਹ ਤਾਲਾ ਦੀ ਤਰਫ ਜਿਹੜਾ ਹੁਣ ਤੁਸੀਂ ਕਹਿ ਰਹੇ ਜੇ ਵਮਾ ਹੁਮ ਬਿਜ਼ਾਰੀਨ ਵੀ ਮਿਨ ਅਹਦਿਨ ਇਲਾ ਮਿਨ ਅਹਦਿਨ, ਇਸ ਤੋਂ ਬਾਅਦ ਪਿੱਛੇ ਜਾਦੂ ਦੀਆਂ ਗੱਲਾਂ ਹੋ ਰਹੀਆਂ ਨੇ। ਸੁਲੈਮਾਨ ਅਲੈਹਿਸਲਾਮ ਦਾ ਦੌਰ, ਫਰਿਸ਼ਤੇ ਆਏ ਨੇ, ਜਾਦੂ ਸਿਖਲਾ ਰਹੇ ਨੇ। ਨਹੀਂ, ਫਰਿਸ਼ਤੇ ਨਹੀਂ ਸਿਖਲਾ ਰਹੇ, ਨਹੀਂ ਫਰਿਸ਼ਤੇ ਨਹੀਂ ਸਿਖਲਾ ਰਹੇ, ਇਹ ਤੁਸੀਂ ਜੁਮਲਾ ਖਤਮ ਕਰ ਦਿਓ, ਠੀਕ ਹੈ ਨਾ। ਫਰਿਸ਼ਤੇ ਨਹੀਂ ਸਿਖਲਾ ਰਹੇ। ਇਹਨਾਂ ਤੱਕ ਕਰਕੇ ਮੈਨੂੰ ਦੱਸੋ ਕਿਉਂ ਨਹੀਂ ਸਿਖਲਾ ਰਹੇ? ਜਦੋਂ ਤਰਜਮੇ ਸੁਣਿਆ ਜੇ ਤੁਹਾਨੂੰ ਮੈਂ ਸਾਰਾ ਸਮਝਾ ਦਿੰਦਾ। ਆਪਾਂ ਇਸ ਐਤ ਦੀ ਤਫਸੀਲ ਵਿੱਚ ਜਾਣਾ ਹੈ, ਹਜੇ ਆਪਾਂ ਇਹਦੀ ਐਤ ਦੀ ਤਫਸੀਲ 'ਚ ਨਹੀਂ ਗਏ, ਆਪਾਂ ਸਿਰਫ ਲਫ਼ਜ਼ ਜਾਦੂ ਤੇ ਆ। ਮੈਂ ਤੁਹਾਨੂੰ ਕੱਲ ਕਿਹਾ ਸੀਗਾ ਆਊਜ਼ੂ ਬਿਕਲਿਮਾਤਿල්ਲਾਹਿ ਤਾਮਮਾਤਿ ਮਿਨ ਸ਼ਰਰਿ ਮਾ ਖਲਕ। ਜੇ ਅੱਲਾਹ ਤਾਲਾ ਜੇ ਸਾਰੀ ਸਮਝ ਆ ਗਈ, ਮੈਂ ਇੱਥੋਂ ਪੁੱਛਣਾ ਚਾਹੁੰਦਾ ਵੀ ਜਾਦੂ ਅਗਰ ਅਸਰ ਨਹੀਂ ਕਰਦਾ, ਜਾਦੂ ਨਹੀਂ ਹੈਗਾ, ਤੇ ਨਬੀ ਸੱਲੱਲਾਹੁ ਅਲੈਹਿ ਵਸੱਲਮ ਤੇ ਕਿਹੜੀ ਆਈ ਦੀ ਕੌਮ ਆਈ ਤੇ ਨਾਸ ਜਾਂ ਉਹਨਾਂ ਨੇ ਕਿਹੜੀਆਂ ਉਹ ਨੌਜ਼ ਬਿਲਾ ਗੁਨਾਹ ਸਨ ਜਿਨ੍ਹਾਂ ਵਜ੍ਹਾ ਤੋਂ ਉਹਨਾਂ ਤੇ ਜਾਦੂ ਹੋਇਆ ਜਾਂ ਉਹਨਾਂ ਤੇ ਅਸਰ ਹੋਇਆ ਜਾਂ ਉਹਨਾਂ ਦੇ ਖਿਆਲਾਤ ਨੂੰ ਬਦਲ ਦਿੱਤਾ ਗਿਆ, ਉਹਨਾਂ ਦੀ ਵਜ਼ਾਹਤ ਕਰੋ। ਸ਼ੇਖ ਸਾਹਿਬ ਸੁਣੋ ਤਾਂ ਸਹੀ ਨਾ, ਮੈਨੂੰ ਜਵਾਬ ਤੇ ਦੇ ਲੈਂਦੇ ਹੋ ਸਿਰਫ 1 ਮਿੰਟ ਵਾਸਤੇ। ਮੈਂ ਤੁਹਾਨੂੰ ਕਹਿ ਰਿਹਾ ਕਿ ਆਊਜ਼ੂ ਬਿਕਲਿਮਾਤਿල්ਲਾਹਿ ਤਾਮਮਾਤਿ ਮਿਨ ਸ਼ਰਰਿ ਮਾ ਖਲਕ। ਜੇ ਅੱਲਾਹ ਤਾਲਾ ਦੇ ਕਲਿਮਾਤ ਇਨਸਾਨ ਨੂੰ ਪਨਾਹ ਦੇ ਸਕਦੇ ਨੇ ਤੇ ਇਹਦਾ ਮਤਲਬ ਹੈ ਕਿ ਕੁਝ ਕਲਿਮਾਤ ਐਸੇ ਵੀ ਨੇ ਜਿਹੜੇ ਇਨਸਾਨ ਨੂੰ ਨੁਕਸਾਨ ਪਹੁੰਚਾ ਸਕਦੇ ਨੇ। ਲੇਕਿਨ ਕਿਆ ਉਹ ਹਰ ਕਿਸੇ ਨੂੰ ਪਤਾ ਹੈ? ਸਾਨੂੰ ਨਹੀਂ ਪਤਾ। ਕਿਆ ਅਸੀਂ ਉਹਦੀ ਟੋਹ ਲਾ ਸਕਦੇ ਹਾਂ? ਇਸਲਾਮ 'ਚ ਇਜਾਜ਼ਤ ਹੈ ਟੋਹ ਲਾਉਣ ਦੀ? ਜਾਦੂ ਕੌਣ ਕਰਦਾ? ਨਹੀਂ। ਇਸਲਾਮ 'ਚ ਜਾਦੂ ਕਰਨ ਵਾਲੇ ਦੀ ਟੋਹ ਲਾਉਣ ਦੀ ਇਜਾਜ਼ਤ ਨਹੀਂ ਗੀ। ਕਿਉਂ? ਇਹ ਇਲਮੇ ਗੈਬ ਦੀ ਕੈਟਾਗਰੀ 'ਚ ਆਇਆ ਦੀ ਚੀਜ਼। ਅੱਛਾ ਖੈਰ, ਹੁਣ ਅੱਗੇ ਸਵਾਲ। ਇਹ ਤੁਸੀਂ ਟੋਹ ਵਾਲੀ ਹੋਰ ਚੀਜ਼ ਹੈ, ਤਹਿਕੀਕਾਤ ਰਿਸਰਚ ਕਰਨਾ ਹੋਰ ਚੀਜ਼ ਹੈ, ਟੇਵਾ ਲਾਣਾ ਹੋਰ ਚੀਜ਼ ਹੈ। ਨਹੀਂ, ਹੁਣ ਤਹਿਕੀਕ ਮਿਸਾਲ ਦੇ ਤੌਰ ਤੇ ਮੈਂ ਤਹਿਕੀਕ ਜਾਦੂ ਕਰਨ ਵਾਲੀ ਤਹਿਕੀਕ ਕਰਕੇ ਕੀ ਕਰਾਂਗਾ? ਇਸਲਾਮ 'ਚ ਕੀ ਸਜ਼ਾ ਜਾਦੂ ਕਰਨ ਵਾਲੀ ਦੀ? ਅੱਛਾ, ਮੈਨੂੰ ਪਹਿਲੇ ਇਹ ਦੱਸੋ ਨਾ ਤੁਸੀਂ ਵੀ ਆ ਜਿਹੜੇ ਫਰਿਸ਼ਤੇ ਆ ਕੇ ਸਿਖਲਾਉਂਦੇ ਰਹੇ ਨੇ, ਕੀ ਸਿਖਲਾਉਂਦੇ ਰਹੇ ਨੇ? ਆਪਾਂ ਹੁਣ ਆਇਤ ਦੁਬਾਰਾ ਖੋਲੋ ਜੀ, ਹੁਣ ਆਇਤ ਖੋਲੋ, ਤੁਹਾਨੂੰ ਇਸ ਦਾ ਜਵਾਬ ਦੇ ਦੇਵਾਂ। ਕਿਆ ਮੈਂ ਗੱਲ ਪੂਰੀ ਕਰ ਲਵਾਂ ਤੇ ਫਿਰ ਆਪਾਂ ਜਵਾਬ ਦੇਵਾਂ ਤੁਹਾਨੂੰ ਮੈਂ ਤਸੱਲੀ ਨਾਲ? ਗੱਲ ਹੁਣ ਪੂਰੀ ਤਾਂ ਹੋਵੇਗੀ ਨਾ ਜੇ ਸਾਨੂੰ ਸਮਝ ਆਵੇਗਾ ਵੀ ਜਾਦੂ ਹੁੰਦਾ ਹੈ ਜਾਂ ਨਹੀਂ ਹੁੰਦਾ। ਸਾਨੂੰ ਉਹੀ ਸ਼ੇਖ ਸਾਹਿਬ ਸੁਣ, ਸ਼ੇਖ ਸਾਹਿਬ ਮੈਂ ਤੁਹਾਨੂੰ ਇਤਨੀ ਤਫਸੀਲ ਨਾਲ ਇਹ ਸਮਝਾਇਆ ਕਿ ਮੁਸਲਮਾਨ ਬੰਦੇ ਤੇ ਆਉਣ ਵਾਲੀ ਮੁਸ਼ਕਲਾਤ ਦਾ ਮੁਸਲਮਾਨ ਕਿਵੇਂ ਰਿਐਕਸ਼ਨ ਕਰਦਾ ਹੈ, ਮੂਮਨ ਬੰਦੇ ਤੇ ਆਉਣ ਵਾਲੀ ਮੁਸ਼ਕਲਾਤ ਦਾ ਮੂਮਨ ਬੰਦਾ ਕਿਵੇਂ ਸਾਹਮਣਾ ਕਰਦਾ ਹੈ ਜਾਂ ਉਹਨਾਂ ਨੂੰ ਕਿਵੇਂ ਕੰਟਰੋਲ ਕਰਦਾ ਹੈ ਜਾਂ ਸੰਭਾਲਦਾ ਹੈ। ਤੁਹਾਨੂੰ ਮੈਂ ਇਹ ਦੱਸ ਰਿਹਾ ਸੀ ਆਖਰੀ ਕਿਸਮ ਜਾਦੂ ਦੀਆਂ ਜਿਹੜੀ ਮੈਂ 2 ਕਿਸਮਾਂ ਦੇ ਵਿੱਚੋਂ ਇੱਕ ਸੀ ਜ਼ਹਿਨੀ ਅਜ਼ੀਅਤ, ਜ਼ਹਿਨੀ ਬਿਮਾਰੀ, ਠੀਕ ਹੈ ਨਾ, ਡਿਪਰੈਸ਼ਨ ਵਗੈਰਾ, ਗੁੱਸਾ ਵਗੈਰਾ, ਉਹ ਮਿਸਾਲ ਦੇ ਹਟਿਆ। ਆਖਰੀ ਜਿਹੜੀ ਉਹ ਇਹ ਆ ਕਿ ਮੈਨੂੰ ਨਹੀਂ ਪਤਾ, ਮੈਨੂੰ ਕਿਸੇ ਨੇ ਆ ਕੇ ਕਿਹਾ, ਇਹੀ ਤਾਂ ਮੈਂ ਗੱਲ ਦੱਸ ਰਿਹਾ ਸੀ, ਮੈਨੂੰ ਆ ਕੇ ਕਿਸੇ ਨੇ ਕਿਹਾ ਕਿ ਮੋਤੀਆ ਰਹਿਮਾਨ ਸਾਹਿਬ ਨੂੰ ਕਿਸੇ ਨੇ ਆ ਕੇ ਕਿਹਾ ਕਿ ਉਮਰ ਨੇ ਤੁਹਾਡੇ ਤੇ ਜਾਦੂ ਕੀਤਾ। ਹੁਣ ਮੋਤੀਆ ਰਹਿਮਾਨ ਸਾਹਿਬ ਕੋਲੇ ਕੀ ਦਲੀਲ ਆ ਕਿ ਇਹਨਾਂ ਤੇ ਜਾਦੂ ਹੋ ਗਿਆ? ਕੀ ਦਲੀਲ ਆ? ਫਿਰ ਗੱਲ ਆ ਗਈ ਇਲਾਜ ਤੇ। ਇਲਾਜ ਦੀਆਂ ਕਿ ਕਿਸਮਾਂ ਤੁਹਾਨੂੰ ਮੈਂ ਦੱਸ ਰਿਹਾ। ਹੁਣ ਇਹੀ ਤੇ ਮੈਂ ਤੁਹਾਨੂੰ ਸਮਝਾ ਰਿਹਾ ਸੀਗਾ ਕਿ ਹੁਣ ਮੈਨੂੰ ਕਿਵੇਂ ਪਤਾ ਲੱਗੇਗਾ 100% ਕਿ ਮੇਰੇ ਤੇ ਵਾਕਈ ਤੌਰ ਤੇ ਜਾਦੂ ਹੋਇਆ, ਠੀਕ ਹੈ, ਔਰ ਮੈਨੂੰ ਆਉਣ ਵਾਲੀ ਹਰ ਬਿਮਾਰੀ ਦੇ ਪਿੱਛੇ ਵਜ੍ਹਾ ਜਾਦੂ ਆ, ਮੈਨੂੰ ਕਿਵੇਂ ਪਤਾ ਲੱਗੇਗਾ? ਜਦਕਿ ਕੁਰਾਨ ਉਹਦੇ ਬਾਰੇ ਕੁਝ ਹੋਰ ਕਹਿ ਰਿਹਾ। ਬੰਦੇ ਦੀ ਛੱਟੀ ਹਿੱਸਾ ਆਦੇ ਨੇ ਵੀ ਯਾਰ, ਇਹਦੀ ਛੱਟੀ 5 ਹਿੱਸਾ ਹੁੰਦੀਆਂ ਨੇ ਨਾ, ਛੱਟੀ ਹਿੱਸੇ ਕੰਮ ਕਰਦੀ ਹੈ ਤੇ ਉਹ ਕੰਮ ਕਰਨ ਤੋਂ ਮੁਰਾਦ ਇਹ ਹੁੰਦੇ ਕਿ ਬੰਦਾ ਕੋਈ ਨਾ ਕੋਈ ਹਿਸਾਬ ਤਾਂ ਲਾਦਾ ਨਾ, ਕੋਈ ਉਹਦੇ ਖੌਫ ਦੇ ਜਾਂ ਉਹਦੇ ਅਸਰਾਤ ਐਸੇ ਹੀ ਹੈ। ਡਾਕਟਰ ਹਜ਼ਾਰਾਂ ਫਿਰ ਲੈਣੇ, ਡਾਕਟਰ ਕਹਿੰਦਾ ਵੀ ਇਹਨੂੰ ਬਿਮਾਰੀ ਨਹੀਂ ਹੈਗੀ, ਲੇਕਿਨ ਉਹ ਠੀਕ ਹੁੰਦਾ ਨਾ ਹੀ ਨਹੀਂ ਲੈਂਦਾ। ਕੀ ਕਰੋਗੇ ਉਹਦਾ? ਕੀ ਆਖਾਂ? ਉਹਨੂੰ ਤੇ ਉਹ ਤੇ ਦੇਖਿਆ ਜਾ ਰਿਹਾ।
ਤੁਹਾਨੂੰ ਉਹੀ ਤਾਂ ਮੈਂ ਦੱਸ ਰਿਹਾ ਨਾ ਲਾ ਲਿਓ। ਤੁਸੀਂ ਆਪਣੇ ਤੌਰ ਤੇ ਬਿਮਾਰੀ ਦੋ ਕਿਸਮਾਂ ਦੱਸੀਆਂ ਮੈਂ, ਜਿਸਮਾਨੀ ਤੇ ਰੂਹਾਨੀ। ਜਿੰਨਾ ਜ਼ਿਕਰ ਅਸੀਂ ਪੂਰਾ ਢਿੱਲ ਨਹੀਂ ਨਾ ਲਾ ਲੈਂਦੇ ਤੇ ਬਿਮਾਰੀ ਨਹੀਂ ਖਤਮ ਹੁੰਦੀ, ਬੇਬਸ ਹੁੰਨੇ ਆ, ਉੱਥੋਂ ਅੱਲਾਹ ਕੋਲੋਂ ਮਦਦ ਮੰਗਣੀ ਹੈ। ਤੇ ਅਸੀਂ ਕਿਸੇ ਨੂੰ ਪਹਿਲੇ ਦੀ ਗੱਲ ਹੋਈ ਸੀ ਕਿ ਜਿਹੜੇ ਵਾਜ ਰੂਹ ਹੈ ਇਹ ਬਹੁਤ ਹਮਾਰੇ ਜਿਹੜੇ ਕਹਿ ਨਾ ਇਹ ਨਹੀਂ ਕਿ ਜਦ ਕਿ ਮਾਰਿਆ ਚਨਾਤ ਦੀ ਵਜ੍ਹਾ ਤੋਂ ਉਹ ਤੇ ਤੁਸੀਂ ਬਿਲਕੁਲ ਬਜਾ ਫਰਮਾਇਆ। ਅੱਛਾ ਹੁਣ ਸਮਝਿਆ ਜੀ ਸ਼ੇਖ ਸਾਹਿਬ, ਆਪਾਂ ਜੀ ਤੁਸੀਂ ਗੱਲ ਕਰ ਰਹੇ ਹੋ ਨਾ, ਹੁਣ ਆਪਾਂ ਉਸ ਜਾਦੂ ਤੇ ਉਸ ਆਇਤ ਤੇ ਆਈਏ ਜਿਹੜੀਆਂ ਕਿ ਵਯਤਅਲਮੂਨਾ ਮਿਨਹੁਮਾ ਮਾ ਯਫਰਕੂਨਾ ਬਿhi ਬੈਨ ਅਲ-ਮਰਈ ਵ ਜ਼ੌਜੀ। ਇਸ ਆਇਤ ਤੋਂ ਹੁਣ ਆਪਾਂ ਸਾਹਮਣੇ ਰੱਖ ਕੇ ਇਸ ਤੋਂ ਪਹਿਲੇ ਜਿਹੜਾ ਤਾਂ ਟੁਕੜਾ ਨਾ ਹੁੰਦਾ ਸੇ ਪਹਿਲੇ ਵਜ਼ਾਹਤ ਕਰੋ ਨਾ। ਇਸ ਤੋਂ ਪਹਿਲੇ ਜਿਹੜਾ ਨਾ ਯੁਅਲਿਮੂਨ ਅਨ-ਨਾਸ ਸਿਹਰ ਵ ਮਾ ਉਨਜ਼ਿਲਾ ਅਲਲ ਮਲਕੈਨ ਬਿਲਾ व ਹਾਰੂਤ व ਮਾਰੂਤ ਵਤਬਊ ਮਾ ਤਤਲੂ ਸ਼ਯਾਤੀਨ ਅਲਾ ਮੁਲਕ ਸੁਲੈਮਾਨ। ਸ਼ੇਖ ਸਾਹਿਬ ਇਹ ਫਰਿਸ਼ਤਿਆਂ ਤੇ ਇਲਜ਼ਾਮ ਨਾ ਲਾਓ। ਵਤਬਊ ਮਾ ਤਤਲੂ ਸ਼ਯਾਤੀਨੂ ਅਲਾ ਮੁਲਕ ਸੁਲੈਮਾਨ ਵ ਮਾ ਕਫਰ ਸੁਲੈਮਾਨੂ ਵਲਾਕਿਨ ਸ਼ਯਾਤੀਨਾ ਕਫਰੂ ਯੁਅਲਿਮੂਨ ਯੁਅਲਿਮੂਨ ਅਨ-ਨਾਸ ਸਿਹਰ। ਸ਼ੇਖ ਸਾਹਿਬ ਐਵੇਂ ਨਾ ਕਰੋ, ਫਰਿਸ਼ਤਿਆਂ ਦੇ ਨਾਲ ਲੈ ਕੇ ਜਾਓ ਗੱਲ, ਫਰਿਸ਼ਤਿਆਂ ਦੇ ਨਾਲ ਲੈ ਕੇ ਜਾਓ। ਆਇਤ ਪੂਰੀ ਪੜੋ, ਆਇਤ ਖੋਲ ਕੇ ਅੱਗੇ ਰੱਖੋ, ਤੁਹਾਨੂੰ ਸਮਝ ਆਏ। ਠੀਕ ਹੈ, ਮੈਨੂੰ ਪਤਾ ਤੁਸੀਂ ਬਜਾ ਫਰਮਾ ਰਹੇ ਹੋ ਜਿਸ ਪੁਆਇੰਟ ਤੋਂ ਤੁਸੀਂ ਆ ਰਹੇ ਹੋ, ਲੇਕਿਨ ਆਪਾਂ ਆਇਤ ਵੀ ਸਾਹਮਣੇ ਰੱਖਣੀ। एक मिनट ठहर। अजरा क्या गया है वमा युअतिबानी मिन अहदिन, नहीं वो सिखलाते थे किसी एक को हत्ता यकूला, यहाँ तक कि वो दोनों फरिश्ते कहते थे इन्नमा नहनु फितनतुन, बेशक हम तो एक आजमाइश है, फला तकफुर, तुम ना कुफर करो। की चीज सिखलाते सन जेड़ा कहंदे सन तुसी इस कुफर ते मुबतला ना हो। ਹੁਣ ਇਸ ਚੀਜ਼ ਨੂੰ ਸਮਝੀਏ। ਸ਼ੇਖ ਸਾਹਿਬ ਇਹੀ ਤੇ ਮੈਂ ਦੱਸ ਰਿਹਾ ਕਿ ਮੈਂ ਜਾਦੂ ਕੀ ਚੀਜ਼ ਆ, ਆਪਾਂ ਇੰਨੀ ਦੇਰ ਲਾ ਕੇ ਸਮਝਣ ਦੀ ਕੋਸ਼ਿਸ਼ ਕੀਤੀ ਆ, ਉਹ ਇਲਮ ਦੀ ਹਾਸਲ ਕਰ। ਜਾਦੂ ਵਾਲੀ ਸਾਈਡ ਤੇ ਤਾਂ ਜਾਈਏ ਨਾ, ਸਾਨੂੰ ਪਤਾ ਲੱਗੇ ਵੀ ਉਹ ਫਰਿਸ਼ਤੇ ਆ ਕੇ ਕੀ ਸਿਖਾਉਂਦੇ ਸਨ, ਜਿਹੜੇ ਨਾਲੇ ਕਹਿੰਦੇ ਸਨ ਅਸੀਂ ਅਜ਼ਮਾਇਸ਼ ਆ, ਤੇ ਨਾਲੇ ਕਹਿੰਦੇ ਸਨ ਤੁਸੀਂ ਇਹ ਕੁਫਰ ਨਾ ਕਰੋ, ਨਾ ਸਿੱਖੋ। ਉਹ ਕਿਹੜਾ ਇਲਮ ਹੈ ਜਿਹੜਾ ਫਰਿਸ਼ਤਿਆਂ ਨੇ ਸਿਖਾਉਂਦੇ ਸਨ ਤੇ ਕਹਿੰਦੇ ਸਨ ਇਹ ਸਿੱਖਣ ਨਾਲ ਉਹ ਸਾਨੂੰ ਇਲਮ ਦੱਸੋ ਨਾ, ਨਹੀਂ ਅਸੀਂ ਉਹ ਨਾ ਸਿੱਖੀਏ, ਉਹਦੇ ਕਰੀਬ ਨਾ ਜਾਈਏ ਤਾਂ ਕਿ ਅਸੀਂ ਕੁਫਰ 'ਚ ਮੁਬਤਲਾ ਨਾ ਹੋ ਜਾਈਏ। ਸ਼ੇਖ ਸਾਹਿਬ ਹੁਣ ਪਹਿਲੇ ਆਇਤ ਦਾ ਤਰਜਮਾ ਸੁਣ ਲਿਆ ਜੀ। ਵਤਬਾਊ ਮਾ ਤਤਲੂ ਸ਼ਯਾਤੀਨ ਅਲਾ ਮੁਲਕ ਸੁਲੈਮਾਨ, ਉਹਨਾਂ ਨੇ ਪੈਰਵੀ ਕਰਨੀ ਸ਼ੁਰੂ ਕਰਤੀ ਉਸ ਚੀਜ਼ ਦੀ ਜਿਹੜੀ ਸ਼ੈਤਾਨਾਂ ਨੇ ਪੜ੍ਹ ਕੇ ਸੁਣਾਇਆ ਸੁਲੈਮਾਨ ਅਲੈਹਿਸਸਲਾਮ ਦੇ ਦੌਰੇ ਹਕੂਮਤ 'ਚ। ਹੁਣ ਸੁਣੇ ਜੇ ਇਹਦੀ ਹੁਣ ਕਹਾਣੀ, ਆਪਾਂ ਫਲਸਫਾ ਪੂਰਾ ਸਮਝਣਾ ਨਾ। ਹੁਣ ਨੰਬਰ 1 ਵਮਾ ਕਫਰ ਸੁਲੈਮਾਨ ਅਲੈਹਿਸਸਲਾਮ ਨੇ ਕੁਫਰ ਨਹੀਂ ਕੀਤਾ, ਸ਼ੈਤਾਨਾਂ ਨੇ ਕੁਫਰ ਕੀਤਾ। ਕਿਉਂ? ਯੁਅਲਿਮੂਨ ਅਨ-ਨਾਸ ਸਿਹਰ, ਉਹ ਜਿਨ ਲੋਕਾਂ ਨੂੰ ਜਾਦੂ ਸਿਖਾਉਂਦੇ ਸੀ। ਹੁਣ ਮੈਂ ਤੁਹਾਨੂੰ ਜਾਦੂ ਦੀਆਂ 4 ਕਿਸਮਾਂ ਕਾਹਤੋਂ ਸਮਝਾਈਆਂ ਨੇ। ਅੱਛਾ ਅੱਗੇ ਆ ਗਿਆ ਜੀ ਵਮਾ ਉਨਜ਼ਿਲਾ ਅਲਲ ਮਲਕੈਨ, और जो कुछ नाजिल किया गया, जादू की तो गाली नहीं हो रही। वमा उनज़िला अलल मलकैन बिबाबिल हारूत मारूत, हारूत मारूत जो कुछ नाजिल होया 2 फरिश्तियां ते बाबल शहर दे विच। वमा युअल्लिमान मिन अहद, ਉਹ ਕਿਸੇ ਨੂੰ ਕੁਝ ਨਹੀਂ ਸਿਖਾਉਂਦੇ ਸੀ, ਹੱਤਾ ਕਿ ਉਹ ਕਹਿੰਦੇ ਕਿ ਅਸੀਂ ਤੁਹਾਡੇ ਵਾਸਤੇ ਅਜ਼ਮਾਇਸ਼ ਆ ਤੇ ਕੁਫਰ ਨਾ ਕਰ ਬੈਠੇ ਜੇ। ਤੇ ਕੁਫਰ ਕਿਵੇਂ ਹੁੰਦਾ ਹੈ, ਹੁਣ ਆਪਾਂ ਇਹ ਵੀ ਸਮਝਣਾ ਹੈ। ਹੁਣ ਕੁਫਰ ਇਹ ਤੇ ਨਹੀਂ ਨਾ ਕਿ ਤੁਸੀਂ ਕੋਈ ਕੰਮ ਕੀਤਾ ਤਾਂ ਕੁਫਰ ਹੋ ਗਿਆ। ਹੁਣ ਮੈਂ ਤੁਹਾਨੂੰ ਦੱਸ ਕੇ ਹਟਿਆ ਕਿ ਜਿਹੜਾ ਬੰਦਾ ਇੰਤਕਾਮ ਦੀ ਅੱਗ 'ਚ ਆ ਕੇ ਸਾਰੇ ਮਾਮਲਾਤ ਅੱਲਾਹ ਤੋਂ ਹਟ ਕੇ ਮਾਫੀ ਤੇ ਦਰਗੁਜ਼ਰੀ ਨੂੰ ਛੱਡ ਕੇ ਇੰਤਕਾਮ ਦੀ ਅੱਗ 'ਚ ਪੈ ਜਾਵੇ ਤੇ ਉਹ ਕਿਆ ਉਹ ਹਰ ਕੰਮ ਨਹੀਂ ਕਰੇਗਾ ਜਿਹੜਾ ਕੁਫਰ ਦੀ ਕੈਟਾਗਰੀ 'ਚ ਆਏਗਾ। ਸਮਝਿਆ ਕਰੋ ਨਾ, ਲਾ ਲਿਓ ਮੁਹੱਬਤ। ਸਮਝ ਨਹੀਂ ਦੁਬਾਰਾ ਫਰਿਸ਼ਤੇ ਕੀ ਕਹਿੰਦੇ ਸਨ ਕਿ ਵਮਾ ਯੁਅੱਲਿਮਾਨ ਮਿਨ ਅਹਦ, ਕਿਸੇ ਨੂੰ ਕੁਛ ਨਹੀਂ ਸਿਖਾਉਂਦੇ ਸੀ, ਹੱਤਾ ਕਿ ਉਹ ਕਹਿੰਦੇ ਕਿ ਅਸੀਂ ਤੁਹਾਡੇ ਵਾਸਤੇ ਅਜ਼ਮਾਇਸ਼ ਆ, ਕੁਫਰ ਨਾ ਕਰ। ਅੱਗੇ ਸੁਣਿਆ ਜੀ ਫਯਤਅਲਮੂਨ ਮਿਨਹੁਮਾ ਮਾ ਯਫਰਕੂਨ ਬਿhi ਬੈਨ ਅਲ-ਮਰਈ ਵ ਜ਼ੌਜੀ। ਸੁਣਿਆ ਜੀ ਸ਼ੇਖ ਸਾਹਿਬ ਸਿੱਖਣ ਦੀ ਕੋਸ਼ਿਸ਼ ਕਰਦੇ। ਸੁਣਿਆ ਜੀ ਅੱਲਾਹ ਦਾ ਤਰਜਮਾ ਪੂਰਾ ਕਰ ਲੈਂਦੇ ਨਾ। ਫਯਤਅਲਮੂਨ ਕਿਉਂਕਿ ਪੂਰੀ ਆਇਤ ਤੋਂ ਬਗੈਰ ਗੱਲ ਨਹੀਂ ਨਾ ਸਮਝ ਆਣੀ। ਉਹ ਉਹਨਾਂ ਕੋਲੋਂ ਸਿੱਖਣ ਦੀ ਕੋਸ਼ਿਸ਼ ਕਰਦੇ, ਸਿੱਖਦੇ ਮਿਨਹੁਮਾ ਉਹਨਾਂ ਦੋਨਾਂ ਕੋਲੋਂ ਜੋ ਚੀਜ਼ ਸਬਬ ਬਣ ਸਕਦੀ ਸੀ, ਜਿਸ ਚੀਜ਼ ਦੇ ਜ਼ਰੀਏ ਉਹ ਫਰਕ ਪਾ ਸਕਦੇ ਸੀ ਬੰਦੇ ਤੇ ਔਰਤ ਦੇ ਦਰਮਿਆਨ। ਵਮਾ ਹੁਮ ਬਿਦਾਰੀਨ ਬਿhi ਮਿਨ ਅਹਦ, ਫੌਰੀ ਤੌਰ ਤੇ ਕੀ ਗੱਲ ਆ ਗਈ। ਇਹ ਉਹਨਾਂ ਦੀ ਕੋਸ਼ਿਸ਼ ਆ ਕਿ ਹੋ ਸਕਦਾ ਕਿ ਇਹ ਅਮਲ ਕਰਿਆ ਕੋਈ ਔਰਤ ਹਾਸਲ ਹੋ ਜਾਵੇ। ਅੱਗੇ ਆ ਗਿਆ ਜੀ ਵਮਾ ਹੁਮ ਬਿਦਾਰੀਨ ਬਿhi ਮਿਨ ਅਹਦ, ਕਿਸੇ ਨੂੰ ਨੁਕਸਾਨ ਨਹੀਂ ਪਹੁੰਚਾ ਸਕਦੇ ਸਿਵਾਏ ਇਸ ਚੀਜ਼ ਤੋਂ ਕਿ ਜਿਹੜੀ ਮੁਸੀਬਤ ਅੱਲਾਹ ਤਾਲਾ ਦੀ ਤਰਫੋਂ ਪਹਿਲੇ ਲਿਖੀ ਹੋਵੇ। ਉਹ ਤੇ ਪੱਕਾ ਰਹੇ ਆਇਤ ਕਰੀਮਾ ਦਾ ਤਰਜਮਾ ਵਯਤਅਲਮੂਨ ਮਾ ਯਦੁਰਹੁਮ। ਉਹ ਸੁਣਿਆ ਜੀ ਸ਼ੇਖ ਸਾਹਿਬ ਨੇ ਇੱਕ ਮਿੰਟ ਮੈਂ ਤੇ ਜਾਣ ਕੇ ਫਰਿਸ਼ਤੇ ਜਿਹੜੇ ਵਾਈ ਅਲੱਗ ਮਜ਼ਮੂਨ ਹੁੰਦੀ ਚੀਜ਼ ਠੀਕ ਉਹ ਨਹੀਂ ਪਹੁੰਚੀ ਸਾਰੀਆਂ। शेख साहब एक मिनट, अगला तो तर्जमा कर लेंदे हो ना, अगला अजे पूरा नहीं ना होया इहदा तर्जमा, सिर्फ एक मिनट। अल्लाह ताला फरमाया कि ਉਹ ਸਿੱਖਦੇ ਨੇ। सुने जे ਹੁਣ ਬੰਦਾ ਕੀ ਕਰਦਾ, ਮਿਸਾਲ ਦੇ ਤੌਰ ਤੇ ਮੈਂ ਜਾਦੂ ਸਿੱਖ ਲਿਆ, ਤੇ ਜਦੋਂ ਮੈਂ ਜਾਦੂ ਕਰਾਂਗਾ ਤੇ ਮੈਨੂੰ ਕਾਮਯਾਬੀ ਦੀ ਉਮੀਦ ਤੇ ਹੋਏਗੀ ਨਾ, ਕਿ ਮੇਰਾ ਜਾਦੂ ਕਾਮਯਾਬ ਹੋਏਗਾ। ਤੇ ਅੱਲਾਹ ਤਾਲਾ ਨੇ ਉਸ ਕਾਮਯਾਬੀ ਦੇ ਬਾਰੇ ਕੀ ਫਰਮਾਇਆ? ਵਯਤਅਲਮੂਨ ਮਾ ਯਦੁਰਹੁਮ ਵਲਾ ਯਨਫዑਹੁਮ,
ਕਾਮਯਾਬ ਨਹੀਂ ਉਹਦੇ ਜ਼ਰੀਏ ਹੋ ਸਕਦੇ। ਹੁਣ ਅਸੀਂ ਸਮਝਿਆ ਕਿ ਇਸ ਤੋਂ ਮੁਰਾਦ ਆ ਕਿ ਉਹਨਾਂ ਨੂੰ ਸਿਰਫ ਆਖਰਤ ਇਸ ਤੋਂ ਮੁਰਾਦ ਆ, ਹਾਲਾਂਕਿ ਸਿਰਫ ਇਸ ਤੋਂ ਆਖਰਤ ਦੀ ਮੁਰਾਦ ਹੈਗੀ, ਇਸ ਤੋਂ ਮੁਰਾਦ ਦੁਨੀਆ 'ਚ ਵੀ ਉਹ ਕਾਮਯਾਬ ਨਹੀਂ ਹੋਣਗੇ। ਸਮਝ ਆਈ? ਆਪਣੇ ਉਸ ਏਜੰਡੇ ਦੇ ਤਹਿਤ ਕਿ ਕਿਸੇ ਨੂੰ ਉਹਨਾਂ ਨੇ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰਨਗੇ। ਅੱਛਾ, ਵਲਕਦ ਆਲਿਮੂ ਲਮਨ ਵਮਾ ਹੁਮ ਬਿਦਾਰਿਨ ਬਿhi ਮਿਨ ਅਹਦ। हाँ जी, ਉਹ ਅੱਲਾ ਨੇ ਹੁਕਮ ਤੋਂ ਬਗੈਰ ਦੇ ਉਹ ਕਾਮਯਾਬ ਨਹੀਂ ਹੋ ਸਕਦੇ ਤੇ ਅੱਗੇ ਅੱਲਾ ਤਾਲਾ ਨੇ ਦੁਬਾਰਾ ਕਿਹਾ ਵੀ ਉਹ ਨਹੀਂ ਕਾਮਯਾਬ ਨਹੀਂ ਹੋ ਸਕਦੇ ਵੀ ਆਪਣੀ ਉਹਨਾਂ ਦੀ ਕੋਸ਼ਿਸ਼ ਨੇ ਜਾਂ ਕਰੀਏ ਤੇ ਆ ਹੋ ਜਾਏਗੀ ਸ਼ਾਹ ਸਾਹਿਬ ਹੁਣ ਜਾਂ ਤਾਂ ਕਹਾਂ ਬੰਦੌਰ ਪੈਸਾ ਹੋ ਜਾਏਗੀ। ਹਾਂਜੀ, ਹੁਣ ਇੱਕ ਪੁਆਇੰਟ ਸਮਝ ਲਿਆ ਜੀ। ਕਬਾਲ ਇੱਕ ਯਹੂਦੀਆਂ ਦੀ ਇੱਕ ਕਬੀਲਾ ਸੀ, ਠੀਕ ਹੈ। ਉੱਥੋਂ ਲਫ਼ਜ਼ ਨਿਕਲਿਆ ਕਬਾਲਾ ਜਾਦੂ, ਜਿਹਨੂੰ ਕਾਲਾ ਜਾਦੂ ਵੀ ਕਿਹਾ ਜਾਂਦਾ ਹੈ। ਇਹਦੇ ਅਸਰਾਤ, ਹਾਂਜੀ, ਇਹਦੇ ਅਸਰਾਤ ਮੌਜੂਦ ਨੇ। ਮੈਂ ਤੁਹਾਨੂੰ ਦੱਸ ਰਿਹਾ ਸੀ, ਇਹੀ ਚੌਥੀ ਕਿਸਮ ਤੇ ਮੈਂ ਗੱਲ ਕਰ ਰਿਹਾ ਸੀ, ਸੌਰੀ ਆਖਰੀ ਕਿਸਮ ਤੇ ਜਾਦੂ ਤੇ, ਕਿ ਜੇ ਕਲਿਮਾਤ ਆਊਜ਼ ਵੀ ਕਲਿਮਾਤਿल्लाहि ਤਾਮਾਤ, ਜੇ ਕਲਿਮਾਤ ਅੱਲਾਹ ਤਾਲਾ ਦੇ ਪਨਾਹ ਦੇ ਸਕਦੇ ਨੇ ਨਾ, ਤੇ ਇਹਦਾ ਮਤਲਬ ਹੈ ਕੁਝ ਕਲਿਮਾਤ ਐਸੇ ਨੇ ਜਿਹੜਾ ਨੁਕਸਾਨ ਵੀ ਦੇ ਸਕਦੇ ਨੇ। ਸਮਝਾਈ? ਇਹ ਮੈਂ ਗੱਲ ਕੀਤੀ ਸੀਗੀ। ਔਰ ਉਹਦੇ ਵਿੱਚ ਉਹਨਾਂ ਦਾ ਅਸਰ ਕਿੰਨਾ ਹੈ? ਕਿਆ ਉਹ 100% ਗਰੰਟੀ ਹੈ? ਤੇ ਜੇ 100% ਗਰੰਟੀ ਆ ਕਿ ਜਾਦੂ ਏਡਾ ਹੀ ਕਾਮਯਾਬ ਆ, ਤੇ ਫਿਰ ਕਿਉਂ ਨਹੀਂ ਕੋਈ ਮੁਲਕ ਫਤਹ ਹੋ ਜਾਂਦਾ? ਕਿਉਂ ਨਹੀਂ ਕਿਸੇ 'ਚ ਬਾਦਸ਼ਾਹ ਚਲੀ ਜਾਂਦੀ? ਕਿਉਂ ਨਹੀਂ ਕੋਈ? ਤੁਸੀਂ ਤਰਜਮਾ ਪੂਰਾ ਨਹੀਂ ਕੀਤਾ, ਹੋਰ ਪਾਸੇ ਚਲੇ ਗਏ, ਨਾਲੇ ਕਹਿੰਦੇ ਸੀ ਤਰਜਮਾ ਪੂਰਾ। ਹਾਂ, ਵਲਕਦ ਆਲਿਮੂ ਲਮਨ ਇਸ਼ਤਰਾਹੂ, ਜਿਹੜਾ ਵੀ ਬੰਦਾ ਸੁਣਿਆ ਸ਼ਾਹ ਸਾਹਿਬ, ਵਲਕਦ ਆਲਿਮੂ, ਉਹਨਾਂ ਨੂੰ ਇਸ ਚੀਜ਼ ਦਾ ਪਤਾ ਲੱਗ ਗਿਆ। ਵਲਕਦ ਆਲਿਮੂ ਇਹ ਮਾਜ਼ੀ ਆ, ਉਹਨਾਂ ਨੂੰ ਇਸ ਚੀਜ਼ ਦਾ ਬਿਲਕੁਲ ਪਤਾ ਸੀ ਕਿ ਲਮਨ ਇਸ਼ਤਰਾਹੂ, ਇਸ਼ਤਰਾ ਦਾ ਮਾਨਾ ਸਿਰਫ ਇਹ ਨਹੀਂ ਹੁੰਦਾ ਖਰੀਦਣਾ। ਇਸ਼ਤਰਾ ਦਾ ਮਤਲਬ ਹੁੰਦਾ ਕਿ ਇੱਕ ਮਾਮਲੇ ਦੇ ਵਿੱਚ ਦਿਲਚਸਪੀ ਨਾਲ ਪੈ ਜਾਣਾ। ਇਹਨੂੰ ਵੀ ਇਸ਼ਤਰਾ ਕਿਹਾ ਜਾਂਦਾ ਅਰਬੀ ਦੇ ਵਿੱਚ, ਯਾਦ ਰੱਖਿਆ ਜੀ। ਯਾਨੀ ਉਹਨਾਂ ਨੂੰ ਪਤਾ ਸੀ ਕਿ ਜਿਹੜਾ ਇਹਨਾਂ ਕੰਮਾਂ ਦੇ ਵਿੱਚ ਦਿਲਚਸਪੀ ਲੈਣੀ ਸ਼ੁਰੂ ਕਰ ਦੇਗਾ, ਹੁਣ ਦੱਸੋ ਉਹ ਬੰਦੇ ਦਾ ਈਮਾਨ ਕੀ ਰਹਿ ਜਾਏਗਾ? ਉਹ ਨਮਾਜ਼ ਨੂੰ ਕਿੰਨੀ ਤਵੱਜੋ ਦੇਗਾ? ਆਖਿਰਤ ਦੇ ਬਾਰੇ ਕਿੰਨੀ ਫਿਕਰ ਕਰੇਗਾ? ਮਾ ਲਹੁ ਫਿਲ ਆਖਿਰਤ ਮਿਨ ਖਲਾਕ, ਉਸ ਬੰਦੇ ਦਾ ਆਖਿਰਤ 'ਚ ਕੋਈ ਹਿੱਸਾ ਨਹੀਂ। ਵਲਾ ਬਿਅਸ ਮਾ ਸ਼ਰੂ ਬਿhi ਅਨਫੁਸਹੁਮ, ਔਰ ਕਿਤਨੀ ਹੀ ਉਹ ਬੁਰੀ ਚੀਜ਼ ਹੈ ਜਿਹਦੇ ਬਦਲੇ ਉਹਨਾਂ ਨੇ ਆਪਣੇ ਆਪ ਨੂੰ ਵੇਚਤਾ। ਲਓ ਕਾਨੂ ਯਾਲਮੂਨ, ਕਾਸ਼ ਕਿ ਉਹਨਾਂ ਨੂੰ ਇਸ ਚੀਜ਼ ਦਾ ਪਤਾ ਹੁੰਦਾ। ਦੋ ਜਗ੍ਹਾ ਤੇ ਕਲਿਮਾ ਤੁਸੀਂ ਵਾਅਦੇ ਕਰੋ, ਇੱਕ ਤਾਂ ਵਮਾ ਉਨਜ਼ਿਲ ਅਲਾ ਅਲ-ਮਲਕੈਨੀ, ਦੂਸਰਾ ਵਮਾ ਯੁਅੱਲਿਫਾਨੀ। ਹਾਂਜੀ, ਇਹ ਤੁਸੀਂ ਦੱਸੋ ਵਮਾ ਉਨਜ਼ਿਲ ਅਲਾ ਅਲ-ਮਲਕੈਨੀ, ਇਹਦਾ ਰਿਸ਼ਤੇ ਕਿ ਉਹਦਾ ਕੋਈ ਜੋੜ ਹੈ ਜਾਂ ਇਹ ਗੱਲ ਅਲੱਗ ਹੋਈ ਆ। ਤੀਸਰਾ ਸਵਾਲ ਇਹ ਹੈਗਾ ਕਿ ਜੇ ਅਗਰ ਉਹ ਜਾਦੂ ਨਹੀਂ ਸਿਖਲਾਉਂਦੇ ਸਨ ਤੇ ਕਿਹੜਾ ਇਲਮ ਸੀ ਜਿਹੜਾ ਉਹ ਸਿਖਲਾਉਂਦੇ ਸਨ, ਤੇ ਉਹ ਸਿੱਖਣ ਨਾਲ ਆਖਿਰਤ 'ਚ ਵੀ ਹਿੱਸਾ ਨਹੀਂ ਬਣਦਾ, ਉਹ ਸਿੱਖਣ ਨਾਲ ਬੰਦਾ ਕਾਫਰ ਹੋ ਜਾਂਦਾ ਹੈ। ਇਹ ਤਿੰਨ ਚੀਜ਼ਾਂ ਨੇ ਇਸ ਆਇਤ 'ਚ ਜਵਾਬ ਦੱਸੋ ਜੀ। ਜਜ਼ਾਕੁਮੁੱਲਾਹ ਖੈਰ। ਬਹੁਤ ਪਿਆਰਾ ਸਵਾਲ ਹੈ ਜੀ, ਮਾਸ਼ਾਅੱਲਾ। ਮੈਂ ਕਿਹਾ ਕਿ ਅਸੀਂ ਫਿਤਨਾ ਉਹ ਫਿਤਨਾ ਕਿਹੜੀ ਜੈ ਪਾਉਂਦੇ ਮਾਸ਼ਾਅੱਲਾ ਜੀ। ਹਾਂਜੀ, ਨਾ ਜੋ ਤਰਜਮਾ ਇਹਦਾ ਇਪੜਾ ਵੀ ਯਾਰ ਕੋਈ ਬੋਲਿਆ ਨਾ ਮੈਨੂੰ ਭੁੱਲ ਜਾਂਦੀ ਗੱਲ। ਤੇ ਫਿਰ ਤੁਸੀਂ ਪਿੱਛੇ ਆਇਆ ਤਾਂ ਤਰਜਮਾ ਕੀਤਾ ਕਿ ਉਹਨਾਂ ਨੇ ਸ਼ੈਤਾਨ ਨੇ ਜਿਹੜਾ ਸਲਮਾਨ ਇਸਲਾਮ ਦੇ ਦੌਰ 'ਚ ਨਾਜ਼ਲ ਕੀਤਾ। ਨਹੀਂ ਨਾਜ਼ਲ ਨਹੀਂ ਕੀਤਾ, ਨਹੀਂ ਨਾਜ਼ਲ ਨਹੀਂ ਕੀਤਾ। ਸ਼ੈਤਾਨਾਂ ਨੇ ਕੁਛ ਨਹੀਂ ਨਾਜ਼ਲ ਕੀਤਾ। ਸ਼ੈਤਾਨ ਜੋ ਪੜ੍ਹਦੇ ਹੁੰਦੇ ਸੀਗੇ ਮੰਤਰ ਸ਼ੰਤਰ। ਹਾਂਜੀ, ਕਿੱਥੋਂ ਆਇਆ ਸ਼ੈਤਾਨ ਨੂੰ ਸਮਝਣਾ ਔਖਾ ਨਹੀਂਗਾ। ਸੁਣਿਆ ਜੀ, ਚਲੋ ਸ਼ੈਤਾਨ ਦਾ ਜਵਾਬ ਦੇ ਦਵਾਂ ਹੁਣੇ। ਇਸ ਮੈਂ ਸੁਣਾ ਰਿਹਾ ਨਾ ਸ਼ੇਖ ਸਾਹਿਬ, ਜੇ ਗਲਤੀ ਹੋਈ ਤਾਂ ਮੈਨੂੰ ਦੱਸਿਆ ਜੀ। ਵਤਬਾ ਉਹਨਾਂ ਨੇ ਪੈਰਵੀ की मादतुल शयातीनो, जो मौत की शैतानों ने सुलेमान सलाम की बादशाहत में काफर सुलेमान सलाम ने कुफर नहीं किया। आगे दसो जरा। वलाकिन्न शयातीन काफरू, शैताना ने कुफर कीता सी। क्यों? युअल्लिमून अन्नास सिहर, लोगों ਨੂੰ ਜਾਦੂ ਸਿਖਾਉਂਦੇ ਸੀ। ਯਾਨੀ ਸ਼ੈਤਾਨਾਂ ਨੇ ਜਾਦੂ ਕਿੱਥੋਂ ਲੈ ਲਿਆ? ਅੱਗੇ ਕਰੋ। ਠੀਕ ਹੋ ਗਿਆ। ਅੱਗੇ ਪੜਾ ਅਗਰ ਜੇ ਸ਼ੈਤਾਨ ਕਿਧਰੋਂ ਵੀ ਨਹੀਂ ਲਿਆ ਤੇ ਫਿਰ ਜੇ ਅਗਰ ਜਾਦੂ ਸਿਖਲਾਣਾ ਕੁਫਰ ਹੈ, ਤੇ ਫਿਰ ਜ਼ਾਹਰੀ ਗੱਲ ਹੈ ਜਾਦੂ ਦਾ ਕੋਈ ਨਾ ਕੋਈ ਚੀਜ਼ ਤਾਂ ਮੌਜੂਦ ਹੈ ਨਾ ਜਿੰਦੀ ਵਜ੍ਹਾ ਤੋਂ ਹੈ। ਫਿਰ ਫਰਿਸ਼ਤੇ ਆ ਕੇ ਕਿਹੜਾ ਇਲਮ ਸਿਖਾਉਂਦੇ ਰਹਿਣ, ਉਹ ਤਾਂ ਦੱਸੋ ਨਾ। ਇੱਕ ਮਿੰਟ ਠਹਿਰਾ ਜੀ ਸ਼ੇਖ ਸਾਹਿਬ ਆਇਓ। ਵਲਾਕਿਨ ਸ਼ਯਾਤੀਨ ਕਫਰੂ ਯੁਅੱਲਿਮੂਨ अन्नास सिहर, ਸ਼ੈਤਾਨਾਂ ਨੇ ਯਾਨੀ ਕਿ ਕੁਫਰ ਕੀਤਾ, ਕਿਉਂ? ਉਹਨਾਂ ਨੇ ਲੋਕਾਂ ਨੂੰ ਸਿਖਲਾਇਆ ਜਾਦੂ। ਅੱਗੇ ਹੁਣ ਉਹਦੀ ਵਜ਼ਾਹਤ ਤਾਂ ਚਾਹੀਦੀ ਸੀ, ਉਹ ਵਜ਼ਾਹਤ ਹੋਈ ਆ ਵਮਾ ਉਨਜ਼ਿਲਾ
और वो जो नाज़िल किया गया ये नहीं कि वमा उनजिला और जो नाज़िल वो अलहदा नहीं गा ये एक कहता तो स्लो भी नहीं है कि कहते पीछे अलहदा हो जाए तो दूसरी आंख में जो से जो है शुरू हो जाए साटी तो समझ तो नहीं आ रही ਤੁਸੀਂ ਨਾ ਵਮਾ ਉਨਜ਼ਲਾ ਔਰ ਜੋ ਕੁਛ ਨਾਜ਼ਲ ਹੁਆ ਇਹ ਦੇਖਿਆ ਆਪਾਂ ਨਾ ਆਪਾਂ ਐਵੇਂ ਕਰਦੇ ਹਾਂ, ਹੁਣ ਹੋ ਗਿਆ 1 ਘੰਟਾ ਪੂਰਾ 1 ਘੰਟਾ ਸਵਾ ਘੰਟਾ ਹੋ ਗਿਆ ਮਾਸ਼ਾਅੱਲਾ ਕਲਾਸ ਤੇ ਇਹ ਸਾਰੇ ਸਵਾਲ ਮੈਂ ਨੋਟ ਕਰ ਲਏ ਨੇ ਇਹਨਾਂ ਨੂੰ ਆਪਾਂ ਕੱਲ ਦੇ ਸੈਸ਼ਨ ਤੇ ਰੱਖਦੇ ਹਾਂ बदरुद्दुजा शम्सुद्दुहा नूर